ਜਦੋਂ ਸੋ ਇਸ ਵੇਲੇ ਸਮਾਂ 2:14 ਹੋ ਗਏ ਨੇ। ਹਰਜਿੰਦਰ ਗਿੱਲ ਸ਼ੋਅ ਤੇ ਸਾਡਾ ਤੁਹਾਡਾ ਸਾਥ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ 1350 AM ਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਹੁਤ ਸਾਰੇ ਸਾਡੇ ਸਰੋਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋਣੇ ਆ ਤੇ ਕੁਝ ਨਵੇਂ ਸਰੋਤੇ ਵੀ ਜਿਹੜੇ ਜੁੜੇ ਨੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਦੱਸ ਦਈਏ ਕਿ 24 ਘੰਟੇ 7 ਦਿਨ ਤੁਸੀਂ 1350 AM ਦੇ ਉੱਪਰ ਵੱਖ-ਵੱਖ ਪ੍ਰੋਗਰਾਮ ਸੁਣਦੇ ਹੋ ਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡੀ ਡਿਊਟੀ ਹੁੰਦੀ ਹੈ ਜੀ। ਸਾਡੀ ਟੀਮ ਵੱਲੋਂ ਹਰਜਿੰਦਰ ਗਿੱਲ ਸ਼ੋਅ 1350 ਦੇ ਉੱਪਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਪੇਸ਼ ਕੀਤਾ ਜਾਂਦਾ ਹੈ। ਸੋ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਸਪੋਂਸਰਸ ਦੇ ਤੌਰ ਦੇ ਉੱਤੇ ਜਾਂ ਸਾਡੇ ਲਿਸਨਰ ਦੇ ਤੌਰ 'ਤੇ ਸਾਡੇ ਇਸ ਪਰਿਵਾਰ ਦਾ ਹਿੱਸਾ ਬਣਨ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੀ ਟੀਮ ਦੇ ਨਾਲ 6474006862 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। 647 400 6862। ਸੋ ਦੋਸਤੋ, ਜਿਵੇਂ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਅੱਜ ਪੰਜਾਬ ਤੋਂ ਪਟਿਆਲੇ ਤੋਂ ਸਾਡਾ ਇੱਕ ਵਿਸ਼ੇਸ਼ ਸੈਗਮੈਂਟ ਹੁੰਦਾ JB ਅਟਵਾਲ ਹੋਰੀ ਸਾਡੇ ਗੈਸਟ ਹੁੰਦੇ ਨੇ ਉਹਦੇ ਵਿੱਚ। ਅਤੇ ਨਾਲ ਹੀ ਅੱਜ ਅਟਵਾਲ ਸਾਹਿਬ ਦੇ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਹੀ ਸਰਦਾਰ ਬੇਅੰਤ ਸਿੰਘ ਹੋਰੀ ਜਿਹੜੇ ਕਿ ਸਟੂਡੈਂਟ ਐਕਟਿਵਿਸਟ ਨੇ ਅਤੇ ਨਾਲ ਹੀ PhD ਸਕੋਲਰ ਨੇ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ। ਸੋ ਉਹ ਵੀ ਅੱਜ ਸਾਡਾ ਸਾਥ ਦੇਣਗੇ ਇਸ ਵਿਸ਼ੇਸ਼ ਸੈਗਮੈਂਟ ਦੇ ਵਿੱਚ, ਜਿਹਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਇਸ ਵੇਲੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਵੱਲੋਂ ਬਿੱਲ ਪੇਸ਼ ਕੀਤੇ ਨੇ ਉਹਨਾਂ ਦੀ ਕੀ ਭੂਮਿਕਾ, ਪਿੱਠ ਭੂਮੀ ਕੀ ਹੈ, ਕਿਸ ਤਰ੍ਹਾਂ ਦੇ ਨਾਲ ਉਹਦੇ ਬਾਰੇ 'ਚ ਜ਼ਿਕਰ ਚੱਲ ਰਿਹਾ, ਉਹਦੇ ਬਾਰੇ 'ਚ ਅਸੀਂ ਗੱਲ ਕਰਨੀ ਹੈ। ਅਤੇ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ। ਆਪਾਂ ਅਟਵਾਲ ਸਾਹਿਬ ਵੀ ਮੇਰੇ ਨਾਲ ਨੇ ਅਤੇ ਬੇਅੰਤ ਸਿੰਘ ਹੋਰੀ ਵੀ। ਅਟਵਾਲ ਸਾਹਿਬ ਜੀ ਆਇਆਂ ਨੂੰ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਸ਼ੁਕਰੀਆ ਹਰਜਿੰਦਰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਅਤੇ ਬੇਅੰਤ ਸਿੰਘ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਸਰ, ਵੈਲਕਮ। ਮਿਹਰਬਾਨੀ ਭਾਜੀ ਮੈਨੂੰ ਨਾਲ ਜੋੜਨ ਦੇ ਲਈ। ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ ਆਇਆਂ ਨੂੰ। ਅਤੇ ਅਟਵਾਲ ਸਾਹਿਬ ਮੈਂ ਜ਼ਰੂਰ ਚਾਹਾਂਗਾ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਬੇਅੰਤ ਸਿੰਘ ਹੋਰਾਂ ਬਾਰੇ ਦੱਸੋ, ਜਿਹੜੇ ਤੁਹਾਡੇ ਵੈਸੇ ਉਹ ਸੇਮ ਯੂਨੀਵਰਸਿਟੀ ਤੋਂ ਕਲੀਗ ਵੀ ਨੇ ਤੁਹਾਡੇ ਅਤੇ ਸਟੂਡੈਂਟ ਐਕਟਿਵਿਸਟ ਐਂਡ PhD ਸਕੋਲਰ ਬੇਅੰਤ ਸਿੰਘ ਹੋਰੀ। ਥੋੜ੍ਹਾ ਜਿਹਾ ਤੁਸੀਂ ਦੱਸਣਾ ਚਾਹੋ ਉਹਨਾਂ ਬਾਰੇ ਹੋਰ। ਮੈਂ ਬਾਈ ਉਹਨਾਂ ਨੂੰ ਕਾਫੀ ਵਾਰੀ ਮਿਲਿਆ ਅਤੇ ਹੁਣ ਰੀਸੈਂਟਲੀ ਵੀ ਅਸੀਂ ਇੱਕ ਇੰਟਰਵਿਊ ਕਹਿ ਲਈਏ ਜਾਂ ਇਸ ਕਾਨੂੰਨ ਜਿਹੜੇ ਖੇਤੀ ਕਾਨੂੰਨ ਆਏ ਨੇ ਕੇਂਦਰ ਦੇ, ਇਹਨਾਂ 'ਤੇ ਵੀ ਗੱਲ ਕੀਤੀ ਹੈ। ਅਗਰ ਮੈਂ ਇਹਨਾਂ ਦੀ ਉਹ ਜਿੰਨਾ ਕੁ ਮੈਂ ਜਾਣਦਾ ਬਾਈ ਉਹਨਾਂ ਨੂੰ ਕਿ ਇਹ ਜਿਹੜੀ PhD ਵੀ ਕਰ ਰਹੇ ਉਹਦਾ ਵਿਸ਼ਾ ਵੀ ਕਿਸਾਨੀ ਸੰਕਟ ਦੇ ਉੱਤੇ ਹੈਗਾ। ਜਿਹੜੀਆਂ ਕੁਛ ਫਿਲਮਾਂ ਹੈਗੀਆਂ ਪੰਜਾਬੀ ਫਿਲਮਾਂ ਉਹਨਾਂ ਦਾ ਔਰ ਪਲੱਸ ਜਿਹੜੇ ਨਾਵਲਸ ਹੈਗੇ ਨੇ ਕੁਛ ਜਿਹੜੇ ਕਿਸਾਨੀ ਸੰਕਟ ਨੂੰ ਦਰਸਾਉਂਦੇ ਨੇ, ਉਹਨਾਂ ਦੀ ਕੀ ਸਟਰਗਲ ਹੈ ਜਾਂ ਕੀ ਪਿਛੋਕੜ ਕੀ ਹੈਗਾ, ਕਿੱਦਾਂ ਇਹ ਚੀਜ਼ਾਂ ਸ਼ੁਰੂ ਹੋਈਆਂ। ਤਾਂ ਜਿਸ ਤਰੀਕੇ ਨਾਲ ਇਹਨਾਂ ਨੂੰ ਵਿਸ਼ੇ ਤੇ ਇਹਨਾਂ ਦੀ ਪਕੜ ਹੈਗੀ ਆ, ਚਾਹੇ ਉਹ ਖੇਤੀ ਦੀ, ਚਾਹੇ ਗ੍ਰੀਨ ਰੈਵੋਲਿਊਸ਼ਨ ਦੀ ਅਸੀਂ ਗੱਲ ਕਰ ਲਈਏ ਜਾਂ ਉਸ ਤੋਂ ਬਾਅਦ ਵੀ ਜਿਹੜੇ ਪੜਾਅ ਪੰਜਾਬ ਦੇ ਵਿੱਚ ਖੇਤੀ ਨੇ ਜਾਂ ਸਾਡੀ ਐਗਰੀਕਲਚਰ ਜਿਸ ਤਰੀਕੇ ਨਾਲ ਚੱਲਿਆ ਹੈ, ਹੁਣ ਜਿਸ ਤੱਕ ਪਹੁੰਚੇ ਹਾਂ ਤੇ ਇਹ ਬਿੱਲਾਂ ਤੱਕ ਵੀ ਜਿਸ ਤਰੀਕੇ ਨਾਲ ਮੈਂ ਲਾਸਟ ਟਾਈਮ ਵੀ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨੇ ਸਮਝਾਇਆ ਤਾਂ ਉੱਦਾਂ ਵੀ ਸਟੂਡੈਂਟ ਐਕਟਿਵਿਸਟ ਨੇ ਹਰ ਜਗ੍ਹਾ ਭਾਗ ਲੈਂਦੇ ਨੇ ਜਿੱਥੇ ਵੀ ਇਹਨਾਂ ਦਾ ਹੱਕਾਂ ਦੀ ਗੱਲ ਹੈ, ਸਟੂਡੈਂਟਸ ਨਾਲ ਕੰਸਰਨ ਕੋਈ ਮੁੱਦੇ ਹੈਗੇ ਨੇ ਜਾਂ ਵੈਸੇ ਵੀ ਸੁਸਾਇਟੀ ਨਾਲ ਰਿਲੇਟਡ ਕੋਈ ਵੀ ਅਜਿਹੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ, ਉਹਦੇ ਤੇ ਵਿਭਾਗ ਬੋਲਦੇ ਨੇ। ਮਤਲਬ ਇਹਨਾਂ ਦਾ ਓਵਰਆਲ ਜਿਹੜਾ ਕਹਿ ਸਕਦੇ ਨੇ ਪ੍ਰੋਪਰ ਇੱਕ ਰਿਸਰਚ ਤਾਂ ਚਲੋ ਸਕਾਲਰ ਦੀ ਅਸੀਂ ਗੱਲ ਹੋਰ ਕਰਦੇ ਹਾਂ, ਪਰ ਇੱਕ ਪ੍ਰੋਪਰ ਤਰੀਕੇ ਨਾਲ ਜਿਸ ਵਿਸ਼ੇ ਨੂੰ ਜਾਣਨ ਦੀ ਜਿਹੜੀ ਇੱਕ ਲਲਕ ਹੈਗੀ ਆ ਉਹ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਬਹੁਤ ਅਲੱਗ ਤਰੀਕੇ ਨਾਲ। ਰਾਈਟ ਬੇਅੰਤ ਸਿੰਘ ਜੀ, ਜਿੱਥੇ ਹੁਣ ਅਟਵਾਲ ਸਾਹਿਬ ਨੇ ਜ਼ਿਕਰ ਕੀਤਾ ਥੋੜ੍ਹਾ ਜਿਹਾ ਮੈਂ ਜ਼ਰੂਰ ਚਾਹਾਂਗਾ ਤੁਸੀਂ ਵੀ ਆਪਣੀ ਜ਼ੁਬਾਨੀ ਥੋੜ੍ਹਾ ਜਿਹਾ ਆਪਣੇ ਬਾਰੇ, ਆਪਣੇ ਹੁਣ ਤੱਕ ਦਾ ਜੋ ਤੁਹਾਡਾ ਕਹਿ ਲਈਏ ਕਿ ਸੋਸ਼ਲ ਜਾਂ ਫਿਰ ਜਿਸ ਤਰ੍ਹਾਂ ਦਾ ਵੀ ਤੁਹਾਡਾ ਸਟੱਡੀ ਦੇ ਨਾਲ ਰਿਲੇਟਡ ਬੈਕਗਰਾਊਂਡ ਹੈ, ਦੱਸੋ ਥੋੜ੍ਹਾ ਜਿਹਾ। ਜੀ ਅਟਵਾਲ ਭਾਜੀ ਹੋਣੀ ਕਿਉਂਕਿ ਉਹ ਨਿੱਜੀ ਤੌਰ ਤੇ ਜਾਣਦੇ ਨੇ, ਇਸ ਕਰਕੇ ਉਹਨਾਂ ਨੇ ਥੋੜ੍ਹੀ ਜਿਹੀ ਜ਼ਿਆਦਾ ਸਿਫਤ ਕਰਤੀ। ਅੱਛਾ ਜੀ, ਚਲੋ ਵੱਧ ਦਾ ਤਾਂ ਕੋਈ ਗੱਲ ਨਹੀਂ ਸਰ, ਘੱਟ ਨਹੀਂ ਰਹਿਣੀ ਚਾਹੀਦੀ ਹੁੰਦੀ ਸਿਫਤ ਤਾਂ। ਸਿਫਤ ਤਾਂ ਇੱਦਾਂ ਦੀ ਚੀਜ਼ ਆ ਵੀ ਜਿੰਨੀ ਵੱਧ ਹੋ ਜਾਵੇ ਚੰਗੀ ਹੈ। ਤੇ ਮੈਂ ਜੀ ਰਿਸਰਚ ਸਕਾਲਰ ਹਾਂ ਪੰਜਾਬੀ ਵਿਭਾਗ ਦੇ ਵਿੱਚ। ਮੇਰਾ ਖੋਜ ਕਾਰਜ ਦਾ ਜਿਹੜਾ ਵਿਸ਼ਾ ਹੈਗਾ ਉਹ PhD ਦਾ, ਮੈਂ ਸਮਕਾਲੀ ਕਿਸਾਨੀ ਸੰਕਟ ਦੇ ਉੱਤੇ ਕੰਮ ਕਰ ਰਿਹਾ ਗਾ। ਖਾਸ ਤੌਰ 'ਤੇ ਉਹਦੇ 'ਚ ਮੈਂ ਇੱਕ ਪਰਟੀਕੂਲਰ ਇਹ ਲਿਆ ਹੈਗਾ ਕਿ 2000 ਤੋਂ ਬਾਅਦ ਜਿਹੜੇ ਪੰਜਾਬੀ ਦੇ ਨਾਵਲ ਆਏ ਨੇਗੇ ਤੇ ਪੰਜਾਬੀ ਦੀਆਂ ਫਿਲਮਾਂ ਨੇ ਜਿਹੜੀਆਂ ਫੋਕਸਡ ਕਿਸਾਨੀ ਸੰਕਟ ਨੇ, ਠੀਕ ਹੈ, ਮੈਂ ਉਹਨਾਂ ਦੇ ਰੂਪ ਤੇ ਵਿਚਾਰਧਾਰਾ, ਉਹਨਾਂ ਦਾ ਕੰਟੈਂਟ ਤੇ ਆਈਡੀਓਲੋਜੀ ਦਾ ਅਧਿਐਨ ਹੈ ਜਿਹੜਾ ਉਹ ਕਰ ਰਹੇ ਹਾਂ। ਤੇ ਇਹਦੇ ਤੋਂ ਬਿਨਾਂ ਇਹ ਮੇਰਾ ਖੋਜ ਕਾਰਜ ਦਾ ਵਿਸ਼ਾ ਹੈਗਾ। ਤੇ ਦੂਸਰਾ ਜਿਵੇਂ JB ਅਟਵਾਲ ਹੋਰਾਂ ਨੇ ਦੱਸਿਆ ਹੈਗਾ ਕਿ ਮੈਂ ਸਟੂਡੈਂਟ ਐਕਟਿਵਿਸਟ
ਮੈਂ ਪਹਿਲਾਂ 2014 ਤੱਕ ਪੂਰੀ ਤਰ੍ਹਾਂ ਸਰਗਰਮ ਰਿਹਾਂਗਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿੱਚ। ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿੱਚ ਮੈਂ ਇੱਕ ਤਰ੍ਹਾਂ ਦਾ ਇਹ ਲਾ ਲਓ ਵੀ ਕੁੱਲਵਕਤੀ ਦੇ ਤੌਰ ਤੇ ਸਰਗਰਮ ਰਿਹਾ। ਉਸ ਤੋਂ ਬਾਅਦ ਮੈਂ ਕੁੱਲਵਕਤੀ ਸਰਗਰਮੀ ਨਹੀਂ ਕਰ ਸਕਿਆ, ਪਰ ਮੈਂ ਉਸ ਤੋਂ ਬਾਅਦ ਫਰੀਲਾਂਸ ਮੈਂ ਕਿਸੇ ਪਰਟੀਕੂਲਰ ਹੁਣ ਕਿਸੇ ਸਟੂਡੈਂਟ ਆਊਟਫਿਟ ਦਾ ਹਿੱਸਾ ਨਹੀਂ ਆ, ਪਰ ਯੂਨੀਵਰਸਿਟੀ ਦੇ ਵਿੱਚ ਜਾਂ ਸਮਾਜ ਦੇ ਵਿੱਚ ਚੱਲ ਰਹੇ ਹੋਰ ਅੰਦੋਲਨਾਂ ਦੇ ਲਈ ਜਿਹੜੇ ਮਨੁੱਖੀ ਹਕੂਕ ਦੀ ਗੱਲ ਕਰਦੇ ਨੇ, ਚੰਗੇ ਸਮਾਜ ਦੀ ਗੱਲ ਕਰਦੇ ਨੇ, ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦੇ ਨੇ, ਗੁਰੂ ਨਾਨਕ ਦੀ ਵਿਚਾਰਧਾਰਾ ਦੀ ਗੱਲ ਕਰਦੇ ਨੇ, ਉਹਨਾਂ ਦੇ ਅੰਗ ਸੰਗ ਜਿੰਨੀ ਆਪਣੇ ਵਿੱਤ ਮੁਜਬ ਉਹਦੇ 'ਚ ਯੋਗਦਾਨ ਪਾਈਦਾ। ਸ਼ਹੀਨ ਬਾਗ ਵੀ ਅਸੀਂ ਜਾ ਕੇ ਆਏ ਸੀਗੇ, ਯੂਨੀਵਰਸਿਟੀ ਤੋਂ ਇੱਕ ਵਿਦਿਆਰਥੀਆਂ ਦਾ ਜੱਥਾ, ਲੜਕੀਆਂ ਦਾ ਅੰਦੋਲਨ ਚੱਲਿਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਸਟਲਾਂ ਦੇ ਸਮੇਂ ਨੂੰ ਵਧਾਉਣ ਦੇ ਲੈ ਕੇ, ਉਹਦੇ 'ਚ ਵੀ ਅਸੀਂ ਸਰਗਰਮ ਰਹੇ। ਤੇ ਸਮਾਜ ਦੇ ਹੋਰ ਜੋ ਵੀ ਵੱਖੋ ਵੱਖਰੇ ਵਰਗ ਇਸ ਵਕਤ ਜੂਝ ਰਹੇ ਨੇ, ਲੜ ਰਹੇ ਨੇਗੇ, ਉਹਨਾਂ ਦੇ ਨਾਲ ਖੜੀ ਦਾ ਸੰਵੇਦਨਾ ਵੀ ਪ੍ਰਗਟ ਕਰੀ ਦੀ ਹੈ ਆਪਣੀ। ਤੋਂ 15-20 ਸਾਲ ਤੋਂ ਇਹ ਸਫ਼ਰ ਹੈ ਜਿਹੜਾ ਨਾਲ ਨਾਲ ਚੱਲ ਰਿਹਾ, ਪੜ੍ਹਾਈ ਤੇ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ। ਰਾਈਟ। ਅੱਛਾ ਬੇਅੰਤ ਸਿੰਘ ਜੀ, ਕਈ ਵਾਰੀ ਸਿੱਧੇ ਪੱਧਰੇ ਸ਼ਬਦਾਂ 'ਚ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਤਾਂ ਕਈ ਵਾਰ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਰੋਂਗ ਹੋਵਾਂ, ਤਾਂ ਜਿਹੜੀ ਵਿਚਾਰਧਾਰਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਟੈਗ ਲਗਾਇਆ ਜਾਂਦਾ ਕਿ ਯਾਰ ਇਹ ਕਮਿਊਨਿਸਟ ਵਿਚਾਰਧਾਰਾ, ਜਿਹਨੂੰ ਕਾਮਰੇਡ ਜਾਂ ਕਮਿਊਨਿਸਟ ਵਿਚਾਰਧਾਰਾ ਦੀ, ਕਿਤੇ ਉਸ ਪਾਸੇ ਦੀ ਤੁਸੀਂ ਜ਼ਿਆਦਾ ਗੱਲ ਕਰਦੇ ਹੋ ਜਾਂ ਕਿਸ ਤਰ੍ਹਾਂ? ਮੈਂ ਦੇਖੋ, ਜਿਹੜੀ ਮੈਂ ਵਿਦਿਆਰਥੀ ਜਥੇਬੰਦੀ ਨਾਲ ਜੁੜਿਆ ਸੀ ਉਹ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਹੈ, ਠੀਕ ਹੈ। ਤੇ ਉਹ ਬਿਲਕੁਲ, ਕਿਉਂਕਿ ਭਗਤ ਸਿੰਘ ਖੁਦ ਕਮਿਊਨਿਸਟ ਸੀਗਾ, ਤੇ ਭਗਤ ਸਿੰਘ ਜਦੋਂ ਆਪਣੇ ਜਿਹੜੀ ਉਹ ਆਪਣੀ ਕਿਤਾਬ ਦਾ ਆਖਰੀ ਪੰਨਾ ਮੋੜ ਕੇ ਗਿਆ, ਤੇ ਉਹ ਲੈਨਨ ਦੀ ਕਿਤਾਬ ਸੀ ਸਟੇਟ ਐਂਡ ਰੈਵੋਲੂਸ਼ਨ, ਜਿਹੜੀ ਉਹ ਪੜ੍ਹ ਰਿਹਾ ਸੀਗਾ। ਤੇ ਉਹਦੇ ਜਿਹੜੇ ਸਾਰੇ ਦੇ ਸਾਰੇ ਭਗਤ ਸਿੰਘ ਨੇ ਜਿਹੜੀ ਜਿਸ ਪਾਰਟੀ ਦਾ ਉਹ ਹਿੱਸਾ ਬਣਿਆ, ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਪਹਿਲਾਂ ਉਹਦਾ ਨਾਮ ਸੀ, ਪਰ ਜਦੋਂ ਭਗਤ ਸਿੰਘ ਉਹਦਾ ਪਾਰਟ ਬਣਦਾ ਤਾਂ ਉਹਦਾ ਨਾਮ ਬਦਲਦਾ, ਉਹਦਾ ਨਾਮ ਉਹ ਰੱਖਦਾ HSRA, ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਐਸੋਸੀਏਸ਼ਨ। ਉਹ ਸਮਾਜਵਾਦੀ ਵਿੱਚ ਸ਼ਬਦ ਹੈ ਜਿਹੜਾ ਉਹ ਜੋੜਦਾ ਹੈਗਾ। ਤੇ ਮੈਂ ਇਹ ਤਾਂ ਦਾਅਵਾ ਤਾਂ ਨਹੀਂ ਕਰਦਾ ਕਿ ਮੈਂ ਬਹੁਤ ਜ਼ਿਆਦਾ ਪੜ੍ਹ ਲਿਆ, ਪਰ ਮੈਂ ਉਵੇਂ ਦੇ ਹਨਾ ਇੱਕ ਆਦਤ ਹੈਗੀ ਪੰਜਾਬ ਦੇ ਵਿੱਚ ਜਾਂ ਕੁਝ ਹੋਰ ਲੋਕਾਂ ਨੂੰ ਵੀ, ਕਿ ਉਹ ਆਪਣੇ ਆਪ ਨੂੰ ਕਹਾਉਂਦੇ ਕਮਿਊਨਿਸਟ ਨੇ, ਪਰ ਉਹਨਾਂ ਨੂੰ ਨਾ ਕਮਿਊਨਿਸਟ ਆਈਡੀਓਲੋਜੀ ਦੇ ਬਾਰੇ ਉਹਨਾਂ ਨੇ ਨਾ ਤਾਂ ਪੜ੍ਹਿਆ ਹੁੰਦਾ ਬਹੁਤਾ, ਉਹਨਾਂ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਸੁਣ ਕੇ ਜਾਂ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਲੇਖ ਪੜ੍ਹ ਕੇ ਉਹ ਆਪਣੇ ਆਪ ਨੂੰ ਕਮਿਊਨਿਸਟ ਕਹਾਉਣ ਲੱਗ ਜਾਂਦੇ ਨੇ। ਵੈਸੇ ਕਮਿਊਨਿਸਟ ਹੈ ਜਿਹੜਾ ਉਹ ਇੱਕ ਕਮਿਊਨਿਸਟ ਪਾਰਟੀ ਦਾ ਜਿਹੜਾ ਕੋਈ ਕਾਰਡ ਹੋਲਡਰ ਹੁੰਦਾ ਜਿਹਦੇ ਕੋਲੇ ਮੈਂਬਰਸ਼ਿਪ ਆ ਉਹਨੂੰ ਕਿਹਾ ਜਾਂਦਾ। ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਮਾਰਕਸਿਜ਼ਮ ਹੈ, ਜਿਹੜੀ ਮਾਰਕਸਵਾਦੀ ਵਿਚਾਰਧਾਰਾ ਹੈ, ਉਹ ਇੱਕ ਮੈਥਡੋਲੋਜੀ ਹੈ। ਉਹ ਤੁਹਾਨੂੰ ਚੀਜ਼ਾਂ ਨੂੰ, ਸਮਾਜ ਨੂੰ ਤੇ ਸਮਾਜਿਕ ਵਰਤਾਰਿਆਂ ਨੂੰ, ਚਾਹੇ ਉਹ ਰਾਜਨੀਤਿਕ ਹੋਣ, ਆਰਥਿਕ ਹੋਣ, ਸੱਭਿਆਚਾਰਕ ਹੋਣ, ਮੈਂ ਉਹਨਾਂ ਵਰਤਾਰਿਆਂ ਨੂੰ ਸਮਝਣ ਦੇ ਲਈ ਮਾਰਕਸਿਜ਼ਮ ਦਾ ਅਧਿਐਨ ਕਰਦਾ, ਮਾਰਕਸਵਾਦ ਪੜ੍ਹਦਾ ਹੈਗਾ, ਤੇ ਉਹਦੇ 'ਚ ਮੇਰਾ ਇੱਕ ਨਜ਼ਰੀਆ ਜਿਹੜਾ ਉਹ ਬਣਿਆ ਹੋਇਆ। ਮੈਂ ਕਿਸੇ ਕਮਿਊਨਿਸਟ ਪਾਰਟੀ ਦਾ ਹਿੱਸਾ ਨਹੀਂ ਹਾਂ। ਰਾਈਟ। ਅੱਛਾ, ਜਿਹੜੀ ਇਹ ਬਿਲਕੁਲ ਤੁਸੀਂ ਵੀ ਉਸ ਪੁਆਇੰਟ ਤੋਂ ਹੀ ਗੱਲ ਨੂੰ ਫੜਿਆ ਜਿੱਥੋਂ ਮੈਂ ਪੁੱਛਣੀ ਚਾਹੁੰਦਾ ਸੀ, ਕਿਉਂਕਿ ਜਿਹੜੀ ਆਪਾਂ ਗੱਲ ਕਰਦੇ ਹਾਂ, ਜਦੋਂ ਕੋਈ ਬੰਦਾ ਤਰਕ ਸੰਗਤ ਹੋ ਕੇ, ਰੈਸ਼ਨਲ ਹੋ ਕੇ, ਲੌਜੀਕਲ ਹੋ ਕੇ ਜਦੋਂ ਕੋਈ ਗੱਲ ਕਰਦਾ ਤਾਂ ਉਹਨੂੰ ਖੱਬੇ ਪੱਖੀ ਕਹਿ ਕੇ ਇੱਕ ਠੱਪਾ ਲਾ ਕੇ ਬਾਹਰ ਜਾ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤੀ ਵਾਰ, ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਜਾਂ ਪੋਲੀਟੀਕਲ ਅਪਰੋਚ ਹੁੰਦੀ ਹੈ ਜਿਨ੍ਹਾਂ ਦੀ। ਅਟਵਾਲ ਸਾਹਿਬ, ਤੁਸੀਂ ਇਸ ਪੁਆਇੰਟ ਤੇ ਕੁਝ ਕਮੈਂਟ ਕਰਨਾ ਚਾਹੋ ਪਹਿਲਾਂ? ਬਿਲਕੁਲ, ਇੱਕ ਨਜ਼ਰੀਆ ਹਰਜਿੰਦਰ ਸੁਸਾਇਟੀ ਦਾ ਮੈਨੂੰ ਲੱਗਦਾ ਬਣ ਜਾਂਦਾ, ਪਰ ਇੱਕ ਖਾਸ ਵਿਚਾਰਧਾਰਾ ਨਾਲ ਤੁਸੀਂ ਚੀਜ਼ਾਂ ਨੂੰ ਦੇਖਣਾ, ਸਮਝਣਾ ਤੇ ਵਿਚਰਨਾ, ਉਹ ਇੱਕ ਪੁਆਇੰਟ ਆਫ ਵਿਊ ਆ ਹਰ ਬੰਦੇ ਦਾ। ਲੇਕਿਨ ਜਿਸ ਤਰੀਕੇ ਨਾਲ ਹੁਣ ਹਾਲਾਤ ਨੇ, ਜਿਸ ਤਰੀਕੇ ਨਾਲ ਸਮਾਜ ਵਿਚਰ ਰਿਹਾ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਤੁਹਾਡਾ ਪੁਆਇੰਟ ਆਫ ਵਿਊ ਲਾਈਫ ਦੇ ਪ੍ਰਤੀ, ਇੱਕ ਤੁਹਾਡੀ ਵਿਚਾਰਧਾਰਾ ਹੋਣੀ ਬਹੁਤ ਜ਼ਰੂਰੀ ਹੈ। ਪਰ ਮੈਨੂੰ ਲੱਗਦਾ ਕਿ ਦੁੱਖ ਲੱਗਦਾ ਜਦੋਂ ਹੁਣ ਅਸੀਂ ਸਮਾਜ ਨੂੰ ਦੇਖਦੇ ਹਾਂ ਜਾਂ ਸਾਡੇ ਯੂਥ ਨੂੰ ਦੇਖਦੇ ਹਾਂ, ਸਾਡੇ ਹੁਣ ਨੌਜਵਾਨ ਪੀੜ੍ਹੀ ਨੂੰ ਦੇਖਦੇ ਹਾਂ, ਤਾਂ ਉਹਨਾਂ ਦੀ ਜਿਹੜੀ ਇੱਕ ਵਿਚਾਰਧਾਰਾ ਜਿੱਦਾਂ ਡਿਵੈਲਪ ਹੋਣਾ ਚਾਹੀਦਾ ਸੀ, ਜਿਸ ਤਰੀਕੇ ਨਾਲ ਉਹਨਾਂ ਨੂੰ ਕੰਡੀਸ਼ਨਿੰਗ ਹੋਣੀ ਚਾਹੀਦੀ ਸੀਗੀ, ਉਹ ਕਾਫੀ ਟਾਈਮ ਤੋਂ ਉਸ ਤਰੀਕੇ ਦੀ ਜ਼ਿਆਦਾਤਰ ਨਹੀਂ ਹੋ ਪਾ ਰਹੀ। ਤਾਂ ਉਹ ਮੈਨੂੰ ਲੱਗਦਾ ਕਿ ਸਾਡੇ ਇੱਕ ਲਾਈਫ ਸਟਾਈਲ ਲਈ, ਇੱਕ ਸਾਡੀ ਜ਼ਿੰਦਗੀ ਦੇ ਜਿਹੜਾ ਸਫ਼ਰ, ਉਹਦੇ ਲਈ ਬਹੁਤ ਜ਼ਰੂਰੀ ਹੈ। ਇੱਕ ਸਾਡਾ ਇੱਕ ਪੁਆਇੰਟ ਆਫ ਵਿਊ ਹੋਣਾ ਜ਼ਰੂਰੀ ਆ ਕਿਸੇ ਵੀ ਵਿਸ਼ੇ ਉੱਤੇ, ਕਿਸੇ ਵੀ ਤੁਹਾਡੀ ਜ਼ਿੰਦਗੀ ਦੇ ਇੱਕ ਟਾਈਮ ਦੇ ਉੱਤੇ। ਮੈਨੂੰ ਲੱਗਦਾ ਕਿ ਇੱਕ ਸਹੀ ਹੋ ਸਕਦਾ ਕਿ ਦੂਸਰੇ ਦੇ ਨਜ਼ਰੀਏ ਨਾਲ ਅਸੀਂ ਗਲਤ ਹੋ ਸਕਦੇ ਹਾਂ, ਲੇਕਿਨ ਸਾਡਾ ਇੱਕ ਨਜ਼ਰੀਆ ਬਹੁਤ ਜ਼ਰੂਰੀ ਹੈ। ਉਹ ਹੋ ਸਕਦਾ ਕਿ ਕੁਝ ਦੂਸਰੀ ਪਾਰਟੀ
ਜਿੱਦਾਂ ਆਪਾਂ ਕਹਿ ਸਕਦੇ ਪੂੰਜੀਵਾਦੀ ਇੱਕ ਜਿਹੜੀ ਸੋਚ ਹੈਗੀ ਆ ਉਹਦਾ ਦੇ ਅਕੋਰਡਿੰਗ ਬਿਲਕੁਲ ਹੀ ਉਲਟ ਹੋ ਜਾਂਦਾ ਨਾ, ਤਾਂ ਜ਼ਰੂਰੀ ਹੈ ਮੈਨੂੰ ਲੱਗਦਾ। ਰਾਈਟ। ਸੋ ਦੋਸਤੋ ਇਸ ਵੇਲੇ ਸਮਾਂ 2:24 ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਮੈਂ ਤੁਹਾਡਾ ਦੋਸਤ ਤੇ ਹੋਸਟ ਹਰਜਿੰਦਰ ਸਿੰਘ ਗਿੱਲ, ਮੇਰੇ ਨਾਲ ਪੰਜਾਬ ਤੋਂ ਪਟਿਆਲੇ ਤੋਂ JB ਅਟਵਾਲ ਤੇ ਨਾਲ ਦੀ ਨਾਲ ਬੇਅੰਤ ਸਿੰਘ ਹੋਰੀ ਅੱਜ ਸਾਡੇ ਖਾਸ ਮਹਿਮਾਨ ਨੇ। ਤੇ ਇਸ ਵੇਲੇ ਜੋ ਕਿਸਾਨਾਂ ਦੇ ਸੰਘਰਸ਼ ਦੇ ਨਾਲ ਸੰਬੰਧਿਤ ਬਹੁਤ ਵੱਡੇ ਪੱਧਰ ਦੇ ਉੱਪਰ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਕੋਸ਼ਿਸ਼ਾਂ ਕਰ ਰਹੇ ਨੇ, ਸਿਆਸੀ ਤੌਰ ਦੇ ਉੱਤੇ ਵੀ ਤੇ ਪਰਸਨਲ ਤੌਰ ਦੇ ਉੱਤੇ ਵੀ। ਉਹਨਾਂ ਸਾਰੀਆਂ ਕੋਸ਼ਿਸ਼ਾਂ ਦਾ ਇਸ ਵੇਲੇ ਕੀ ਨਤੀਜਾ ਨਿਕਲ ਰਿਹਾ, ਜਾਂ ਇਸ ਵੇਲੇ ਜੋ ਬੀਤੇ ਕੱਲ ਕਾਂਗਰਸ ਪਾਰਟੀ ਵੱਲੋਂ ਪੰਜਾਬ 'ਚੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਜੋ ਕਿ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ, ਉਹਦੇ ਵਿੱਚ ਕਿੰਨਾ ਕੁ ਦਮ ਹੈ, ਕਿੰਨੀ ਕੁ ਉਹਦੇ ਵਿੱਚ ਇੱਕ ਕਹਿ ਲਈਏ ਕਿ ਕਿਸਾਨਾਂ ਦੇ ਪੱਖੀ ਹੋ ਕੇ ਸੋਚ ਰੱਖੀ ਗਈ ਹੈ, ਤੇ ਕਿੰਨਾ ਕੁ ਉਹਦੇ ਵਿੱਚ ਸਿਰਫ ਪਾਰਟੀ ਪੱਖੀ ਜਾਂ ਫਿਰ ਇੱਕ ਪੋਲੀਟੀਕਲ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਥੋੜ੍ਹਾ ਜਿਹਾ ਇਹਨੂੰ ਹੋਰ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਆਪਣੇ ਸਾਡੇ ਇਹਨਾਂ ਦੋਨੋਂ ਮਹਿਮਾਨਾਂ ਦੇ ਜ਼ਰੀਏ। ਅਟਵਾਲ ਸਾਹਿਬ, ਮੈਂ ਤੁਹਾਡੇ ਕੋਲੋਂ ਪਹਿਲਾਂ ਭੂਮਿਕਾ ਦੇ ਰੂਪ ਦੇ ਵਿੱਚ ਜਾਣਨਾ ਚਾਹਾਂਗਾ ਥੋੜ੍ਹਾ ਜਿਹਾ ਇਸ ਵੇਲੇ ਜੋ ਵੈਸੇ ਤਾਂ ਆਪਾਂ ਬਹੁਤ ਲੰਬੀ ਚੌੜੀ ਡਿਸਕਸ਼ਨ ਪਹਿਲਾਂ ਵੀ ਵੱਖ-ਵੱਖ ਸੈਗਮੈਂਟਸ ਦੇ ਵਿੱਚ ਕਰ ਚੁੱਕੇ ਹਾਂ ਕਿ ਜੋ ਇਸ ਵੇਲੇ ਚੱਲ ਰਿਹਾ ਉਹ ਕੀ ਹੈ, ਕਿਸਾਨਾਂ ਦੀਆਂ ਕੀ ਡਿਮਾਂਡਸ ਨੇ ਤੇ ਸਰਕਾਰ ਕੀ ਕਰਨਾ ਚਾਹੁੰਦੀ ਹੈ, ਕੀ ਥੋਪਣਾ ਚਾਹੁੰਦੀ ਹੈ, ਔਰ ਪੰਜਾਬ ਲੈਵਲ ਦੇ ਉੱਪਰ ਜੋ ਵਿਰੋਧ ਚੱਲ ਰਿਹਾ ਜਾਂ ਫਿਰ ਬਾਕੀ ਕੋਈ ਸੂਬਿਆਂ ਦੇ ਵਿੱਚ। ਥੋੜ੍ਹਾ ਜਿਹਾ ਪਹਿਲਾਂ ਓਪਨਿੰਗ ਰਿਮਾਰਕਸ ਦੇਣੇ ਚਾਹੋ। ਹਰਜਿੰਦਰ, ਜਿਸ ਤਰੀਕੇ ਨਾਲ ਤਾਂ ਕੇਂਦਰ ਸਰਕਾਰ ਵੱਲੋਂ ਜਿਹੜੇ ਕਹਿੰਦੇ ਕਿ ਕਾਲੇ ਕਾਨੂੰਨ ਬਣਾਏ ਗਏ, ਤਾਂ ਜਿਸ ਤਰੀਕੇ ਨਾਲ ਇਹ ਬਿੱਲ ਆਏ, ਕਾਨੂੰਨ ਬਣੇ ਨਾ ਆਰਡੀਨੈਂਸ ਤੋਂ ਬਾਅਦ ਬਣੇ, ਤਾਂ ਉਸ ਤੋਂ ਬਾਅਦ ਜਿਹੜਾ ਜਥੇਬੰਦੀਆਂ ਦਾ ਮੈਨੂੰ ਲੱਗਦਾ ਕਿ ਜੋ ਆਰਡੀਨੈਂਸ ਸੀਗੇ ਉਦੋਂ ਤੋਂ ਹੀ ਵਿਰੋਧ ਤਾਂ ਸ਼ੁਰੂ ਹੋ ਗਿਆ ਸੀ। ਔਰ ਜਿਹੜੀ ਜਥੇਬੰਦੀਆਂ ਔਰ ਲੋਕ ਲਹਿਰ ਜਿਹੜੀ ਬਣੀ ਆ, ਉਹਨਾਂ ਨੇ ਮਜਬੂਰ ਕੀਤਾ ਪੋਲੀਟੀਕਲ ਪਾਰਟੀਜ਼ ਨੂੰ, ਚਾਹੇ ਉਹ ਅਸੀਂ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਨੇ ਆਪਣੇ ਇੰਨੇ ਪੁਰਾਣੇ ਜਿਹੜੇ ਜਿਨ੍ਹਾਂ ਨਾਲ ਭਾਗੀਦਾਰ ਜਿਹੜੇ ਸੀਗੇ ਆਪਣੇ BJP ਦਾ ਸਾਥ ਛੱਡਿਆ ਨਾ, UPA ਦਾ, ਤਾਂ ਉਸ ਤੋਂ ਬਾਅਦ ਇੱਕ ਤਾਂ ਉਹ ਕੁਰਬਾਨੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਉਹ ਹੋਇਆ ਇੱਕ ਪਾਰਟੀ ਵੱਲੋਂ। ਬਾਕੀ ਹਰ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਇਸ ਲਹਿਰ ਦੇ ਨਾਲ ਜੁੜਿਆ ਜਾਵੇ ਜਾਂ ਆਪਣੀ ਇੱਕ ਲਹਿਰ ਪੈਦਾ ਕਰਕੇ ਜਿਹੜੀ 2022 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਲਈ ਕਿਸ ਤਰੀਕੇ ਨਾਲ ਲੋਕਾਂ ਵਿੱਚ ਵਿਚਰਿਆ ਜਾਵੇ। ਪਰ ਜਿੱਦਾਂ ਹੁਣ ਅਗਰ ਪੰਜਾਬ ਦੀ ਮੈਂ ਸਥਿਤੀ ਦੀ ਗੱਲ ਕਰਾਂ ਜਾਂ ਪੋਲੀਟੀਕਲ ਪਾਰਟੀ ਦੀ ਗੱਲ ਕਰਾਂ, ਤਾਂ ਉਹਦੇ ਵਿੱਚ ਸਭ ਤੋਂ ਬੁਰੀ ਜਿਹੜੇ ਹਾਲਾਤ ਨੇ ਉਹ BJP ਦੇ ਨੇ, ਜਿਨ੍ਹਾਂ ਦੇ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਜਿਹੜੇ ਲੀਡਰਸ ਉਹਨਾਂ ਨੂੰ ਵੀ ਘੇਰਿਆ ਜਾ ਰਿਹਾ, ਔਰ ਸੈਂਟਰ ਤੋਂ ਜਿਹੜੇ ਕੁਛ ਆਏ ਨੇ ਉਹਨਾਂ ਨਾਲ ਵੀ ਤੁਹਾਡੇ ਸਾਹਮਣੇ ਆਪਾਂ ਦੇਖਿਆ ਕਿ ਨਿਊਜ਼ ਪੜ੍ਹਦੇ ਹਾਂ, ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਵਿਰੋਧ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਪੂਰੇ ਕਿਸਾਨ ਯੂਨੀਅਨ ਕੀ ਆਮ ਲੋਕਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਵਿਰੋਧ ਫੇਸ ਕਰਨਾ ਪੈ ਰਿਹਾ। ਪਰ ਜੇ ਮੈਂ ਹੁਣ ਦੀ ਗੱਲ ਕਰਾਂ ਤਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਅੱਜ ਦੀ ਮੈਂ ਗੱਲ ਕਰਦਾ, ਤਾਂ ਇੱਕ ਤਰ੍ਹਾਂ ਨਾਲ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਬਿਲਕੁਲ ਹੀ ਉਹਨਾਂ ਦੇ ਖਿਲਾਫ ਇੱਕ ਮਤਾ ਪਾਸ ਸਾਰੀਆਂ ਪਾਰਟੀਆਂ ਨੇ, BJP ਨੂੰ ਛੱਡ ਕੇ 115 ਜਿਹੜੇ ਮੈਂਬਰ ਹੈ ਉਹਨਾਂ ਨੇ ਕੀਤਾ ਹੈ, ਤਾਂ ਔਰ ਪ੍ਰੈਸ ਕਾਨਫਰੰਸ ਵੀ ਸਾਹਮਣੇ ਆ ਕੇ ਕੀਤੀ ਹੈ। ਔਰ ਤੁਸੀਂ ਦੇਖਿਆ ਹੋਊਗਾ ਕਿ ਆਪਣੇ ਕੈਪਟਨ ਸਾਹਿਬ CM ਸਾਹਿਬ ਨੇ ਵੀ ਕਿਹਾ ਕਿ ਜੇ ਮੈਨੂੰ ਅਸਤੀਫਾ ਵੀ ਦੇਣਾ ਪੈ ਜਾਏ। ਅਸੀਂ ਸੋਚ ਹੀ ਰਹੇ ਸੀ ਕਾਫੀ ਦਿਨ ਤੋਂ ਕਿ ਜਿਹੜਾ ਕੁਰਬਾਨੀਆਂ ਦਾ ਸਿਲਸਿਲਾ ਸੀਗਾ ਜਿਹੜਾ BJP ਨੇ ਜਾਂ ਆਪਾਂ ਕਹਿੰਦੇ ਅਕਾਲੀ ਦਲ ਨੇ ਸ਼ੁਰੂ ਕੀਤਾ, ਤਾਂ ਉਹ ਹੁਣ ਘੁੰਮ ਫਿਰ ਕੇ ਆ ਕੇ ਕਾਂਗਰਸ ਤੇ ਆ ਗਿਆ ਕਿ ਸਾਡੇ ਲਈ ਅਸੀਂ ਕੁਰਬਾਨੀ ਕਰ ਸਕਦੇ। ਤਾਂ ਜਿਹੜਾ ਹੁਣ ਮਾਹੌਲ ਬਣਿਆ ਹੋਇਆ, ਜਥੇਬੰਦੀਆਂ ਦਾ ਇੱਕ ਆਪਣਾ ਹੋਲਡ ਹੈ, ਉਹਨਾਂ ਦੀ ਜਿਸ ਤਰੀਕੇ ਨਾਲ ਸਟਰਗਲ ਚੱਲ ਰਹੀ ਆ, ਉਹਦਾ ਹੀ ਇੱਕ ਮੈਂ ਕਹਿੰਦਾ ਉਹਦਾ ਹੀ ਫਲ ਹੈਗਾ। ਉਹਨਾਂ ਦਾ ਜਿਹੜਾ ਪ੍ਰੈਸ਼ਰ ਹੈ ਜਾਂ ਲੋਕਾਂ ਦਾ ਪ੍ਰੈਸ਼ਰ ਕਰਕੇ ਹੀ ਪੋਲੀਟੀਕਲ ਪਾਰਟੀਜ਼ ਨੂੰ ਇੰਨਾ ਕੁਛ ਕਰਨਾ ਪੈ ਰਿਹਾ। ਜੇ ਉਹ ਪਹਿਲਾਂ ਹੀ ਲੋਕ ਹਿੱਤ ਬਾਰੇ ਜਾਂ ਲੋਕਾਂ ਦੇ ਹਿੱਤਾਂ ਬਾਰੇ ਸੋਚਦੀ ਤਾਂ ਪਹਿਲਾਂ ਕੁਛ ਨਾ ਕੁਛ ਕਰ ਦਿੰਦੀ। ਔਰ ਮੈਨੂੰ ਲੱਗਦਾ ਕਿ ਸਟੇਟ ਗੌਰਮੈਂਟ ਦੀਆਂ ਆਪ ਦੀਆਂ ਪਾਲਿਸੀ ਪਿਛਲੇ ਟਾਈਮ ਤੋਂ ਜਾਂ ਕਾਂਗਰਸ ਦੀਆਂ ਇੱਦਾਂ ਰਹੀਆਂ, ਉਹ ਜੇ ਹੁਣ ਉਹ ਕਰ ਵੀ ਰਹੀ ਆ ਤਾਂ ਉਹਦਾ ਇੱਕ ਦੋਹਰਾ ਮਾਪਦੰਡ, ਮੈਨੂੰ ਲੱਗਦਾ ਦੋਹਰਾ ਰੂਪ, ਇੱਕ ਡਬਲ ਫੇਸ ਸਾਹਮਣੇ ਆ ਜਾਂਦਾ ਹੈ ਕਿਸੇ ਵੀ ਸਰਕਾਰ ਦਾ, ਜਿਹਨੇ ਉਹਨੇ ਪਹਿਲੇ ਟਾਈਮ 'ਚ ਕੀਤੇ। ਉਹਨੇ ਮੈਨੂੰ ਲੱਗਦਾ ਕਿ ਕਾਂਗਰਸ ਦਾ ਹੀ ਇੱਕ ਤਰੀਕੇ ਨਾਲ ਇਸ ਸਾਰੇ ਬਿੱਲਾਂ ਦਾ ਜਿਹੜਾ ਮੋਢੀ ਅਸੀਂ ਕਹਿ ਲਈਏ ਤਾਂ ਉਹ ਕਾਂਗਰਸ ਹੀ ਹੈਗੀ ਆ ਪਾਰਟੀ। ਹੁਣ ਇਸ ਟਾਈਮ ਆਪਾਂ ਦੇਖਦੇ ਹਾਂ ਕਿਸ ਤਰੀਕੇ ਨਾਲ ਅੱਗੇ ਵੱਧਦਾ। ਬਿਲਕੁਲ। ਸੋ ਬੇਅੰਤ ਸਿੰਘ ਜੀ, ਹੁਣ ਤੁਹਾਡੇ ਕਮੈਂਟ ਲੈਣੇ ਚਾਹਾਂਗੇ। ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਪਿੱਛੇ ਥੋੜ੍ਹਾ ਜਿਹਾ, ਜੇ ਵੈਸੇ ਤੁਸੀਂ ਭੂਮਿਕਾ ਦੇ ਰੂਪ ਦੇ ਵਿੱਚ ਆਪਣੇ ਕੋਈ ਕਮੈਂਟ ਦੇਣਾ ਚਾਹੋ ਤਾਂ ਬਹੁਤ ਵਧੀਆ। ਅਦਰਵਾਈਜ਼ ਆਪਾਂ ਜੇ ਪੰਜਾਬ ਦੇ ਜਿਹੜੇ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਮੌਜੂਦਾ ਜਿਹੜੇ ਕਾਂਗਰਸ ਦੇ ਰਿਪਰੈਜ਼ੈਂਟੇਟਿਵ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਇੱਕ ਜਿਹੜੇ ਇਹ 3 ਬਿੱਲ ਪਾਸ ਕੀਤੇ ਆ, ਪੇਸ਼ ਕੀਤੇ ਆਈ ਮੀਨ, ਜੋ ਸੈਂਟਰ ਗੌਰਮੈਂਟ ਦੇ ਬਿੱਲਾਂ ਦੇ ਕਾਨੂੰਨਾਂ ਦੇ ਅਗੇਂਸਟ। ਦੱਸੋ ਥੋੜ੍ਹਾ ਜਿਹਾ ਇਹ ਕੀ ਪਿੱਠ ਭੂਮੀ ਕੀ ਹੈ ਤੇ ਕਿਵੇਂ ਇਹ ਟੈਕਨੀਕੈਲਿਟੀਜ਼ ਕੀ ਨੇ ਕਾਨੂੰਨੀ ਤੌਰ ਦੇ ਉੱਤੇ, ਕੀ ਇਸ ਤਰ੍ਹਾਂ ਪੋਸੀਬਲ ਹੁੰਦਾ ਹੈ ਜਾਂ ਅੱਗੇ ਕੀ ਹੋ ਸਕਦਾ? ਜੀ ਪਹਿਲਾਂ ਤਾਂ ਹਰਜਿੰਦਰ ਜੀ ਇਹ ਮੈਂ ਦੱਸਦਾ ਵੀ 3 ਬਿੱਲ ਨਹੀਂ ਹੈਗੇ, ਬਿੱਲ 4 ਨੇ ਇਹ। ਤੇ ਅੱਜ ਵਾਲੇ ਜਿਹੜੇ
ਹਾਂਜੀ, ਅੱਜ 4 ਬਿੱਲ ਪਾਸ ਹੋਏ ਨੇ ਤੇ ਇੱਕ ਮਤਾ ਪਾਸ ਕੀਤਾ ਗਿਆ ਹੈਗਾ ਅਸੈਂਬਲੀ ਦੇ ਵਿੱਚ। ਠੀਕ ਹੈ, ਸੌਰੀ। ਇੱਕ 3 ਖੇਤੀ ਨਾਲ ਸੰਬੰਧਿਤ ਨੇ, ਚੌਥਾ ਵੀ ਖੇਤੀ ਨਾਲ ਸੰਬੰਧਿਤ ਹੈਗਾ। ਉਹ ਨਾ ਕੋਡ ਆਫ ਸਿਵਲ ਪ੍ਰੋਸੀਜਰ ਜਿਹੜਾ ਐਕਟ ਹੈਗਾ 1908 ਦਾ, ਉਹਦੇ 'ਚ ਨਾ ਸੈਕਸ਼ਨ 60 ਧਾਰਾ ਹੈਗੀ, ਉਹਦੇ 'ਚ ਅਮੈਂਡਮੈਂਟ ਕੀਤੀ ਗਈ ਹੈਗੀ। ਅਮੈਂਡਮੈਂਟ ਬਿੱਲ ਹੈ ਜਿਹੜਾ ਉਹ ਲੈ ਕੇ ਆਏ ਨੇਗੇ। ਇਹ ਵੀ ਜਿਹੜੇ ਹੈਗੇ ਨੇਗੇ ਪੰਜਾਬ ਨੇ ਤੇ 3 ਇਹ ਬਿੱਲ ਪਾਸ ਕੀਤੇ ਨੇਗੇ ਤੇ ਨਾਲ ਉਹ ਵੀ ਬਿੱਲ ਹੈ ਜਿਹੜਾ ਬਿੱਲ ਦੇ ਰੂਪ 'ਚ ਪਾਸ ਕੀਤਾ ਹੈਗਾ। ਉਹ ਮੈਂ ਤੁਹਾਨੂੰ ਦੱਸੂਗਾ, ਉਹਦੇ ਤੇ ਆਪਾਂ ਬਾਅਦ 'ਚ ਆਉਂਦੇ ਹਾਂ ਚੌਥੇ ਦੇ ਉੱਤੇ। ਜਿਹੜੇ ਤੁਸੀਂ ਗੱਲ ਕੀਤੀ ਹੈ, ਜਿਹੜੇ ਇਹ ਬਿੱਲ ਪਾਸ ਹੋਏ ਨੇਗੇ 3 ਨੇ ਜਿਹੜੇ, ਇੱਕ ਤਾਂ ਇਹ ਆ ਵੀ ਇਹ 3 ਦੇ ਨਾਮ ਉਹੀ ਨੇਗੇ ਜਿਹੜੇ ਕੇਂਦਰ ਸਰਕਾਰ ਨੇ 3 ਬਿੱਲ ਨੇ ਜਿਹੜੇ ਉਹ ਪਾਸ ਕੀਤੇ ਨੇਗੇ। ਯਾਨੀ ਕਿ ਉਹਨਾਂ ਬਿੱਲਾਂ ਦੇ ਅਗੇਂਸਟ ਬਿਲਕੁਲ ਉਵੇਂ ਦੇ ਉਹਨਾਂ ਬਿੱਲਾਂ ਦੇ ਵਿੱਚ ਵੀ ਅਸੀਂ ਇਹ ਸੋਧ ਬਿੱਲ ਨੇ, ਇਹਨਾਂ ਨੇ ਪੰਜਾਬ ਸਪੈਸ਼ਲ ਸੋਧ ਬਿੱਲ ਇਹਨਾਂ ਨੂੰ ਕਿਹਾ 3 ਨੂੰ ਹੀ। ਠੀਕ ਹੈ, ਜੇ ਤੁਸੀਂ ਉਹ ਪੜ੍ਹੋਗੇ ਤਾਂ ਉਹਦੇ ਤੇ ਲਿਖਿਆ ਹੋਇਆ ਸਪੈਸ਼ਲ ਸੋਧ ਬਿੱਲ ਪੰਜਾਬ। ਉਹਦੇ 'ਚ 3 ਜਿਹੜੇ ਇਹ ਹੈਗੇ ਨੇਗੇ ਕਿ ਜਿਵੇਂ ਪਹਿਲਾ ਹੀ ਬਿੱਲ ਸੀ ਜਿਹੜਾ ਉਹਨਾਂ ਨੇ ਜਿਹੜਾ ਕਿਸਾਨ ਵਪਾਰ ਅਤੇ ਵਣਜ ਦੀਆਂ ਵਿਸ਼ੇਸ਼ ਵਿਵਸਥਾਵਾਂ ਤੇ ਪੰਜਾਬ ਸੋਧ ਬਿੱਲ 2020, ਜਿਹਦੇ 'ਚ ਉਹਨਾਂ ਦੇ ਜਿਹ 'ਚ ਰੌਲਾ ਪੈਂਦਾ ਹੈਗਾ ਕਿ MSP ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਖਤਮ ਕਰਤਾ ਸੀਗਾ ਤੇ ਅਸੀਂ ਆ ਜਿਹੜਾ MSP ਹੈ ਜਿਹੜਾ ਜੇ ਕੋਈ ਨਹੀਂ ਦੇਊਗਾ ਤਾਂ ਉਹਦੇ 'ਚ ਇਹਨਾਂ ਨੇ ਪ੍ਰੋਵੀਜ਼ਨ ਰੱਖੀ ਹੈ ਘੱਟੋ ਘੱਟ 3 ਸਾਲ ਦੀ। ਠੀਕ ਹੈ ਜੀ, ਕਿਉਂਕਿ ਪਹਿਲਾਂ ਮੈਂ ਇਹ ਦੱਸਦਾ, ਕਿਉਂਕਿ ਜਿਹੜਾ ਉਹ ਕੇਂਦਰ ਸਰਕਾਰ ਦਾ ਬਿੱਲ ਸੀ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਠੀਕ ਹੈ, ਜਿਹੜੀਆਂ ਤੁਹਾਡੀਆਂ ਪਹਿਲੀਆਂ ਮਾਰਕੀਟ ਕਮੇਟੀਆਂ ਹੈਗੀਆਂ ਨੇ, ਜਿਹੜਾ ਆਪਾਂ APMC ਦਾ ਰੌਲਾ ਜਿਹੜਾ ਪਿਆ ਹੋਇਆ ਹੈਗਾ ਵੀ ਉਹ ਭਾਵੇਂ ਉਵੇਂ ਰਹਿਣਗੀਆਂ, ਪਰ ਉਦੋਂ ਬਾਹਰ ਨੇ ਜਿਹੜੀਆਂ ਕੰਪਨੀਆਂ ਜਾਂ ਕੋਈ ਵੀ ਵਪਾਰੀ ਉੱਥੇ ਆ ਕੇ ਉਹਨੇ ਸਿਰਫ ਪੈਨ ਕਾਰਡ ਦਿਖਾਉਣ ਦੀ ਲੋੜ ਪਊਗੀ, ਉਹ ਕੋਈ ਵੀ ਟੈਕਸ ਨਹੀਂ ਦੇਊਗਾ ਜੀ। ਉਹਨੂੰ ਕੋਈ ਵੀ ਸਟੇਟ ਸਰਕਾਰ ਤੋਂ ਹੈ ਜਿਹੜਾ ਪਹਿਲਾਂ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈਗੀ ਤੇ ਉਹ ਉੱਥੇ ਆ ਕੇ ਉਹ ਖਰੀਦ ਸਕਦਾ ਹੈਗਾ ਤੇ ਉਹ ਆਪਣੀ ਮਰਜ਼ੀ ਦੇ ਰੇਟ ਮੁਤਾਬਕ ਵੀ ਹੈ ਜਿਹੜਾ ਉਹ ਖਰੀਦ ਸਕਦਾ ਹੈਗਾ। ਇੱਕ ਤਾਂ ਇਹ ਸੀ ਉਹਦੇ 'ਚ। ਇਹਦੇ 'ਚ ਪੰਜਾਬ ਸਰਕਾਰ ਨੇ ਇਹ ਕਿਹਾ ਹੈਗਾ ਕਿ ਅਸੀਂ ਕਿਸੇ ਨੂੰ ਵੀ ਇੱਥੇ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਨੂੰ ਇੱਥੇ ਖਰੀਦਣ ਨਹੀਂ ਦੇਵਾਂਗੇ। ਦੂਸਰਾ, ਇੱਕ ਜਿਹੜਾ ਰੇਟ MSP ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਕੇਂਦਰ ਸਰਕਾਰ ਨਿਰਧਾਰਿਤ ਕਰੂਗਾ। ਇਹ 'ਚ ਪੰਜਾਬ ਸਰਕਾਰ ਨੇ ਨਹੀਂ ਕੋਈ ਕਿਹਾ ਹੈਗਾ ਵੀ ਪੰਜਾਬ ਸਰਕਾਰ ਕੋਈ ਨਿਰਧਾਰਿਤ ਕਰੂਗੀ MSP। ਇਹਦੇ 'ਚ ਇਹ ਚੀਜ਼ ਬੜੀ ਇੰਪੋਰਟੈਂਟ ਹੈ ਦੇਖਣ ਵਾਲੀ ਕਿ ਉਂਝ ਤਾਂ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਹੈਗਾ ਕਿ ਅਸੀਂ MSP ਦੇ ਉੱਤੇ ਖੜੇ ਆਂਗੇ, ਤਾਂ ਕੱਲ ਨੂੰ ਮੰਨ ਲਓ ਕੇਂਦਰ ਸਰਕਾਰ ਨੇ MSP ਨਿਰਧਾਰਿਤ ਨਾ ਕੀਤਾ, ਉਹ ਤਾਂ ਇਹਦੇ ਤੋਂ ਵੀ ਮੁੱਕਰ ਗਏ ਸੀਗੇ ਕਿ ਅਸੀਂ ਜਿਹੜੀਆਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈ, ਜਦੋਂ ਕੋਰਟ ਦੇ ਵਿੱਚ ਗਏ ਕਿਸਾਨ ਇਕੱਠੇ ਹੋ ਗਏ ਤਾਂ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਨਹੀਂ ਲਾਗੂ ਕਰ ਸਕਦੇ। ਤਾਂ ਕੱਲ ਨੂੰ ਜੇਕਰ MSP ਕੇਂਦਰ ਸਰਕਾਰ ਨੇ ਨਿਰਧਾਰਿਤ ਨਹੀਂ ਕੀਤਾ ਤਾਂ ਇਹ ਬਿੱਲ ਹੈ ਜਿਹੜਾ ਅੱਜ ਅਮਰਿੰਦਰ ਸਿੰਘ ਨੇ ਪਾਸ ਕਰਿਆ ਹੈਗਾ, ਇਹ ਬਿੱਲ ਦੇ ਉੱਤੇ ਚੁੱਪ ਹੈ। ਤੋ ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਇਹਦੇ 'ਚ ਹੈਗੀ। ਤੋ ਇਹਦੇ 'ਚ ਕਈ ਗੈਪ, ਇਹ 3 ਬਿੱਲਾਂ ਦੇ ਵਿੱਚ ਬਹੁਤ ਸਾਰੇ ਗੈਪ ਨੇ। ਮੈਂ ਬਾਰ-ਬਾਰ ਇਹਦੇ ਤੇ ਨੰਬਰ ਵਾਈਜ਼ ਹੈ ਜਿਹੜਾ ਗੱਲ ਕਰੂੰਗਾ। ਦੂਸਰਾ ਹੈਗਾ ਕਿ ਜਿਹੜਾ 3 ਸਾਲ ਦੀ ਇਹ ਪ੍ਰੋਵੀਜ਼ਨ ਵਾਲਾ ਜਿਹੜਾ ਹੈਗਾ ਕਿ ਉਹ ਸਜ਼ਾ ਜਿਹੜੀ ਦੇਊਗੀ, ਜਿਉਂ ਕਿ ਉਹਦੇ 'ਚ ਸਰਕਾਰ ਨੇ ਪਹਿਲੇ ਬਿੱਲ 'ਚ ਇਹ ਕਿਹਾ ਸੀਗਾ ਕਿ ਸਰਕਾਰ ਕੋਈ ਵੀ ਜਿਹੜਾ ਦੂਜਾ ਬਿੱਲ ਆਉਂਦਾ ਇਹਦੇ ਨਾਲ, ਜਿਹਨੂੰ ਕਹਿੰਦੇ ਨੇ ਜਿਹੜਾ ਕੰਟਰੈਕਟ ਫਾਰਮਿੰਗ ਦੇ ਨਾਲ ਜੁੜਿਆ ਹੋਇਆ ਹੈਗਾ, ਤੇ ਉਹ ਕੰਟਰੈਕਟ ਫਾਰਮਿੰਗ ਦੇ ਵਿੱਚ ਇਹ ਸੀਗਾ ਕਿ ਕਿਸਾਨ ਦਾ ਮੰਨ ਲਓ ਕਿਸੇ ਕੰਪਨੀ ਦੇ ਨਾਲ, ਕਿਸੇ ਵਪਾਰੀ ਦੇ ਨਾਲ ਜਾਂ ਕਿਸੇ ਆੜ੍ਹਤੀਏ ਦੇ ਨਾਲ ਰੌਲਾ ਪੈਂਦਾ ਤਾਂ ਉਹ ਸਿੱਧਾ SDM ਦੇ ਕੋਲੇ ਜਾ ਸਕਦਾ, ਉਹ ਅਦਾਲਤ 'ਚ ਨਹੀਂ ਜਾ ਸਕਦਾ, ਜਾਂ ਫਿਰ ਉਹ ਜਿਹੜਾ ਡਿਸਟ੍ਰਿਕਟ ਕਲੈਕਟਰ ਹੈ ਉਹਦੇ ਕੋਲੇ ਆਪਦੀ ਸ਼ਿਕਾਇਤ ਦੇ ਸਕਦਾ ਹੈ। ਠੀਕ ਹੈ ਜੀ, ਇਹਦੇ 'ਚ ਇਹ ਕਰਿਆ ਹੈਗਾ ਕਿ ਨਹੀਂ, ਉਹ ਜੇ ਉਹਦਾ ਰੌਲਾ ਪੈਂਦਾ ਹੈਗਾ ਕਿਸਾਨ ਦਾ ਜਾਂ ਜਿਹਨੇ ਕੋਈ ਉਪਜ ਹੈ ਜਿਹੜੀ ਉਹ ਪੈਦਾ ਕੀਤੀ ਹੈ, ਕਿਸੇ ਵੀ ਕਿਸਮ ਦਾ ਕੰਟਰੈਕਟ ਹੈਗਾ, ਤਾਂ ਉਹ ਅਦਾਲਤ ਦੇ ਵਿੱਚ ਜਿਹੜਾ ਉਹ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਆਪਣੇ ਬਿੱਲ ਦੇ ਵਿੱਚ ਇਹ ਕਿਹਾ ਕੰਟਰੈਕਟ ਫਾਰਮਿੰਗ ਵਾਲੇ ਦੇ ਵਿੱਚ। ਪਰ ਹੁਣ ਇੱਥੇ ਇਹ ਹੈ ਵੀ ਮੰਨ ਲਓ ਅਦਾਲਤ ਦੇ ਵਿੱਚ ਉਹ ਚਲਾ ਗਿਆ ਕਿਸਾਨ ਤੇ ਉੱਥੇ ਉਹਦਾ 2 ਸਾਲ 3 ਸਾਲ 5 ਸਾਲ ਕੇਸ ਚੱਲਦਾ ਰਿਹਾ, ਲਟਕਦਾ ਰਿਹਾ, ਜੋ ਉਹਦਾ ਕੰਟਰੈਕਟ ਤੈਅ ਹੋਇਆ ਸੀ, ਤਾਂ ਉਹਦੇ 5 ਸਾਲਾਂ ਦੇ ਹਰਜਾਨੇ ਦਾ ਸਰਕਾਰ ਹੈ ਜਿਹੜਾ ਉਸਨੂੰ ਕੀ ਦੇਊਗੀ? ਉਹ 5 ਸਾਲ ਐਵੇਂ ਲਟਕਦਾ ਰਹੂਗਾ। ਤੇ ਪੰਜਾਬ ਦੀ 86% ਕਿਸਾਨੀ ਹੈ ਜਿਹੜੀ 86 ਪੁਆਇੰਟ ਜਿਹੜੀ ਲਗਭਗ 87 ਬਣਦੀ ਹੈ ਹੁਣ ਤਾਂ 86.90% ਜਿਹੜੀ ਕਿਸਾਨੀ ਹੈ ਉਹ ਮਾਰਜਨਲ ਕਿਸਾਨੀ ਹੈ, ਛੋਟੀ ਕਿਸਾਨੀ ਹੈ ਜਿਹੜੀ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਦੀ ਹੈ। ਜੇ 10 ਏਕੜ ਤੱਕ ਲਾ ਲਈਏ ਤਾਂ 90% ਕਿਸਾਨੀ ਬਣਦੀ ਹੈ। ਤੇ ਇਹ ਸਾਰੀ ਕਿਸਾਨੀ ਉਹ ਹੈ ਜਿਹੜੀ ਕਰਜ਼ੇ ਦੇ ਥੱਲੇ ਦੱਬੀ ਹੋਈ ਹੈ। ਜੇ ਐਗਰੀਕਲਚਰਲ ਯੂਨੀਵਰਸਿਟੀ ਦੇ ਜਿਹੜੇ ਅੰਕੜੇ ਨੇ ਤਾਂ ਜਿਹੜੇ ਕਰਜ਼ੇ ਦੇ ਥੱਲੇ ਦੱਬੇ ਹੋਏ ਨੇ ਤੇ ਉਹਦੀ ਫਸਲ ਦਾ ਰੌਲਾ ਪੈ ਗਿਆ
ਤੇ ਆਪਾਂ ਨੂੰ ਪਤਾ ਜੇ ਇੱਕ ਫਸਲ ਡੁੱਬ ਜੇ ਤਾਂ ਕਿਸਾਨ ਹੈ ਜਿਹੜਾ ਉਹ ਉਮਰ ਭਰ ਦੇ ਲਈ ਉਹਦਾ ਲੱਕ ਟੁੱਟ ਜਾਂਦਾ, ਡੁੱਬ ਜਾਂਦਾ ਉਹ, ਤੇ ਉਹ ਕਿਵੇਂ ਅਦਾਲਤ ਦੇ ਵਿੱਚ ਜਾਊਗਾ। ਤਾਂ ਇਹ ਬਿੱਲ ਦੇ ਵਿੱਚ ਉਦਾਂ ਦਾ ਕੋਈ ਵੀ ਪ੍ਰਾਵਧਾਨ ਜਾਂ ਉਦਾਂ ਦੀ ਪ੍ਰੋਵੀਜ਼ਨ ਇਸ ਮਸਲੇ ਦੇ ਉੱਤੇ ਇਹ ਬਿੱਲ ਬਿਲਕੁਲ ਹੀ ਹੈ ਜਿਹੜਾ ਉਹ ਚੁੱਪ ਹੈ। ਦੂਸਰੀ ਇੱਕ ਹੋਰ ਗੜਬੜ ਹੈ ਕਿ ਇਹ ਅਮਰਿੰਦਰ ਸਿੰਘ ਨੇ ਜਿਹੜੇ ਪਹਿਲੇ ਬਿੱਲ ਦੀ ਮੈਂ ਗੱਲ ਕਰ ਰਿਹਾ ਸੀ ਉਹਦੇ 'ਚ ਇਹ ਹੈਗਾ ਕਿ ਸਿਰਫ ਇਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਕਣਕ ਤੇ ਝੋਨੇ ਦੇ ਉੱਤੇ MSP ਨਹੀਂ ਦੇਊਗਾ ਤਾਂ ਜਿਹੜਾ ਉਹਨੂੰ ਸਜ਼ਾ ਹੋਊ। ਇਹ ਦੋ ਫਸਲਾਂ ਸਪੈਸ਼ਲੀ ਲਿਖੀਆਂ ਗਈਆਂ ਵਿੱਚ। ਹਾਂ, ਦੋ ਫਸਲਾਂ ਲਿਖੀਆਂ ਗਈਆਂ ਨੇ, ਜਦੋਂ ਕਿ ਕੇਂਦਰ ਸਰਕਾਰ 22 ਫਸਲਾਂ ਦਾ MSP ਹੈ ਜਿਹੜਾ ਨਿਰਧਾਰਿਤ ਕਰਦੀ ਹੈ। ਹੁਣੀ ਦੇਖ ਲਓ ਮੱਕੀ ਦੀ ਜਿਹੜੀ ਕੀਮਤ ਹੈ MSP ਹੈ, ਮਿਨੀਮਮ ਸਪੋਰਟ ਪ੍ਰਾਈਜ਼ ਹੈ, ਉਹ 1880 ਰੁਪਏ ਜਿਹੜਾ ਉਹ ਤੈਅ ਹੋਇਆ MSP, ਤੇ ਉਹ 650 ਰੁਪਏ ਨੂੰ ਹੈ ਜਿਹੜਾ ਇਸ ਵਕਤ ਮੰਡੀਆਂ ਦੇ ਵਿੱਚ ਰੋਲਣ ਲੱਗ ਰਹੀ ਹੈ। ਇਹਦਾ ਮਤਲਬ ਜਿਹੜੇ ਮੱਕੀ ਬੀਜਦੇ ਨੇ, ਜਿਹੜੇ ਕੋਈ ਆਇਲ ਸੀਡ ਬੀਜਦੇ ਨੇ, ਜਿਹੜੇ ਕੋਈ ਸਬਜ਼ੀਆਂ ਬੀਜਦੇ ਨੇ, ਸੂਰਜਮੁਖੀ ਬੀਜਦੇ ਨੇ, ਉਹਨਾਂ ਦੇ ਉੱਤੇ ਜੇ ਉਹਨਾਂ ਦੀ ਲੁੱਟ ਹੋ ਰਹੀ ਹੈ ਉਹਦੇ ਤੇ ਅਮਰਿੰਦਰ ਸਿੰਘ ਉਹ ਠੀਕ ਹੈ ਵੀ ਉਹ ਹੋਈ ਜਾਣ ਦਿਓ। ਇਕੱਲਾ ਕਣਕ ਤੇ ਝੋਨੇ ਵਾਲਾ ਜਿਹੜਾ ਮਤਲਬ ਕਿ ਉਹਦੇ ਤੇ ਅਸੀਂ ਸਜ਼ਾ ਦੇਵਾਂਗੇ, ਬਾਕੀ ਤੇ ਨਹੀਂ ਦਿੰਦੇ, ਬਾਕੀ ਲੁੱਟ ਲਓ ਕਿਸਾਨ ਨੂੰ, ਉਹਦੇ ਤੇ ਖੁੱਲੇ ਛੱਡ ਤੇ ਵਪਾਰੀ ਨੇ ਤੇ ਕੰਪਨੀਆਂ ਨੇ ਗੀਆਂ। ਪੰਜਾਬ ਦੇ ਕਿਸਾਨਾਂ ਦਾ ਗੰਨਾ ਜਿਹੜਾ ਉਹ ਜਿਹੜੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਵੱਲ ਸੈਂਕੜੇ ਕਰੋੜ ਰੁਪਈਆ ਪਿਛਲੇ ਸਾਲਾਂ ਦਾ ਅੜਿਆ ਪਿਆ ਹੈਗਾ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਵੱਲ, ਉਹ ਜਿਹੜਾ MSP ਤੇ ਉਹਨਾਂ ਨੇ ਵੇਚਿਆ ਹੋਇਆ ਹੈਗਾ। ਅੱਜ ਤੱਕ ਉਹਨਾਂ ਪੈਸਿਆਂ ਦਾ ਜਿਹੜਾ ਉਹਨਾਂ ਨੂੰ ਭੁਗਤਾਨ ਨਹੀਂ ਹੋਇਆ, ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਰਜ ਕਰਨ ਦੀ ਗੱਲ ਹੋ ਰਹੀ ਹੈ। ਤੋ ਇਹ ਇਕੱਲਾ ਇਹਦੇ 'ਚ ਇਹ ਚੀਜ਼ਾਂ ਕਈ ਚੀਜ਼ਾਂ ਨੇ ਜਿਹੜੀਆਂ ਇਹ ਗੜਬੜ ਵਾਲੀਆਂ ਨੇਗੀਆਂ। ਤੋ ਤੀਸਰੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜਾ ਤੀਜਾ ਹੈਗਾ ਕਿ ਜੇ ਕੋਈ ਕਿਸਾਨ ਹੈ ਜਿਹੜੀ ਉਹ ਆਪਣੀ ਚੀਜ਼ ਵੇਚਦਾ ਤਾਂ ਉਸ ਨੂੰ ਜਿਸ 'ਚ ਉਹਨੇ ਕਿਹਾ ਗਿਆ ਕਿ ਉਹਦੀ ਜਿਹੜੀ ਫਾਰਮ ਪ੍ਰੋਡਿਊਸ ਉਹਦੀ ਇੰਸ਼ੋਰੈਂਸ ਪ੍ਰਾਈਸ ਹੈ ਜਿਹੜਾ ਉਸ ਨੂੰ ਉਹ ਮਿਲੂਗਾ। ਇਹ ਵੀ ਹੈ ਜਿਹੜਾ ਕੇਂਦਰ ਸਰਕਾਰ ਨੇ 3 ਐਕਟ ਪਾਸ ਕੀਤੇ ਸੀਗੇ, ਉਹਦੇ ਬਦਲ ਵਜੋਂ ਹੈ ਜਿਹੜਾ ਉਹ ਲੈ ਕੇ ਆਂਦਾ ਹੈਗਾ ਕਿ ਤਾਂ ਜੋ ਉਹਨੂੰ MSP ਹੈ ਜਿਹੜਾ ਉਹ ਮਿਲਣਾ ਉਹਦੇ ਕਿਸ ਫਸਲ ਦਾ ਉਹ ਨਿਰਧਾਰਿਤ ਹੈ ਜਿਹੜਾ ਕੀਤਾ ਜਾ ਸਕੇ। ਤੋ ਇੱਕ ਤਾਂ ਜਿਹੜੀਆਂ ਇਹਦੇ 'ਚ ਚੀਜ਼ਾਂ ਨੇ ਜਿਹੜੀਆਂ ਹੈਗੀਆਂ ਨੇਗੀਆਂ, ਪਰ ਇੱਕ ਜਿਹੜੀ ਚੌਥੀ ਦੀ ਮੈਂ ਗੱਲ ਕਰਦਾ ਸੀਗਾ ਜਿਹੜਾ ਕੋਡ ਆਫ ਸਿਵਲ ਪ੍ਰੋਸੀਜਰ ਐਕਟ 1908 ਵਾਲਾ ਹੈਗਾ, ਉਹ ਹੈਗਾ ਗਾ ਕਿ ਕੋਈ ਵੀ ਪਹਿਲਾਂ ਇਹ ਸੀਗਾ ਕਿ ਜਿਵੇਂ ਕੋਈ ਆੜਤੀਏ ਜਾਂ ਕੋਈ ਕੰਪਨੀ ਕਿਸੇ ਤੋਂ ਜਾਂ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈਗਾ ਕਿਸੇ ਕਿਸਾਨ ਨੇ, ਤਾਂ ਉਹਦੀ ਜ਼ਮੀਨ ਦੀ ਕੁਰਕੀ ਹੈ ਜਿਹੜੀ ਹੋ ਜਾਂਦੀ ਸੀ, ਉਹ ਕੁਰਕੀ ਕਰ ਲੈਂਦੇ ਸੀ ਕੋਰਟ ਦੇ ਵਿੱਚ ਕੇਸ ਲਾ ਕੇ। ਤਾਂ ਇੱਕ ਇਹਦੇ 'ਚ ਸਪੈਸ਼ਲ ਪ੍ਰੋਵੀਜ਼ਨ ਹੈ ਜਿਹੜੀ ਲੈ ਕੇ ਆਏ ਨੇ ਕਿ 2.5 ਏਕੜ ਤੱਕ ਦੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਹੈ ਜਿਹੜੀ ਨਹੀਂ ਹੋਊਗੀ ਜੇ ਉਹ ਕਰਜ਼ਾ ਮੋੜਨ ਦੇ ਵਿੱਚ ਅਸਮਰਥ ਹੈ। ਠੀਕ ਹੈ, ਪਰ ਇਹਦੇ 'ਚ ਇੱਕ ਗੜਬੜ ਹੋ ਰਿਹਾ ਹਰਜਿੰਦਰ ਭਾਜੀ, ਉਹ ਇਹ ਹੈ ਕਿ ਉਹਦੇ 'ਚ ਜਿਹੜਾ ਕਾਨੂੰਨ ਹੈ ਕੋਡ ਆਫ ਸਿਵਲ ਪ੍ਰੋਸੀਜਰ ਐਕਟ ਹੈ, ਉਹਦੇ 'ਚ ਉਹਨਾਂ ਨੇ ਲਿਖਿਆ ਹੋਇਆ ਹੈਗਾ ਕਿ ਉਸ ਵਿਅਕਤੀ ਦੀ ਕੋਈ ਵੀ ਚੱਲ ਤੇ ਅਚਲ ਜਾਇਦਾਦ, ਠੀਕ ਹੈ, ਹੁਣ ਉਹਦੀ ਕੋਈ ਵੀ ਚੱਲ ਤੇ ਅਚਲ ਜਾਇਦਾਦ ਮੰਨ ਲਓ 2.5 ਏਕੜ ਹੈ, ਠੀਕ ਹੈ, 2.5 ਏਕੜ ਤੱਕ ਦਾ ਤੁਸੀਂ ਰੱਖ ਲਓ। ਮੰਨ ਲਓ ਜਿਹੜੇ 5 ਏਕੜ ਵਾਲੇ ਨੇ, 2.5 ਏਕੜ ਤੋਂ ਉੱਪਰ ਵਾਲੇ ਨੇ, 5 ਏਕੜ 6 ਏਕੜ 7 ਏਕੜ ਵਾਲੇ, ਉਹਦੀ ਤਾਂ ਕੁਰਕ ਹੋ ਜਾਊਗੀ ਫਿਰ, ਕਿਉਂਕਿ ਕੋਰਟ ਨੇ ਇਹ ਪੜ੍ਹਨਾ ਵੀ ਉਹ ਕਾਨੂੰਨ ਦੇ ਵਿੱਚ ਕੀ ਲਿਖਿਆ ਹੋਇਆ। ਦੂਸਰੀ ਜਿਹੜੀ ਚੱਲ ਤੇ ਅਚਲ ਜਾਇਦਾਦ ਵਾਲਾ ਹੈ, ਮੰਨ ਲਓ ਉਹਦਾ ਘਰ ਹੈ ਜਾਂ ਉਸ ਦੀ ਕੋਈ ਟਰੈਕਟਰ ਹੈ, ਉਹਦੀ ਕੋਈ ਗੱਡੀ ਹੈ, ਠੀਕ ਹੈ, ਬੈਂਕ ਕਹੂਗਾ ਜਾਂ ਕੋਈ ਕੰਪਨੀ ਕਹੂਗੀ ਅਸੀਂ ਇਹ ਕੁਰਕ ਕਰ ਲੈਂਦੇ ਹਾਂ। ਤੋ ਉਹਦੇ 'ਚ ਇਹ ਵੀ ਬੜੀ ਇਸ ਵੀ ਬੜੇ ਲੂਜ਼ ਪੋਲ ਨੇ। ਆਪਾਂ ਨੂੰ ਪਤਾ ਕਿ ਕਾਨੂੰਨਾਂ ਦੇ ਲੂਜ਼ ਪੋਲ ਨੇ ਜਿਹੜੇ ਉਹ ਹਮੇਸ਼ਾ ਜਿਹਦੀ 27-20 ਹੁੰਦੀ ਹੈ ਹਨਾ, ਉਹ ਤਕੜੇ ਦੇ ਵੱਲ ਹੈ ਜਿਹੜਾ ਉਹਦਾ ਝੁਕਾਅ ਜਿਹੜਾ ਹੋ ਜਾਂਦਾ ਹੈ। ਇਸ ਕਰਕੇ ਜਿਹੜੇ ਇਹ ਬਿੱਲ ਅੱਜ ਪੇਸ਼ ਤਾਂ ਇਹ ਕੀਤੇ ਨੇ ਇਸ ਤਰੀਕੇ ਦੇ ਨਾਲ ਕਿ ਦੇਖੋ ਅਸੀਂ ਕਿਸਾਨਾਂ ਦੀ ਹੱਕ ਦੇ ਵਿੱਚ ਹੈ ਜਿਹੜਾ ਉਹ ਕਰ ਰਹੇ ਹਾਂ, ਪਰ ਇਹਦੇ ਵਿੱਚ ਕਿਸਾਨਾਂ ਦਾ ਕੋਈ ਬਹੁਤਾ ਭਲਾ ਜਿਹੜਾ ਉਹ ਨਾ ਸੋਚਣ ਕਿ ਇਹਦੇ 'ਚ ਜਿਹੜੇ ਹੋ ਜਾਊਗਾ। ਤੇ ਜਿਹੜੀ ਇਸ ਦੀ ਅਗਲੀ ਜਿਹੜੀ ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਇਹਦੇ ਜਿਹੜੇ ਕਾਨੂੰਨੀ ਦਾਅ ਪੇਚ ਨੇ ਜਾਂ ਅੱਗੇ ਇਹ ਐਕਟ ਹੈ ਜਿਹੜਾ ਇਹ ਕਿਵੇਂ ਬਣ ਸਕਦਾ ਹੈਗਾ, ਇਹਦੇ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਦੋਸਤੋ ਮੈਂ ਦੁਬਾਰਾ ਦੱਸ ਦਿੰਦਾ ਕਿ ਸਮਾਂ ਇਸ ਵੇਲੇ 2:39 ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਬੇਅੰਤ ਸਿੰਘ ਹੋਰੀ ਤੇ ਨਾਲ JB ਅਟਵਾਲ ਹੋਰੀ ਪਟਿਆਲੇ ਤੋਂ ਸਾਡੇ ਨਾਲ ਇਸ ਖਾਸ ਗੱਲਬਾਤ ਦੇ ਵਿੱਚ ਜੁੜੇ ਹੋਏ ਆ। ਤੇ ਜਿਹੜੇ ਕਿਸਾਨਾਂ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਵਿੱਚ 3 ਬਿੱਲ ਪਾਸ ਕੀਤੇ ਗਏ ਆ, ਉਹਨਾਂ ਦੀ ਜੇ ਭੂਮਿਕਾ ਦੇ ਰੂਪ ਦੇ ਵਿੱਚ, ਉਹਨਾਂ ਦੇ ਹੈਡਿੰਗਸ ਦੇ ਰੂਪ ਦੇ ਵਿੱਚ ਥੋੜ੍ਹਾ ਜਿਹਾ ਇੱਕ ਵਾਰ ਮੈਂ ਫਿਰ ਰਿਪੀਟ ਕਰ ਦਿੰਦਾ ਕਿ ਉਹਦੇ 'ਚ ਕਿਹਾ ਗਿਆ ਪਹਿਲਾ ਨੰਬਰ ਜਿਹੜਾ ਬਿੱਲ ਹੈ
ਉਹਦੇ 'ਚ ਇਹ ਕਿਹਾ ਗਿਆ ਕਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਕਣਕ ਜਾਂ ਝੋਨੇ ਦੀ ਕੋਈ ਵੀ ਵਿਕਰੀ ਜਾਂ ਖਰੀਦਯੋਗ ਨਹੀਂ ਹੋਏਗੀ ਜਦ ਤੱਕ, ਮੈਂ ਦੁਬਾਰਾ ਪੜ੍ਹਦਾ ਜੀ, ਇਹ ਸੁਨਿਸ਼ਚਿਤ ਕਰਦਾ ਹੈ ਕਿ ਕਣਕ ਜਾਂ ਝੋਨੇ ਦੀ ਕੋਈ ਵੀ ਵਿਕਰੀ ਜਾਂ ਖਰੀਦਯੋਗ ਨਹੀਂ ਹੋਏਗੀ ਜਦ ਤੱਕ ਇਸ ਦੀ ਅਦਾ ਕੀਤੀ ਕੀਮਤ MSP ਦੇ ਬਰਾਬਰ ਜਾਂ ਵੱਧ ਨਹੀਂ ਹੁੰਦੀ। MSP ਤੋਂ ਘੱਟ ਖਰੀਦਣ ਵਾਲਾ ਕੋਈ ਵੀ ਹੋਵੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋਏਗੀ। ਅਤੇ ਬਿੱਲ ਨੰਬਰ 2 ਜਿਹੜਾ ਉਹ ਕਹਿੰਦਾ ਜੀ ਖਪਤਕਾਰਾਂ ਨੂੰ ਅਨਾਜ ਦੀ ਜਮ੍ਹਾਖੋਰੀ ਅਤੇ ਕਾਲਾ ਬਾਜ਼ਾਰੀ ਤੋਂ ਬਚਾਉਂਦਾ ਹੈ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਰੋਜ਼ੀ ਰੋਟੀ ਦੀ ਰੱਖਿਆ ਕਰਦਾ ਹੈ। ਅਤੇ ਤੀਸਰਾ ਬਿੱਲ ਕਹਿੰਦਾ ਜੀ ਕਿ ਬਿੱਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਖੇਤੀਬਾੜੀ ਸਮਝੌਤੇ ਤਹਿਤ ਕਣਕ ਅਤੇ ਝੋਨੇ ਦੀ ਕੋਈ ਵੀ ਖਰੀਦ ਜਾਂ ਵਿਕਰੀ MSP ਤੋਂ ਹੇਠਾਂ ਨਾ ਹੋਵੇ ਅਤੇ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਹੋਏਗੀ। ਸੋ ਜਿਹੜਾ ਇਹ ਬਿੱਲ 1 ਅਤੇ ਬਿੱਲ 3 ਹੈ, ਲਗਭਗ ਉਹਨਾਂ ਦੇ ਵਿੱਚ ਆਲਮੋਸਟ ਇੱਕੋ ਜਿਹੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਥੋੜ੍ਹਾ ਜਿਹਾ ਇਹਦੇ 'ਤੇ ਵੀ ਪੁਆਇੰਟ ਦੇਣਾ ਚਾਹੋ ਸਰ। ਬਿਲਕੁਲ ਉਹ ਇਹੀ ਹੈਗਾ ਕਿ ਜਿਹੜੇ ਪਹਿਲੇ ਤੇ ਤੀਜੇ ਦੀ ਤੁਸੀਂ ਗੱਲ ਕੀਤੀ ਹੈ ਵੀ ਆਲਮੋਸਟ ਇੱਕੋ ਜਿਹੀਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ, ਉਹਦੇ 'ਚ ਇਹੀ ਸੀਗਾ ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਮੰਨ ਲਓ ਕਿਸੇ ਨੂੰ ਕੋਈ ਮੁੱਲ ਮਿਲਦਾ ਹੈਗਾ MSP ਵਾਲਾ, ਕਿਸੇ ਨਾਲ ਉਹਦਾ ਕੰਟਰੈਕਟ ਹੁੰਦਾ ਹੈਗਾ, ਉਹ ਕੰਟਰੈਕਟ ਜੇ ਕੋਈ ਤੋੜਦਾ ਹੈਗਾ, ਕਿਉਂਕਿ ਉਹ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਨੇ ਬਿੱਲ ਲਿਆਂਦਾ ਸੀ ਨਾ, ਉਹ ਲਿਆਂਦਾ ਸੀ ਕੰਟਰੈਕਟ ਫਾਰਮਿੰਗ ਵਾਲਾ। ਉਹਦਾ ਪੂਰਾ ਨਾਮ ਹੈਗਾ ਗਾ ਕੰਟਰੈਕਟ ਫਾਰਮਿੰਗ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਸ ਐਂਡ ਫਾਰਮ ਇੰਸ਼ੋਰੈਂਸ ਐਂਡ ਸੌਰੀ ਮੈਂ ਅੱਗੇ ਥੋੜਾ ਜਿਹਾ ਇਹਦਾ ਨਾਮ ਹੈ ਜਿਹੜਾ ਭੁੱਲ ਗਿਆ, ਫਾਰਮ ਅਮੈਂਡਮੈਂਟ ਬਿੱਲ 2020 ਇਹ ਲਿਆਂਦਾ ਸੀਗਾ। ਉਹਦੇ 'ਚ ਇਹੀ ਸੀਗਾ ਵੀ ਜੇ ਕੋਈ ਕੰਪਨੀ ਜਾਂ ਕੋਈ ਵਪਾਰੀ ਉਹ MSP ਤੋਂ ਘੱਟ ਰੇਟ ਦਿੰਦਾ ਤੇ ਉਹ ਕੰਟਰੈਕਟ ਉਹਨੂੰ ਤੋੜਦਾ ਤਾਂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ। ਤਾਂ ਉਹਦੇ ਬਦਲ ਵਜੋਂ ਆ ਜਿਹੜਾ ਇਹ ਜਿਹੜੇ ਤੁਸੀਂ ਕਿਹਾ ਵੀ 3 ਸਾਲ ਦੀ ਸਜ਼ਾ ਜਾਂ ਉਹਨਾਂ ਨੇ ਮਿਨੀਮਮ ਰੱਖਿਆ ਜੇ ਸ਼ਬਦ ਵਰਤੇ ਆ, ਮਿਨੀਮਮ 3 ਈਅਰ ਯਾਨੀ ਕਿ 3 ਸਾਲ ਤੋਂ ਵੱਧ ਵੀ ਹੈ ਨਾ, ਘੱਟੋ ਘੱਟ 3 ਸਾਲ। ਉਹ ਤਾਂ ਕਰਕੇ ਆ ਜਿਹੜਾ ਇਹ ਇੱਕ ਦੂਜੇ ਦੇ ਨਾਲ ਆਪਾਂ ਨੂੰ ਲੱਗਦਾ ਵੀ ਮੇਲ ਖਾਂਦੇ ਨੇ, ਪਰ ਉਹ ਇਸ ਕਰਕੇ ਲਿਆਂਦਾ ਕਿਉਂਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹਦੇ ਤੇ ਸਿਰਫ ਉਹਦੇ ਤੇ ਕੋਈ ਵੀ ਅਦਾਲਤ 'ਚ ਨਹੀਂ ਜਾ ਸਕਦਾ। ਕੰਪਨੀ ਬੇਸਿਕਲੀ ਤਾਂ ਉਹ ਕੰਪਨੀਆਂ ਨੂੰ ਬਚਾਉਣ ਵਾਸਤੇ ਦੀ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਖੇਤੀਬਾੜੀ ਦੇ ਵਿੱਚ ਇੰਟਰ ਹੈ ਜਿਹੜਾ ਉਹ ਕਰਵਾਉਣਾ ਚਾਹੁੰਦੀ ਹੈਗੀ ਕੇਂਦਰ ਸਰਕਾਰ ਹੈ ਜਿਹੜਾ, ਯਾਨੀ ਕਿ ਜਿਹੜੇ ਫੂਡ ਜਿਹੜੇ ਪ੍ਰੋਡਕਟ ਨੇਗੇ। ਤੋ ਇਹਦੀ ਬੈਕ ਦੇ ਵਿੱਚ ਬੜੀ ਵੱਡੀ ਇਹ ਨਹੀਂ ਹੈਗਾ ਕਿ ਕੰਪਨੀਆਂ ਖੇਤੀਬਾੜੀ ਦੇ ਵਿੱਚ ਨਹੀਂ ਹੈਗੀਆਂ ਵੱਡੀਆਂ, ਤਾਂ ਜੇ ਅਸੀਂ ਦੁਨੀਆ ਪੱਧਰ ਦੇ ਉੱਤੇ ਦੇਖੀਏ ਤਾਂ ਗੱਲ ਕਰੀਏ ਜਿਹੜਾ ਇਹ ਗ੍ਰੀਨ ਰੈਵੋਲੂਸ਼ਨ ਵਾਲਾ ਪ੍ਰੋਜੈਕਟ ਹੈਗਾ ਜਿਹੜਾ 1965 ਦੇ ਵਿੱਚ ਲਾਗੂ ਹੋਇਆ, ਇਹ ਅਮਰੀਕਾ ਦੀ ਉਹਨਾਂ ਦੀਆਂ ਜਿਹੜੀਆਂ ਫੂਡ ਏਜੰਸੀ ਸੀਗੀ, ਉਹਨਾਂ ਨੇ ਬਕਾਇਦਾ ਇਹ ਉਹਨਾਂ ਥਾਵਾਂ ਦੇ ਉੱਤੇ ਲਾਗੂ ਕਰਵਾਇਆ ਜਿੱਥੋਂ ਦੀ ਜ਼ਮੀਨ ਜਿਹੜੀ ਉਪਜਾਊ ਹੈ ਤੇ ਪਾਣੀ ਦੀਆਂ ਤੱਗੀਆਂ ਨੇ ਜਿਹੜੀਆਂ ਉੱਪਰ ਨੇ। ਇਹ ਇਕੱਲਾ ਪੰਜਾਬ ਨਹੀਂ, ਉੱਤਰੀ ਭਾਰਤ ਦੇ ਖਿੱਤੇ ਨੇ ਜਿਹੜੇ ਰਿਸਰਚ ਕਰਕੇ ਚੁਣੇ ਗਏ। ਜਿਹੜਾ ਮਹਾਰਾਸ਼ਟਰ ਦਾ ਖਿੱਤਾ ਜਿਹੜਾ ਉੱਥੇ ਸੰਤਰਾ ਬੈਲਟ ਦਾ ਜਿਹੜਾ ਜਿਹਨੂੰ ਕਿਹਾ ਜਾਂਦਾ ਉੱਥੇ ਉਹ ਗਵਾਏ ਗਏ। ਆਂਧਰਾ ਪ੍ਰਦੇਸ਼ ਦਾ ਹਿੱਸਾ ਜਿਹੜਾ ਉੱਥੇ ਗ੍ਰੀਨ ਰੈਵੋਲੂਸ਼ਨ ਕਰਵਾਇਆ ਗਿਆ। ਫਿਰ ਬੰਗਲਾਦੇਸ਼ ਹੈ, ਪਾਕਿਸਤਾਨ ਦਾ ਜਿਹੜਾ ਪੱਛਮੀ ਪੰਜਾਬ ਦਾ ਇੱਕ ਵੱਡਾ ਹਿੱਸਾ ਉਹ ਹੈਗਾ ਗਾ। ਇਸੇ ਤਰ੍ਹਾਂ ਜਿਹੜੇ ਬ੍ਰਾਜ਼ੀਲ ਹੈ ਜਿਹੜਾ ਉਹ ਹੈਗਾ, ਇੰਡੋਨੇਸ਼ੀਆ ਹੈਗਾ, ਸ਼੍ਰੀਲੰਕਾ ਹੈਗਾ। ਉਹਨਾਂ ਨੇ ਉਪਜਾਊ ਖਿੱਤੇ ਚੁਣ ਕੇ ਹੈ ਜਿਹੜਾ ਉੱਥੇ ਗ੍ਰੀਨ ਰੈਵੋਲੂਸ਼ਨ ਕਰਵਾਏ। ਇਹ ਗ੍ਰੀਨ ਰੈਵੋਲੂਸ਼ਨ ਦੇ ਕਾਰਨ ਉਹ ਜਿਹੜਾ ਕਾਰਪੋਰੇਟ ਮਾਡਲ ਸੀਗਾ ਉਹਦੇ ਕਾਰਨ ਪੰਜਾਬ ਦਾ ਕਿਸਾਨੀ ਸੰਕਟ ਹੈ। ਉਹ ਕਿਸਾਨੀ ਸੰਕਟ ਨੂੰ ਹੋਰ ਗਹਿਰਾ ਕਰਨ ਦੇ ਲਈ, ਇਹਦੇ ਚੋਂ ਕਿਸਾਨਾਂ ਨੂੰ ਹੋਰ ਜ਼ਿਆਦਾ ਬਾਹਰ ਕੱਢਣ ਦੇ ਲਈ ਇਹ ਐਕਟ ਹੈ ਜਿਹੜਾ ਉਹ ਲੈ ਕੇ ਆਏ ਨੇ, ਤਾਂ ਜੋ ਪਹਿਲਾਂ ਉਹਨਾਂ ਨੇ ਕੰਪਨੀਆਂ ਨੇ ਹੋਰ ਬਹੁਤ ਜ਼ਿਆਦਾ ਮੁਨਾਫਾ ਜਿਹੜਾ ਇਹਦੇ ਚੋਂ ਕਮਾਇਆ ਹੈਗਾ ਤੇ ਉਹ ਮੁਨਾਫਿਆਂ ਦੀ ਦਰ ਨੂੰ ਹੋਰ ਜ਼ਿਆਦਾ ਜਿਹੜਾ ਵਧਾਇਆ ਜਾਵੇ। ਇੱਕ ਤਾਂ ਇਹ ਚੀਜ਼ ਹੈ ਜਿਹੜੀ ਇਹ ਹੈਗੀ। ਸੋ ਉਸ ਤੋਂ ਪਹਿਲਾਂ ਅਡਵਾਲ ਸਾਹਿਬ ਤੁਸੀਂ ਕੁਛ ਆਪਣੇ ਵੱਲੋਂ ਕੋਈ ਕਮੈਂਟ ਦੇਣਾ ਚਾਹੋ ਜਾਂ ਫਿਰ ਆਪਾਂ ਬੇਅੰਤ ਸਿੰਘ ਹੋਰਾਂ ਦੇ ਨਾਲ ਹੀ ਗੱਲਬਾਤ ਨੂੰ ਅੱਗੇ ਤੋਰੀਏ? ਹਾਂ ਨਹੀਂ ਬਿਲਕੁਲ, ਜਿੱਦਾਂ ਬੇਅੰਤ ਨੇ ਕਿਹਾ ਵੀ ਹੈ ਕਿ ਜਿਹੜਾ ਕਾਰਪੋਰੇਟ ਮਾਡਲ ਹੈ ਜਿਹੜਾ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਹੁਣ ਤੱਕ ਹੈਗਾ, ਪਹਿਲਾਂ ਵੀ ਸਾਡੀ ਕਈ ਵਾਰੀ ਚਰਚਾ ਹੋਈ ਸੀ, ਇਹਦੇ ਤੇ ਹੀ ਹੈ ਕਿ ਇਹ ਜਿਹੜਾ ਉਸ ਟਾਈਮ ਇੱਕ ਜਿਹੜਾ ਵੈਲ ਪਲੈਨਡ ਚੱਲਿਆ ਆ ਰਿਹਾ, ਤਾਂ ਉਹਦੇ ਵਿੱਚ ਜਿਹੜਾ ਸੋਨੇ ਤੇ ਸੁਹਾਗਾ ਜੇ ਪੋਜ਼ੀਟਿਵ ਜਾਂ ਨੈਗੇਟਿਵ ਗੱਲ ਕਰੀਏ ਤਾਂ ਜਿਹੜੇ ਆਹ ਬਿੱਲ ਹੈਗੇ ਨੇ ਕਿ ਸਿੱਧਾ ਹੀ ਕਾਰਪੋਰੇਟ ਤੁਹਾਡੇ ਆ ਜਾਵੇ ਘਰਾਂ 'ਚ ਹੈ ਨਾ, ਤਾਂ ਉਹ ਕਿਉਂਕਿ ਉਹਨਾਂ ਲਈ ਆਪਾਂ ਦੇਖਦੇ ਹਾਂ ਕਿ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਜਾਂ ਹੋਰ ਵੱਡੇ ਦੇਸ਼ਾਂ ਦੀ, ਤਾਂ ਉੱਥੇ ਇਹ ਮਾਡਲ ਜਾਂ ਯੂਰਪ ਦੀ ਗੱਲ ਕਰੀਏ ਤਾਂ ਫੇਲ ਹੋ ਚੁੱਕਾ ਹੈ। ਉਹ ਫੇਲ ਮਾਡਲ ਸਾਡੀ ਜਿਹੜੀ ਸੈਂਟਰਲ ਸਰਕਾਰ ਹੈ ਸਾਡੇ ਤੇ ਮਤਲਬ ਸਟੇਟਸ ਤੇ ਥੋਪ ਰਹੀ ਹੈ, ਤਾਂ ਉਹ ਆਪਣੇ ਆਪ ਦੇ ਵਿੱਚ
ਇੱਕ ਅਜਿਹੀ ਸੋਚੀ ਸਮਝੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਚਾਲ ਕਹਿ ਲਈਏ ਜਾਂ ਇੱਕ ਪ੍ਰੋਪੇਗੈਂਡਾ ਕਹਿ ਲਈਏ, ਉਹ ਚਲਾਇਆ ਜਾ ਰਿਹਾ। ਉਹ ਕਾਫੀ ਟਾਈਮ ਤੋਂ ਆ, ਪਰ ਹੁਣ ਜਿਸ ਤਰੀਕੇ ਨਾਲ ਜਥੇਬੰਦੀਆਂ ਇੱਕ ਲੋਕ ਲਹਿਰ ਬਣੀ ਹੋਈ ਆ ਪੰਜਾਬ ਦੇ ਵਿੱਚ, ਜਿਸ ਤਰੀਕੇ ਨਾਲ ਹਾਲੇ ਤੱਕ ਇਹ ਸੰਘਰਸ਼ ਚੱਲਿਆ ਆ, ਤਾਂ ਉਹਨੇ ਕਾਫੀ ਮੋੜ ਦਿੱਤੇ ਆ। ਔਰ ਮੈਨੂੰ ਲੱਗਦਾ ਕਿ ਜਿਹੜਾ ਅੱਜ ਵਿਧਾਨ ਸਭਾ ਵਿੱਚ ਹੋਇਆ ਇਹ ਕੁਛ ਵੀ ਨਹੀਂ ਆ। ਹਾਲੇ ਅਸਲੀ ਜਿਹੜਾ ਸੰਘਰਸ਼ ਆ ਇਹ ਤੋਂ ਬਾਅਦ ਸ਼ੁਰੂ ਹੋਣਾ। ਸਰਕਾਰਾਂ ਨੇ ਤਾਂ ਜੋ ਆਪਣੇ ਤਰੀਕੇ ਨਾਲ ਕਰਨਾ ਸੀ ਥੋੜਾ ਬਹੁਤ ਸੋਧ ਕਰਕੇ ਕਰ ਦਿੱਤਾ, ਪਰ ਜਿਹੜਾ ਅਸਲੀ ਜਿਹੜੀ ਲੜਾਈ ਆ ਉਹ ਵਿਧਾਨ ਸਭਾ ਤੋਂ ਬਾਅਦ ਜਿਹੜੇ ਲੋਕ, ਚਾਹੇ ਉਹ ਰੇਲਵੇ ਟਰੈਕਾਂ ਤੇ ਬੈਠੇ ਆ, ਚਾਹੇ ਉਹ ਪਲਾਜ਼ਿਆਂ ਦੇ ਅੱਗੇ ਬੈਠੇ ਆ ਨਾ, ਟੋਲ ਪਲਾਜ਼ਿਆਂ ਦੇ ਕਿਤੇ ਵੀ ਬੈਠੇ ਆ, ਲੜਾਈ ਅਸਲੀ ਉਹ ਲੜ ਰਹੇ ਆ। ਉਹਨਾਂ ਨੇ ਹੀ ਮਜਬੂਰ ਕੀਤਾ ਕਿ ਥੋੜਾ ਬਹੁਤ ਕੁਛ ਇਹ ਪੋਲੀਟੀਸ਼ੀਅਨ ਕਰਨ। ਮੈਨੂੰ ਲੱਗਦਾ ਕਿ ਹਾਲੇ ਆਉਣ ਵਾਲੇ ਦਿਨਾਂ 'ਚ ਦੇਖਣਾ ਪਊਗਾ ਕਿ ਕਿਸ ਤਰੀਕੇ। ਜੀ ਬੇਅੰਤ ਜੀ, ਤੁਸੀਂ ਕੁਛ ਐਡ ਕਰਨ ਲੱਗੇ ਸੀ? ਹਾਂ, ਅਟਵਾਲ ਭਾਜੀ ਜਿਹੜੇ ਕਹਿ ਰਹੇ ਸੀਗੇ ਗੱਲ ਕਿ ਅਸਲੀ ਹੈ ਜਿਹੜਾ ਲੜਾਈ ਹੈ ਜਿਹੜੀ ਉਹ ਹਜੇ ਜਿਹੜੀ ਹੋਰ ਲੰਬੀ ਹੈ ਜਿਹੜੀ ਚੱਲਣੀ ਹੈ। ਤੇ ਇਹਨਾਂ ਬਿੱਲਾਂ ਦੇ ਵਿੱਚ ਜਿਹੜੀ ਲੂਜ਼ ਪੋਲ ਦੀ ਗੱਲ ਵੀ ਹੈ ਜਿਹੜੀ ਉਹਨਾਂ ਨੇ ਕੀਤੀ, ਤੇ ਕਾਰਪੋਰੇਟ ਮਾਡਲ ਦੀ। ਕਿਉਂਕਿ ਮੈਂ ਇੱਥੇ ਇਹ ਗੱਲ ਹੈ ਜਿਹੜੀ ਜੋੜਨਾ ਚਾਹੂੰਗਾ ਅਟਵਾਲ ਭਾਜੀ ਦੀ ਗੱਲ ਨੂੰ ਅੱਗੇ ਵਧਾ ਕੇ, ਉਹ ਇਹ ਹੈਗਾ ਕਿ ਸਿਆਸੀ ਪਾਰਟੀਆਂ ਇਹਨਾਂ ਨੀਤੀਆਂ ਨੂੰ ਲੈ ਕੇ ਲਗਭਗ ਇੱਕੋ ਨੇ। ਕਿਉਂਕਿ ਇਹ ਜਿਹੜੀਆਂ ਇਹ ਲਾਗੂ ਹੋ ਰਿਹਾ, ਜਿਹੜੀ ਕਾਰਪੋਰੇਟ ਮਾਡਲ ਦੀ ਗੱਲ ਵੀ ਆਪਾਂ ਕੀਤੀ, ਜਿਹੜੀਆਂ ਇਹ ਨਿਊ ਲਿਬਰਲਿਜ਼ਮ ਵਾਲੀਆਂ ਪਾਲਿਸੀ ਨੇ ਉਹ 1990-91 ਦੇ ਵਿੱਚ ਲੈ ਕੇ ਆਉਣ ਵਾਲੀ ਹੀ ਕਾਂਗਰਸ ਹੈ। ਉਹ ਨਰਸਿਮਹਾ ਰਾਓ ਦੀ ਸਰਕਾਰ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸੀਗਾ ਭਾਰਤ ਸਰਕਾਰ ਦਾ, ਤੇ ਇਹਨੂੰ ਹੋਰ ਤੱਦੀ ਦੇ ਨਾਲ ਤਿੱਖੇ ਰੂਪ ਦੇ ਵਿੱਚ ਬੀਜੇਪੀ ਹੈ ਜਿਹੜਾ ਉਹ ਲਾਗੂ ਕਰ ਰਹੀ ਹੈ, ਅੱਗੇ ਲੈ ਕੇ ਜਾ ਰਹੀ ਹੈ। ਹੁਣ ਜਿਵੇਂ ਤੁਸੀਂ ਲਾ ਲਓ ਕਿ 2 ਅਕਤੂਬਰ ਸੱਦਾ ਦਿੱਤਾ ਸੀਗਾ ਕਾਂਗਰਸ ਨੇ, ਪ੍ਰਿੰਕਾ ਗਾਂਧੀ ਨੇ, ਕਿ 2 ਅਕਤੂਬਰ ਨੂੰ ਅਸੀਂ ਦਿੱਲੀ ਦਾ ਘਿਰਾਓ ਕਰਾਂਗੇ। ਸੱਦਾ ਦਿੱਤਾ ਸੀ ਇਹਨਾਂ ਨੇ ਉਦੋਂ ਜਦੋਂ ਟਰੈਕਟਰ ਮਾਰਚ ਇੱਥੇ ਕਰਨ ਆਇਆ ਸੀ ਰਾਹੁਲ ਗਾਂਧੀ। ਤਾਂ ਉਹ ਸੱਦਾ ਕਿੱਥੇ ਹੈ? ਠੀਕ ਹੈ। ਦੂਸਰੀ ਚੀਜ਼ ਇਹ ਹੈ ਕਿ ਪਹਿਲਾਂ ਆਪਾਂ ਬੀਜੇਪੀ ਅਕਾਲੀ ਦਲ ਦਾ ਤਾਂ ਆਪਾਂ ਨੇ ਦੇਖ ਲਿਆ। ਪੰਜਾਬ ਦੇ ਵਿੱਚ ਅੱਜ 4-5 ਪਾਰਟੀਆਂ ਨੇ ਜਿਹੜੀਆਂ ਉਹ ਵਿਧਾਨ ਸਭਾ ਦੇ ਵਿੱਚ ਆਪਣੇ ਹੈਗੇ ਨੇ, ਉਹਨਾਂ ਦੇ MLA ਨੇ। ਆਮ ਆਦਮੀ ਪਾਰਟੀ ਹੈ, ਫਿਰ ਅਕਾਲੀ ਦਲ ਹੈ, ਕਾਂਗਰਸ ਪਾਰਟੀ ਹੈ, ਲੋਕ ਇਨਸਾਫ ਪਾਰਟੀ ਹੈ, ਤੇ ਪੰਜਵੀਂ ਹੈਗੀ ਹੈ ਬੀਜੇਪੀ ਦੇ 2 MLA ਨੇ ਜਿਹੜੇ ਜਿੱਤੇ ਹੋਏ ਨੇ ਅਕਾਲੀ ਦਲ ਦੇ ਸਹਿਯੋਗ ਦੇ ਨਾਲ। ਬੀਜੇਪੀ ਵਾਲੇ 2 MLA ਆਏ ਨਹੀਂ ਅੱਜ, ਉਹ ਵਿਧਾਨ ਸਭਾ ਦੇ ਵਿੱਚ ਉਹ ਗੈਰ ਹਾਜ਼ਰ ਰਹੇ। ਸੋ ਉਹਨਾਂ ਨੇ ਸਾਫ਼ ਕਰਤਾ ਕਿ ਇਹ ਬੀਜੇਪੀ ਇਹਨਾਂ ਮਸਲਿਆਂ ਦੇ ਉੱਤੇ ਬਹਿਸ ਦੇ ਵਿੱਚ ਜਿਹੜਾ ਉਹ ਨਹੀਂ ਆਉਣਾ ਚਾਹੁੰਦੀ ਕਿਤੇ ਵੀ। ਹਾਲਾਂਕਿ ਉਹਨਾਂ ਨੂੰ ਇਹਨਾਂ ਅਦਾਰੇ ਦੇ ਵਿੱਚ ਆ ਕੇ, ਪੰਜਾਬ ਦੀ ਅਸੈਂਬਲੀ 'ਚ ਆ ਕੇ ਆਪਣੀ ਗੱਲ ਹੈ, ਚਾਹੇ ਉਹ ਸਹਿਮਤ ਸੀ, ਤੇ ਉਹਨਾਂ ਨੂੰ ਆਪਣੀ ਗੱਲ ਹੈ ਜਿਹੜੀ ਜ਼ਰੂਰ ਰੱਖਣੀ ਚਾਹੀਦੀ ਸੀਗੀ। ਦੂਸਰੀ ਚੀਜ਼ ਇਹ ਹੈਗੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਉਦੋਂ ਐਕਟਿਵ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸਾਨ, ਜੂਨ ਦੇ ਵਿੱਚ ਇਹ ਬਿੱਲ ਪ੍ਰਸਤਾਵਿਤ ਬਿੱਲ ਆਉਂਦੇ ਨੇ, ਜਦੋਂ ਇਹਨਾਂ ਬਿੱਲਾਂ ਨੂੰ ਪੜ੍ਹਿਆ ਜਾਂਦਾ ਹੈ, ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਨਾਲ ਦੀ ਨਾਲ ਸੰਘਰਸ਼ ਸ਼ੁਰੂ ਕਰਦੀਆਂ ਨੇਗੀਆਂ ਜਦੋਂ ਲੋਕਡਾਊਨ ਲੱਗਿਆ ਹੋਇਆ, ਤੇ ਉਹਨਾਂ ਦੇ ਉੱਤੇ ਪਰਚੇ ਦਰਜ ਹੁੰਦੇ ਨੇ ਜੀ। ਕੱਲ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਸੀ ਉੱਥੇ ਪੰਜਾਬ ਦੇ 3 ਕੈਬਨਿਟ ਮੰਤਰੀਆਂ ਦੇ ਨਾਲ, ਤ੍ਰਿਪਤਰਿੰਦਰ ਬਾਜਵਾ ਹੋਰਾਂ ਦੇ ਨਾਲ, ਉਦੋਂ ਉਹਨਾਂ ਨੇ ਇਹ ਮੰਗ ਵੀ ਉਹਨਾਂ 'ਚ ਸ਼ਾਮਲ ਕੀਤੀ ਹੋਈ ਸੀਗੀ ਕਿ ਜਿਹੜੇ ਕਿਸਾਨਾਂ ਦੇ ਉੱਤੇ, ਸਾਰੇ ਜਥੇਬੰਦੀਆਂ ਦੇ ਉੱਤੇ ਝੂਠੇ ਪਰਚੇ ਤੁਸੀਂ ਨੇ ਪਰਚੇ ਦਰਜ ਕੀਤੇ ਨੇ ਉਹ ਵਾਪਸ ਲਓ। ਤੇ ਉਹਨਾਂ ਨੇ ਕਿਹਾ ਕਿ ਅਸੀਂ ਦੀਵਾਲੀ ਤੱਕ ਹੈ ਜਿਹੜਾ ਇਹ ਪ੍ਰੋਸੀਜਰ ਹੈ ਜਿਹੜਾ ਸਾਰਾ ਸਮਾਪਤ ਕਰ ਦਾਂਗੇ। ਤੇ ਉਦੋਂ ਹੈ ਜਿਹੜਾ ਆਮ ਆਦਮੀ ਪਾਰਟੀ ਚੁੱਪ ਸੀ। ਹੁਣ ਇੱਕ ਜਿਹੜੀ ਇਸ ਦੀ ਸਿਆਸੀ ਜਿਹੜੀ ਸਿਆਸੀ ਇੰਪੋਰਟੈਂਟ ਹੈ ਅੱਜ ਵਾਲੇ ਜਿਹੜੇ ਪਾਸ ਹੋਏ ਆ ਅੱਜ ਬਿੱਲਾਂ ਵਾਲੀ, ਉਹਦੇ ਤੇ ਮੈਂ ਇੱਕ ਕਮੈਂਟ ਇਹ ਦੇਣਾ ਚਾਹੂੰਗਾ ਕਿ ਇਸ ਦੇ ਨਾਲ ਇਹ ਹੋ ਗਿਆ ਕਿ ਜਿਹੜੇ ਮੈਂ ਪਹਿਲਾਂ ਬਿੱਲਾਂ ਬਾਰੇ ਬੋਲਿਆ ਵੀ ਹੈ ਕਿ ਕੇਂਦਰ ਦੇ ਨਾਲ ਤੇ ਇਹ ਉਹਦੇ ਬਦਲ ਵਜੋਂ ਹੈ ਜਿਹੜਾ ਸੇਮ ਨਾਮ ਦੇ ਨਾਲ ਇਹ ਲੈ ਕੇ ਆਏ ਨੇ, ਉਹ ਇਹ ਹੈ ਕਿਉਂਕਿ ਇਹ ਫੈਡਰਲ ਢਾਂਚੇ ਦੇ ਉੱਤੇ ਬੀਜੇਪੀ ਹੈ ਜਿਹੜੀ ਉਹ ਸੱਟ ਮਾਰ ਰਹੀ ਹੈ ਲਗਾਤਾਰ। ਅੱਛਾ, ਇਸ ਤਰ੍ਹਾਂ ਬੇਅੰਤ ਭਾਈ ਪਹਿਲਾਂ ਇਹ ਦੱਸਿਓ ਕਿ ਇਸ ਤਰੀਕੇ ਨਾਲ ਸਰਕਾਰ ਸੂਬਾ ਪੱਧਰ ਦੇ ਉੱਪਰ ਆਪਣੇ ਬਿੱਲ ਇਸ ਤਰ੍ਹਾਂ ਪੇਸ਼ ਕਰਕੇ, ਪਾਸ ਕਰਕੇ, ਕੋਈ ਉਹਦਾ ਅਸਰ ਹੋ ਸਕਦਾ ਹੁੰਦਾ ਕਿ ਜਾਂ ਇਹ ਸਿਰਫ ਦਿਖਾਵਾ ਮਾਤਰ ਹੀ ਆ? ਦੇਖੋ, ਜੇ ਤਾਂ ਅਸੀਂ ਨੀਤੀਆਂ ਦੇ ਪੱਖ ਤੋਂ ਦੇਖੀਏ ਕਿ ਸਰਕਾਰ ਦੀਆਂ ਨੀਤੀਆਂ ਕੀ ਨੇਗੀਆਂ ਖੇਤੀਬਾੜੀ ਨੂੰ ਲੈ ਕੇ ਪਾਰਟੀਆਂ ਦੀਆਂ, ਠੀਕ ਹੈ, ਉਸ ਨਜ਼ਰੀਏ ਤੋਂ ਤਾਂ ਕਾਂਗਰਸ ਬੀਜੇਪੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਪਰ ਜੇ ਅਸੀਂ ਤਾਕਤਾਂ ਦੀ ਗੱਲ ਕਰੀਏ, ਕਿਉਂਕਿ ਆਪਾਂ ਇਹ ਕਹਿੰਦੇ ਆਂਗੇ ਕਿ 3 ਲਿਸਟਾਂ ਨੇਗੀਆਂ ਸਾਡੇ 'ਚ, ਇੱਕ ਸੈਂਟਰਲ ਲਿਸਟ ਹੈ, ਇੱਕ ਸਟੇਟ ਲਿਸਟ ਹੈ, ਇੱਕ ਕਨਕਰੈਂਟ ਲਿਸਟ ਹੈ, ਜਿਹਨੂੰ ਆਪਾਂ ਸਮਵਰਤੀ ਸੂਚੀ ਕਹਿੰਦੇ ਆਂਗੇ। ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਫੈਸਲੇ ਨੇ MSP ਨੂੰ ਛੱਡ ਕੇ ਬਾਕੀ ਦੇ ਕਿ ਕੰਟਰੈਕਟ ਹੈ ਜਿਵੇਂ, ਉਹ ਹੈ ਜਿਹੜਾ ਉਹ ਸਟੇਟ ਲਿਸਟ ਦੇ ਵਿੱਚ ਆਉਂਦਾ ਹੈਗਾ।
ਕੋਈ ਵੀ ਕੰਟਰੈਕਟ ਹੈ ਜਿਹੜਾ ਸਰਕਾਰ ਕਰੂਗੀ ਕਿਸੇ ਸਟੇਟ ਦੇ ਵਿੱਚ ਲਾਗੂ ਹੋਣਾ, ਉਹਦੇ 'ਚ ਸਟੇਟ ਤੋਂ ਪੁੱਛਣਾ ਜਿਹੜਾ ਉਹ ਜ਼ਰੂਰੀ ਹੈ। ਦੂਸਰਾ, ਖੇਤੀਬਾੜੀ ਦੇ ਨਾਲ ਸੰਬੰਧਿਤ MSP ਨੂੰ ਛੱਡ ਕੇ ਬਾਕੀ ਹੋਰ ਜਿਹੜੇ ਫੈਸਲੇ ਨੇ, ਕਿਉਂਕਿ ਮੈਂ ਪਹਿਲਾਂ ਕਿਹਾ ਕਿ ਇਹ ਫੈਡਰਲ ਢਾਂਚੇ ਦੇ ਖਿਲਾਫ ਜਿਹੜੀ ਇੱਕ ਲੜਾਈ ਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਦੇ ਨੇ ਜ਼ਰੂਰ ਹੈ ਜਿਹੜੀ ਉਹ ਦਿੱਤੀ ਹੈਗੀ ਇਕਮੁੱਠ ਹੋ ਕੇ। ਹੁਣ ਜਿਹੜਾ ਦਬਾਅ ਪਊਗਾ, ਜਿਵੇਂ ਛੱਤੀਸਗੜ੍ਹ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ, ਉੱਥੇ ਵੀ ਦਬਾਅ ਪਊਗਾ ਕਿ ਉੱਥੇ ਕਿਸਾਨ ਦਬਾਅ ਪਾਉਣਗੇ ਕਿ ਪੰਜਾਬ ਸਰਕਾਰ ਨੇ ਪਾਸ ਕਰਤਾ ਤੁਸੀਂ ਵੀ ਕਰੋ। ਰਾਜਸਥਾਨ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ, ਉੱਥੇ ਵੀ ਦਬਾਅ ਪਊਗਾ ਕਿ ਪੰਜਾਬ ਦੇ ਵਿੱਚ ਪਾਸ ਕਰਤਾ ਤੁਸੀਂ ਵੀ ਪਾਸ ਕਰੋ। ਹਰਿਆਣੇ ਦੇ ਵਿੱਚ ਦੁਸ਼ਯੰਤ ਚੌਟਾਲਿਆਂ ਦੇ ਬਾਰ ਮੂਹਰੇ ਕਿਸਾਨ ਬੈਠੇ ਨੇ ਪੱਕਾ ਮੋਰਚਾ ਲਾ ਕੇ, ਉਹਨਾਂ ਤੇ ਵੀ ਦਬਾਅ ਪਊਗਾ ਕਿ ਤੁਸੀਂ ਇਹ ਪਾਸ ਕਰਵਾਓ ਪਾਰਲੀਮੈਂਟ ਦੇ ਵਿੱਚ। ਭਾਵੇਂ ਉਹ BJP ਦੇ ਨਾਲ ਸਹਿਯੋਗੀ ਸਰਕਾਰ ਚਲਾ ਰਹੇ ਨੇ, ਪਰ ਉਹਨਾਂ ਨੂੰ ਇਹ ਦਬਾਅ ਤਾਂ ਬਣੂਗਾ ਨਾ ਹੁਣ ਕਿ ਜੇ ਪੰਜਾਬ ਪਾਸ ਕਰ ਸਕਦਾ ਤੁਸੀਂ ਵੀ ਕਰੋ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਹੈ ਜਿਹੜਾ ਹੈਗਾ ਗਾ, ਉੱਥੇ ਦਬਾਅ ਪਊਗਾ ਹੈ ਨਾ ਉੱਥੇ। ਇਸ ਕਰਕੇ ਇਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਇੱਕ ਜਿਹੜੀ ਫੈਡਰਲ ਢਾਂਚੇ ਵਾਲੀ ਜਿਹੜੀ ਲੜਾਈ ਸੀਗੀ ਉਸ ਨੂੰ ਬਲ ਹੈ ਜਿਹੜਾ ਉਹ ਅੱਜ ਵਾਲੇ ਜਿਹੜੇ ਬਿੱਲ ਨੇ ਉਹ ਜ਼ਰੂਰ ਦੇਣਗੇ। ਦੂਸਰੀ, ਤੁਸੀਂ ਨੇ ਕਿਹਾ ਕਿ ਜਿਹੜੇ ਅਸਰਦਾਇਕ ਨੇ ਜਿਹੜੇ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਨੇ, ਉਹ ਇਹ ਹੈ ਕਿ ਦੇਖੋ ਜਦੋਂ ਇਹ ਬਿੱਲ ਹੈ ਜਿਹੜਾ ਉਹ ਗਵਰਨਰ ਨੂੰ ਉਹਦੀਆਂ ਕਾਪੀਆਂ ਦੇ ਆਏ ਸਾਰੇ ਜਣੇ ਇਕੱਠੇ ਹੋ ਕੇ, ਗਵਰਨਰ ਇਸ ਨੂੰ ਰਾਸ਼ਟਰਪਤੀ ਦੇ ਕੋਲ ਭੇਜੂਗਾ ਕਿਸੇ ਨੇ ਜਦੋਂ, ਕਿਉਂਕਿ ਇਹ ਸੈਂਟਰ ਤੇ ਸਟੇਟ ਲਿਸਟ ਦੇ ਆਪਸੀ ਸਬੰਧਾਂ ਦਾ ਟਕਰਾਓ ਹੈ। ਇਸ ਕਰਕੇ ਇਹਦੇ ਤੇ ਰਾਸ਼ਟਰਪਤੀ ਹੈ ਜਿਹੜਾ ਉਹ ਕੋਈ ਸਿੱਧੀ ਆਪਣੇ ਤੌਰ ਦੇ ਉੱਤੇ ਕਾਰਵਾਈ ਨਹੀਂ ਕਰ ਸਕਦਾ। ਕਾਨੂੰਨ ਬਣਾਉਣ ਦੇ ਲਈ ਉਹ ਅਟਾਰਨੀ ਜਨਰਲ ਜਾਂ ਮਤਲਬ ਕਿ ਸੁਪਰੀਮ ਕੋਰਟ ਦੀ ਰਾਏ ਲਊਗਾ, ਠੀਕ ਹੈ, ਕਿਉਂਕਿ ਇਹ ਕੇਂਦਰ ਤੇ ਸਟੇਟ ਗਵਰਨਮੈਂਟ ਦੇ ਆਪਸੀ ਟਕਰਾਓ ਦਾ ਮਸਲਾ ਜਿਹੜਾ ਉਹ ਹੈਗਾ ਗਾ। ਤੋ ਇੱਕ ਤਾਂ ਇਹ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਕਿ ਇਹ ਬਿੱਲ ਕੋਈ ਜਿਹੜੇ ਤਾਂ ਕਿਸਾਨੀ ਮਸਲੇ ਖੇਤੀਬਾੜੀ ਸੰਕਟ ਨੂੰ ਲੈ ਕੇ ਦੇਖਣਾ ਹੋਵੇ ਫੇਰ ਤਾਂ ਇਹ ਬਿੱਲ ਉਵੇਂ ਦੇ ਰੱਦੀ ਜੇ ਬਿੱਲ ਨੇਗੇ, ਜਿਵੇਂ ਦਾ ਪੰਜਾਬ ਇਸ ਨੇ ਅਮਰਿੰਦਰ ਸਿੰਘ ਨੇ ਜਿਹੜਾ ਉਹ ਪਾਣੀ ਵਾਲੇ ਮਸਲੇ ਦੇ ਉੱਤੇ ਆ ਜਿਹੜਾ ਬਿੱਲ ਪਾਸ ਕੀਤਾ ਸੀਗਾ। ਪਾਣੀ ਤਾਂ ਉਵੇਂ ਜਾ ਰਿਹਾ ਪੰਜਾਬ ਦਾ, ਪਰ ਉਸ ਵੇਲੇ ਕਹਿ ਲਈਏ ਕਿ ਹੀਰੋ ਤਾਂ ਬਣ ਗਿਆ ਸੀ। ਉਹ ਅੱਜ ਵੀ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਵਿੱਚ ਕਿੰਨੇ ਕੁ ਕਾਂਗਰਸੀ ਜਿਹੜੇ MLA ਨੇ ਤੇ ਲੋਕ ਨੇ ਜਿਹੜੇ ਉਹ ਧਰਨਿਆਂ ਦੇ ਵਿੱਚ ਜਿਹੜਾ ਆ ਕੇ ਉਹ ਲੜ ਰਹੇ ਨੇਗੇ, ਕਿੰਨੇ ਕੁ ਜਿਹੜਾ ਮਤਲਬ ਕਿ ਦਿੱਲੀ ਦੇ ਵਿੱਚ ਉੱਥੇ ਬੈਠੇ ਹੈ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਹੋਰੀ ਬੈਠੇ ਨੇਗੇ, ਕਿੰਨੇ ਲੋਕ ਨੇ ਜਿਹੜੇ ਉਹਨਾਂ ਨੇ ਘੇਰ ਲਿਆ ਉਹਨਾਂ ਦੇ ਸੰਘਰਸ਼ ਦੇ ਵਿੱਚ ਜਿਹੜਾ ਉਹ ਆ ਗਏ ਹੁਣ ਸੜਕਾਂ ਦੇ ਉੱਤੇ ਆ ਗਏ ਹੁਣ। ਇਹ ਤਾਂ ਪੰਜਾਬ ਦੇ ਲੋਕਾਂ ਨੇ ਇੱਥੇ ਸੰਘਰਸ਼ ਕਰਕੇ, ਜਥੇਬੰਦੀਆਂ ਨੇ ਸੰਘਰਸ਼ ਕਰਕੇ ਮਜਬੂਰ ਕਰਿਆ ਹੈਗਾ ਕਿ ਪੰਜਾਬ ਦੇ ਵਿੱਚ ਇਹ ਬਿੱਲ ਨੇ ਜਿਹੜੇ ਇਹ ਪੰਜਾਬ ਦਾ ਮੁੱਖ ਮੰਤਰੀ ਅਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕਰੇ। ਇਹ ਜਥੇਬੰਦੀਆਂ ਦਾ ਦਬਾਅ ਹੈ। ਜਿਹੜੇ ਲੋਕਾਂ ਦੀਆਂ ਹੁਣ ਇਸ ਵੇਲੇ ਕਹਿ ਲਈਏ ਕਿ ਰੈਲੀਆਂ ਚੱਲ ਰਹੀਆਂ ਸੀ, ਵਿਰੋਧ ਚੱਲ ਰਿਹਾ ਸੀ, ਧਰਨੇ ਚੱਲ ਰਹੇ ਸੀ, ਉਹਨਾਂ ਦੇ ਉੱਪਰ ਹੁਣ ਇਹਦਾ ਕੀ ਅਸਰ ਹੋਏਗਾ? ਰਾਈਟ ਵੇ ਕੀ ਸੋਚਦੇ ਹੋ? ਦੇਖੋ, ਇੱਕ ਤਾਂ ਇਹ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹ ਬੜੇ ਸਿਆਣਪ ਦੇ ਨਾਲ ਤੇ ਸੰਜੀਦਗੀ ਦੇ ਨਾਲ ਤੇ ਬੜੇ ਸੁਚੱਜੇ ਢੰਗ ਦੇ ਨਾਲ ਇਸ ਅੰਦੋਲਨ ਨੂੰ ਲੜ ਰਹੇ। ਉਹਨਾਂ ਨੂੰ ਪਤਾ ਹੈਗਾ ਕਿ ਸਰਕਾਰਾਂ ਨੇ ਜਿਹੜੀਆਂ ਉਹ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ ਹਰੇਕ ਦੇ ਵਿੱਚੋਂ ਲਾਹਾ ਲੈਣ ਦੀ ਜਿਹੜੀ ਕੋਸ਼ਿਸ਼ ਕਰਦੀਆਂ ਨੇ ਹਮੇਸ਼ਾ। ਇੱਕ ਤਾਂ ਇਹ ਹੈਗਾ ਕਿ ਕਿਉਂਕਿ ਜੇ ਪੰਜਾਬ ਸਰਕਾਰ ਇੰਨੀ ਹਤੈਸ਼ੀ ਸੀ, ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕੱਲ ਮਿਲੀ ਤਾਂ 2017 ਦੇ ਵਿੱਚ ਜੋ ਪੰਜਾਬ ਦੀ ਅਸੈਂਬਲੀ ਨੇ ਪਾਸ ਕੀਤਾ APMC ਦੇ ਨਾਲ ਸੰਬੰਧਿਤ ਇੱਕ ਕਾਨੂੰਨ ਹੈ ਜਿਹੜਾ ਕਿ ਇਹਨਾਂ ਮਾਰਕੀਟਾਂ ਦੇ ਵਿੱਚ ਪ੍ਰਾਈਵੇਟ ਪਲੇਅਰ ਵੀ ਨੇ ਜਿਹੜੇ ਆ ਕੇ ਉਹ ਵਪਾਰ ਕਰ ਸਕਦੇ ਨੇ। ਉਹ 'ਚ ਫਰਕ ਇੰਨਾ ਹੈਗਾ ਕਿ ਉਹ 'ਚ ਸਰਕਾਰ ਤੋਂ ਆਗਿਆ ਲੈਣੀ ਪੈਣੀ ਸੀ, ਲਾਇਸੈਂਸ ਲੈਣਾ ਪੈਣਾ ਸੀਗਾ। ਇਹ 'ਚ ਕੇਂਦਰ ਸਰਕਾਰ ਨੇ ਸਿੱਧਾ ਹੀ ਹੈ ਜਿਹੜਾ ਉੱਪਰੋਂ ਭੇਜਣੇ ਸੀਗੇ ਵਪਾਰੀ, ਤਾਂ ਉਹ ਵੀ ਤਾਂ ਪੰਜਾਬ ਸਰਕਾਰ ਨੇ ਪਾਸ ਕੀਤਾ ਹੋਇਆ। ਦੂਜਾ, ਉਸੇ 'ਚ ਪੰਜਾਬ ਸਰਕਾਰ ਨੇ ਇਹ ਪਾਸ ਕਰਿਆ ਸੀਗਾ ਕਿ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੇ, ਜਿਨ੍ਹਾਂ ਨੂੰ ਆਪਾਂ ਲਾਲ ਲਕੀਰ ਦੇ ਵਿੱਚ ਆਉਂਦੀ ਜ਼ਮੀਨ ਕਹਿੰਦੇ ਆਂਗੇ ਪਿੰਡਾਂ ਦੇ ਵਿੱਚ, ਉਹ ਨੇ ਜਿਹੜੇ ਕਾਰਪੋਰੇਟ ਅਦਾਰਿਆਂ ਨੂੰ ਦੇਣ ਦਾ ਉਹ ਬਿੱਲ ਪਾਸ ਕੀਤਾ ਹੈਗਾ ਕਿ ਉਹਦੇ 'ਚ ਪੰਚਾਇਤ ਦੀ ਆਗਿਆ ਲੈਣ ਦੀ ਲੋੜ ਨਹੀਂ। ਤੁਸੀਂ ਦੇਖਦੇ ਹੋਵੋਗੇ ਕਿ ਅੱਗੇ ਪਿੰਡ ਦੇ ਵਿੱਚ ਕੋਈ ਸਕੂਲ ਖੁੱਲ੍ਹਦਾ ਹੈ, ਪਿੰਡ ਦੇ ਵਿੱਚ ਕੋਈ ਗਊਸ਼ਾਲਾ ਬਣਾਉਣੀ ਹੈ, ਪਿੰਡ ਦੇ ਵਿੱਚ ਕੋਈ ਗੁਰਦੁਆਰਾ ਜਾਂ ਧਰਮਸ਼ਾਲਾ ਬਣਾਉਣੀ ਹੈ, ਪੰਚਾਇਤ ਉਹਦੇ 'ਚ ਮਤਾ ਪਾਸ ਕਰਦੀ ਹੈ ਕਿ ਪਿੰਡ ਦੇ ਵਿਕਾਸ ਦੇ ਵਾਸਤੇ ਉੱਤੇ ਅਸੀਂ ਜ਼ਮੀਨ ਦੇ ਰਹੇ ਹਾਂ। ਉਹਦੇ 'ਚ ਜਿਹੜਾ 2017 'ਚ ਪਾਸ ਕੀਤਾ ਉਹ 'ਚ ਇਹ ਹੈਗਾ ਕਿ ਪੰਚਾਇਤ ਹੈ ਜਿਹੜਾ ਉਹਦੇ 'ਚ
ਉਹਦੇ ਤੋਂ ਬਿਨਾਂ ਮਤੇ ਤੋਂ ਹੀ ਆ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਉਹ ਸ਼ਾਮਲਾਟ ਜ਼ਮੀਨ ਕਿਸੇ ਵੀ ਕੰਪਨੀ ਨੂੰ ਕੌਡੀਆਂ ਦੇ ਭਾਅ ਹੈ ਜਿਹੜੀ ਉਹ ਵੇਚ ਸਕਦੀ ਹੈ। ਆ ਥਰਮਲ ਪਲਾਂਟ ਆਪਾਂ ਨੇ ਦੇਖ ਹੀ ਲਿਆ ਜੀ ਜੀ ਜੀ। ਥਰਮਲ ਪਲਾਂਟ ਜਿਹੜਾ 1500 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਹੈਗਾ ਉਹ 99 ਸਾਲਾ ਲੀਜ਼ ਦੇ ਉੱਤੇ ਕੌਡੀਆਂ ਦੇ ਭਾਅ ਹੀ ਦਿੱਤਾ ਹੈਗਾ, ਇਸੇ ਸਰਕਾਰ ਨੇ ਹੀ ਦਿੱਤਾ ਹੈਗਾ। ਸੋ ਦੋਸਤੋ ਇਸ ਵੇਲੇ ਮੈਂ ਜ਼ਰੂਰ ਚਾਹੁੰਦਾ ਕਿ ਜੇਕਰ ਸਾਡੇ ਕੋਈ ਸਰੋਤੇ ਵੀ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋਣ ਤਾਂ ਆਪਾਂ 2-4 ਮਿੰਟ ਲਈ ਜੇ ਤੁਸੀਂ ਕਾਲ ਕਰਨੀ ਹੈ ਤਾਂ ਆਪਾਂ ਬੇਅੰਤ ਸਿੰਘ ਹੋਰਾਂ ਨਾਲ ਵੀ ਗੱਲ ਕਰ ਸਕਦੇ ਹਾਂ। ਅਟਵਾਲ ਸਾਹਿਬ ਵੀ ਸਾਡੇ ਨਾਲ ਨੇ। ਜੇਕਰ ਸਾਡੇ ਸਰੋਤੇ ਨੇ ਕਿਸੇ ਨੇ ਗੱਲ ਕਰਨੀ ਹੋਈ 905-601-1350 905-601-1350 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਹੈ। ਤੇ ਮੀਨ ਟਾਈਮ ਆਪਾਂ ਕੁਛ ਇੱਕ ਸੰਦੇਸ਼ ਸਾਂਝੇ ਕਰ ਦਿੰਦੇ ਹਾਂ। ਕਾਫੀ ਲੰਬੀ ਸਾਡੀ ਗੱਲਬਾਤ ਚੱਲ ਗਈ ਹੈ ਬਿਨਾਂ ਕਿਸੇ ਬ੍ਰੇਕ ਦੇ, ਔਰ ਆਪਾਂ ਬੇਅੰਤ ਜੀ ਔਰ ਅਟਵਾਲ ਸਾਹਿਬ ਜੇ ਇਜਾਜ਼ਤ ਦਿਓ ਆਪਾਂ ਕੁਛ ਮਿੰਟ ਲਈ ਕੁਛ ਸੰਦੇਸ਼ ਸਾਂਝੇ ਕਰ ਲੈਣੇ ਤੇ ਮੀਨ ਟਾਈਮ ਜੇ ਸਾਡੀ ਕੋਈ ਕਾਲ ਹੋਈ ਤਾਂ ਆਪਾਂ ਉਹਨਾਂ ਨੂੰ ਵੀ ਔਨ 에ਅਰ ਕਰਾਂਗੇ। ਠੀਕ ਹੈ ਜੀ, ਤੁਸੀਂ ਹੋਲਡ ਰੱਖਿਓ ਇਸ ਲਈ। ਹਾਂਜੀ ਸੋ ਦੋਸਤੋ ਸਮਾਂ ਇਸ ਵੇਲੇ 2:55 ਤੁਸੀਂ ਕਾਲ ਕਰ ਸਕਦੇ ਹੋ ਜੇਕਰ ਗੱਲ ਕਰਨੀ ਹੋਵੇ ਅੱਜ ਦੇ ਇਸ ਵਿਸ਼ੇ ਦੇ ਉੱਤੇ। ਹੋਲਡ ਰੱਖ ਲਿਓ, ਮੈਂ ਬਸ 2-3 ਮੈਸੇਜ ਸਾਂਝੇ ਕਰਨੇ ਆ। ਤੁਸੀਂ ਕਾਲ ਕਰ ਲਿਓ 905-601-1350 ਤੇ ਬੜੀ ਜਲਦੀ ਅਸੀਂ ਤੁਹਾਨੂੰ ਔਨ 에ਅਰ ਕਰ ਦਿਆਂਗੇ। ਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਸਾਨੂੰ ਪੀਜ਼ਾ ਪੁਆਇੰਟ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ। ਪੀਜ਼ਾ ਪੁਆਇੰਟ ਜਿਹੜੇ ਕਿ 550 ਕੁਈਨ ਸਟਰੀਟ ਵੈਸਟ ਮੇਜਰ ਵਿਲੀਅਮ ਸ਼ਾਰਪ ਕੁਈਨ ਦੇ ਉੱਤੇ ਅਤੇ ਮੇਜਰ ਵਿਲੀਅਮ ਸ਼ਾਰਪ ਦੇ ਕਾਰਨਰ ਦੇ ਉੱਪਰ ਲੋਕੇਟਡ ਹੈ। ਸੋ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਜੇਕਰ ਤੁਸੀਂ ਆਪਣੀ ਮਨਪਸੰਦ ਦਾ ਵੈਜ ਨੌਨ ਵੈਜ ਪੀਜ਼ਾ ਆਰਡਰ ਕਰਨਾ ਹੋਵੇ ਤਾਂ 905-454-4711 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ। ਬਾਬਾ ਢਾਬਾ ਜਿੱਥੇ ਤੁਸੀਂ ਆਪਣੀ ਮਨਪਸੰਦ ਦਾ ਵੈਜ ਨੌਨ ਵੈਜ ਖਾਣਾ ਖਾਣ ਦੇ ਲਈ ਇੰਡੀਅਨ ਫੂਡ ਤੁਹਾਡੇ ਲਈ ਦੇਸੀ ਸਟਾਈਲ, ਇੰਡੀਅਨ ਸਟਾਈਲ, ਪੰਜਾਬੀ ਸਟਾਈਲ, ਢਾਬਾ ਸਟਾਈਲ ਉਹ ਖਾਣੇ ਦਾ ਆਨੰਦ ਮਾਣਨ ਦੇ ਲਈ ਤੁਸੀਂ ਇਹਨਾਂ ਦੀ ਆਪਣੀ ਨੇੜਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 255 ਰਦਰਫੋਰਡ ਰੋਡ ਬਰੈਂਪਟਨ ਤੇ ਜਾਂ ਫਿਰ 1779 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ। 905-499-4314 905-499-4314 ਬਾਬਾ ਢਾਬਾ ਦੇ ਨਾਲ ਕੰਟੈਕਟ ਕਰਨ ਦੇ ਲਈ ਫੋਨ ਨੰਬਰ ਹੈ। ਗੁਰਜੀਤ ਸੂਰੀ ਹੋਰੀ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ ਅਗਰ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਕੋਈ ਆਪਣੇ ਇਨਵੈਸਟਮੈਂਟ ਪਲਾਨ ਦੇ ਬਾਰੇ 'ਚ ਗੱਲ ਕਰਨੀ ਹੋਵੇ, ਟੈਕਸ ਫ੍ਰੀ ਸੇਵਿੰਗਸ ਅਕਾਊਂਟ ਜਾਂ ਬੱਚਿਆਂ ਦੇ ਐਜੂਕੇਸ਼ਨ ਪਲਾਨਸ, ਤਾਂ ਤੁਸੀਂ ਗੁਰਜੀਤ ਸੂਰੀ ਹੋਰਾਂ ਨੂੰ ਕਾਲ ਕਰ ਲੈਣੀ ਹੈ 416-627-3111 416-627-3111 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ ਹੈ। ਤੇ ਸਾਡੇ ਨਾਲ ਸਟੂਡੀਓ 'ਚ ਗੱਲ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 905-601-1350। ਅਗਰ ਸਾਡੇ ਜਿਹੜੇ ਇਸ ਵੇਲੇ ਗੈਸਟ ਨੇ ਉਹਨਾਂ ਦੇ ਨਾਲ ਜੋ ਗੱਲਬਾਤ ਚੱਲ ਰਹੀ ਉਹਦੇ ਵਿੱਚ ਤੁਹਾਡੇ ਕੋਈ ਵਿਚਾਰ ਨੇ ਜਾਂ ਤੁਸੀਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਵੇਲੇ ਬਿੱਲ ਪਾਸ ਕੀਤੇ ਨੇ ਤੁਸੀਂ ਕੀ ਸੋਚਦੇ ਹੋ, ਇਹਦਾ ਫਾਇਦਾ ਹੋਏਗਾ ਜਾਂ ਇਹ ਅਜੇ ਸਿਰਫ ਔਰ ਸਿਰਫ ਇੱਕ ਪੋਲੀਟੀਕਲ ਸਟੰਟ ਤੱਕ ਹੀ ਸੀਮਤ ਹੈ ਜਾਂ ਇਹਦੇ ਨਾਲ ਹੁਣ ਬਿਲਕੁਲ ਜਿਹੜੀਆਂ ਡਿਮਾਂਡਸ ਜਾਂ ਜਿਹੜੀਆਂ ਮੰਗਾਂ ਰੱਖੀਆਂ ਜਾ ਰਹੀਆਂ ਸੀ ਉਹ ਪੂਰੀਆਂ ਹੋ ਗਈਆਂ ਤਾਂ ਹੁਣ ਜਿਹੜੇ ਸਾਰੇ ਧਰਨੇ ਰੋਸ ਮੁਜ਼ਾਹਰੇ ਆ ਉਹ ਬੰਦ ਹੋ ਜਾਣਗੇ? ਕੀ ਸੋਚਦੇ ਹੋ ਤੁਸੀਂ? 905-601-1350 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਹੈ। ਤੇ ਨਾਲ ਹੀ ਦੱਸ ਦਿੰਦੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਗੁਰਸ਼ਰਨ ਬੌਬੀ ਸਿੱਧੂ ਹੋਰੀ ਸਪਾਂਸਰ ਕਰਦੇ ਆ। ਇਹਨਾਂ ਦੇ ਨਾਲ ਤੁਸੀਂ ਸਟਾਈਮਜ਼ ਐਂਡ ਐਸੋਸੀਏਟਸ ਪਰਸਨਲ ਇੰਜਰੀ ਲਾਅ ਫਰਮ ਇਹਨਾਂ ਦੀ 647-539-3020 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਆਪਾਂ ਦੇਖਦੇ ਹਾਂ ਜੀ ਸਾਡੇ ਕਾਲਰ ਨੇ ਨਾਲ ਸਾਡੇ ਗੁਰਦੀਸ਼ ਮਾਂਗੜ ਸਾਹਿਬ ਨੇ। ਹਾਂਜੀ ਹੈਲੋ ਹਰਜਿੰਦਰ ਸਿੰਘ ਜੀ। ਹਾਂਜੀ ਮਾਂਗੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂ ਤੇ ਜਿਹੜੇ ਗੈਸਟ ਨੇ ਵੀਰ ਬੇਅੰਤ ਸਿੰਘ ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇਹਨਾਂ ਦੀ ਆਵਾਜ਼ ਮੈਂ ਪਹਿਲੀ ਵਾਰੀ ਸੁਣੀ ਹੈ ਤੇ ਇੱਕ ਤਾਂ ਇਹਨਾਂ ਦੀ ਬੋਲੀ, ਇਹਨਾਂ ਦਾ ਲਹਿਜਾ, ਇਹਨਾਂ ਦੀ ਡਾਇਲੈਕਟ ਜਿਹੜੀ ਲਹਿਰੇ ਗਾਗੇ ਨੇੜੇ ਤੇੜੇ ਦੇ ਲੱਗਦੇ ਨੇ ਕਿਤੇ ਇਹ ਸੰਗਰੂਰ ਤੇ ਬਹੁਤ ਪਿਆਰੀ ਲੱਗਦੀ ਆ। ਜੀ 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 ਮੈਂ ਲਹਿਰੇ ਬਲੌਕ ਦਾ ਹੀ ਹਾਂ ਜੀ। ਕੀ ਬਾਤ ਹੈ ਮਾਂਗੜ ਸਾਹਿਬ, ਤੁਸੀਂ ਇੱਕਦਮ ਦੇਖ ਲਓ ਐਨ ਪੂਰਾ ਗੈਸ ਕੀਤਾ ਜੀ। ਇਹ ਸਾਡੇ ਮੈਂ ਦੱਸ ਦੇਣਾ ਬੇਅੰਤ ਜੀ ਗੁਰਦੀਸ਼ ਮਾਂਗੜ ਸਾਹਿਬ ਸਾਡੀ ਕਮਿਊਨਿਟੀ 'ਚ ਜਾਣਿਆ ਪਛਾਣਿਆ ਨਾਮ ਹੈ। ਕਾਫੀ ਉੱਘੇ ਐਕਟਿਵਿਸਟ ਨੇ, ਪੋਲੀਟੀਕਲੀ ਸੋਸ਼ਲੀ ਕਾਫੀ ਐਕਟਿਵ ਰਹਿੰਦੇ ਨੇ ਔਰ ਮੀਡੀਆ 'ਚ ਵੀ ਹਮੇਸ਼ਾ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਰਹੇ ਔਰ ਬੜੇ ਹਾਈ ਰਿਗਾਰਡਸ ਨੇ ਜੀ ਸਾਡੇ ਮਨ 'ਚ ਵੀ ਇਹਨਾਂ ਲਈ। ਮਾਂਗੜ ਸਾਹਿਬ ਤੁਸੀਂ ਕੀ ਅੱਜ ਦੀ ਸਾਡੀ ਗੱਲਬਾਤ 'ਚ ਇਨਵੋਲਵ? ਦੇਖੋ ਗੱਲਬਾਤ ਮੇਰੇ ਖਿਆਲ ਸਮਾਂ ਤੁਹਾਡੇ ਥੋੜੇ ਜਿਹੇ ਮਿੰਟ ਰਹਿੰਦੇ ਲੱਗਦੇ ਨੇ ਜੇ ਮੈਂ ਰੌਂਗ ਨਹੀਂ ਸਰ ਆਪਣਾ ਕੋਈ ਨਹੀਂ 5 ਵਜੇ ਤੱਕ ਹੈਗਾ ਜੀ ਆਪਣੇ ਕੋਲ ਟਾਈਮ। 2 ਤੋਂ 5 3 ਘੰਟੇ ਦਾ ਪ੍ਰੋਗਰਾਮ ਹੁੰਦਾ। ਹਾਂ ਮੈਨੂੰ ਪੁਰਾਣਾ ਹੀ ਭੁਲੇਖਾ। ਹਾਂਜੀ ਪਹਿਲੀ ਗੱਲ ਤਾਂ ਜਿਹੜੀ ਮੈਂ ਆਵਾਜ਼ ਪਛਾਣੀ ਬੇਅੰਤ ਸਿੰਘ ਜੀ, ਮੈਂ ਵੀ ਕਾਫੀ ਚਿਰ ਨਾ ਮੇਰਾ ਪਿਛਲੇ 25-30 ਸਾਲਾਂ ਤੋਂ ਸਾਡਾ ਸੰਬੰਧ ਹੈ ਮੂਨਕ ਲਹਿਰਾ ਤੇ ਇਸ ਏਰੀਏ ਦੇ ਨਾਲ। ਭਟਾਲ ਕਲਾਂ ਕਾਫੀ ਜ਼ਿਆਦਾ ਸਾਡੇ ਪਰਿਵਾਰਕ ਸੰਬੰਧ ਰਹੇ ਨੇ, ਸਾਡੇ ਮਿੱਤਰ ਨੇ ਉੱਥੇ ਬਹੁਤ ਜ਼ਿਆਦਾ। ਤੇ ਮੈਂ ਪਿੱਛੇ ਜੇ ਬੀਬੀ ਲਹਿਰਾ ਬੀਬੀ ਜਿਹੜੀ ਭੱਠਲ ਸੀ ਉਹਨਾਂ ਦੀ ਚੋਣ ਸੀ ਸੁਖਵੰਤ ਸਿੰਘ ਸਰਾਓ ਦੇ ਨਾਲ ਤੇ ਮੈਂ ਸਰਾਓ ਉਹਨਾਂ ਦੇ ਨਾਲ 2 ਮਹੀਨੇ ਉੱਥੇ ਰਿਹਾ, ਟਾਈਮ ਲਾਇਆ, ਪਿੰਡਾਂ ਦੇ ਵਿੱਚ ਘੁੰਮੇ, ਮੈਂ ਕਾਫੀ ਉੱਥੇ ਕੰਮ ਕੀਤਾ ਸੀ। ਸੋ ਇਸ ਕਰਕੇ ਬੜਾ ਪ੍ਰੇਮ ਆ ਉਸ ਏਰੀਏ ਨਾਲ। ਤੇ ਬਾਕੀ ਆਪਾਂ ਹੁਣ ਜਿਹੜੀ ਕੱਲ ਦੀ ਗੱਲ ਕਰਦੇ ਆ, ਪਹਿਲਾਂ ਤਾਂ ਜਿਹੜੀ ਇਹਨਾਂ ਨੇ ਆਖੀ ਵੀ ਜਿਹੜੀਆਂ ਜ਼ਿਮੀਂਦਾਰ ਯੂਨੀਅਨਾਂ ਜਿਹੜੇ ਹਿਸਾਬ ਨਾਲ ਚੱਲ ਰਹੀਆਂ ਨੇ ਨਾ ਉਹਦੇ ਚੋਂ ਕਾਫੀ ਕੁਝ ਪੋਜ਼ਿਟਿਵ ਲੱਗਦਾ ਹੈ ਵੀ ਚਲੋ ਐਟਲੀਸਟ ਉਹ ਸਰਕਾਰਾਂ ਦੇ ਬਹਿਕਾਵੇ 'ਚ ਨਹੀਂ ਆ ਰਹੀਆਂ, ਪੋਲੀਟੀਕਲ ਪਾਰਟੀਆਂ ਦੇ ਬਹਿਕਾਵੇ ਤੋਂ ਹਾਲੇ ਤੱਕ ਤਾਂ ਬਚੀਆਂ ਹੋਈਆਂ ਨੇ। ਤੇ ਅਦਰਵਾਈਜ਼ ਹੁਣ ਦੇਖੀਏ ਇਹਨਾਂ ਨੇ ਜਿਹੜੇ 3 ਬਿੱਲ ਜੋ ਵੀ ਜਿੱਦਾਂ ਦੇ ਕੀਤੇ ਨੇ ਇਹਨੂੰ ਜੇ ਰਾਜਪਾਲ ਨੇ ਮਨਜ਼ੂਰੀ ਨਾ ਦਿੱਤੀ ਤਾਂ ਫੇਰ ਗੱਲ ਉੱਥੇ ਦੀ ਉੱਥੇ ਰਹਿਣੀ ਹੈ।
ਤੇ ਇਹ ਵੀ ਜ਼ਿਮੀਂਦਾਰ ਯੂਨੀਅਨਾਂ ਦੀ ਸਿਆਣਪ ਹੈ ਵੀ ਉਹਨਾਂ ਨੇ ਧਰਨੇ ਚੱਕਣ ਦਾ ਤੋਂ ਰੋਕਣ ਦਾ ਹਲੇ ਐਲਾਨ ਨਹੀਂ ਕੀਤਾ। ਨਹੀਂ ਤਾਂ ਕਈ ਵਾਰੀ ਹੁੰਦਾ ਵੀ ਮੁਜ਼ਾਹਰਾਕਾਰੀ ਵੀ ਖਹਿੜਾ ਛਡਾਉਣ ਦੇ ਰੌਂਚ ਹੁੰਦੇ ਨੇ ਵੀ ਲੰਬਾ ਚੱਲ ਗਿਆ ਕੰਮ। ਸੋ ਇਸ ਗੱਲੋਂ ਤੇ ਬਾਕੀ ਜਿੰਨੀ ਕੁ ਉਹਨਾਂ ਨੂੰ ਹਮਾਇਤ ਮਿਲੀ ਹੈ, ਇਕੱਠੇ ਹੋਏ ਨੇ, ਤੇ ਪੋਲੀਟੀਸ਼ੀਅਨ ਵੀ ਜਿਵੇਂ ਕਹਿ ਲਓ ਵੀ ਉਹ ਚੋਰ ਮੋਰੀਆਂ ਲੱਭਦੇ ਫਿਰਦੇ ਨੇ ਵੀ ਹੁਣ ਇਹਨਾਂ ਤੋਂ ਅਸੀਂ ਕਿੱਦਾਂ ਸਪੋਰਟ ਲੈ ਲਈਏ ਜਾਂ ਇਹਨਾਂ ਦੀਆਂ ਸਟੇਜਾਂ ਤੇ ਅਸੀਂ ਜਾਣ ਜੋਗੇ ਹੋ ਜਾਈਏ। ਖੇਤਰਾਂ ਤੋਂ ਡਰਦੇ ਮੇਰਾ ਖਿਆਲ ਹੈ ਵੀ ਇਹ ਮਜਬੂਰੀ ਬਸ ਜੋ ਵੀ ਕੁਛ ਹੋ ਰਿਹਾ ਨਾ, ਜੋ ਕਰ ਰਹੇ ਨੇ ਜੀ, ਇਹ ਮਜਬੂਰੀ ਬਸ ਹੀ ਕਰ ਰਹੇ ਨੇ। ਅਦਰਵਾਈਜ਼ ਜਿਵੇਂ ਬਿਆਨਸਿਓ ਨੇ ਦੱਸਿਆ ਬੜੀ ਵਧੀਆ ਡਿਟੇਲ ਦੇ ਵਿੱਚ, ਪਹਿਲਾਂ ਵੀ ਜਿਹੜੇ ਇਹਨਾਂ ਨੇ ਬਿੱਲ ਪਾਸ ਕੀਤੇ ਨੇ, ਚਾਹੇ ਆ ਮੰਡੀਆਂ ਦਾ ਮਾਮਲਾ, ਚਾਹੇ ਪਹਿਲਾਂ ਪਾਣੀਆਂ ਦੇ ਮਾਮਲੇ ਤੇ ਕੈਪਟਨ ਸਾਹਿਬ ਨੇ ਬਿੱਲ ਪਾਸ ਕੀਤੇ ਸੀ, ਪਰ ਉਹ ਕਿਸੇ ਤਣ ਪਤਨ ਲੱਗੇ ਨਹੀਂ ਜੀ। ਤੇ ਜਿੱਦਾਂ ਮੈਂ ਅੱਜ ਇੱਕ ਜ਼ਿਮੀਂਦਾਰ ਵੀਰ ਦੀ ਇੰਟਰਵਿਊ ਸੁਣਦਾ ਸੀ ਵੀ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਹੁਣ ਅਸੈਂਬਲੀ 'ਚ ਮਤਾ ਪਾਸ ਕਰਤਾ ਤੇ ਅਗਲਾ ਜਵਾਬ ਦੇ ਰਿਹਾ ਵੀ ਇਹਨਾਂ ਨੇ ਤਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਵੀ ਸੌਹਾਂ ਖਾਧੀਆਂ ਹੋਈਆਂ, ਅਸੀਂ ਇਹਨਾਂ ਦਾ ਅਤਵਾਰ ਕਿਵੇਂ ਕਰ ਲਈਏ। ਮੇਰਾ ਖਿਆਲ ਹੈ ਵੀ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ ਤੇ ਬਾਹਰੋਂ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਸਾਰੇ ਹੱਲਾਸ਼ੇਰੀ ਦੇ ਰਹੇ ਆ। ਤੇ ਏਦਾਂ ਦੇ ਸਿਆਣੇ ਵੀਰ ਨੇ ਜਿਹੜੇ ਜੋ ਵਿਚਾਰ ਚਰਚਾ ਦੇ ਰਹੇ ਨੇ, ਮੈਨੂੰ ਬਹੁਤ ਵਧੀਆ ਲੱਗਿਆ। ਤੇ ਬਿਆਨਸਿਓ ਜੀ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਧੰਨਵਾਦ ਜੀ, ਬਹੁਤ ਬਹੁਤ। ਮਾਂਗੜ ਸਾਹਿਬ, ਜਿਹੜੇ ਇਲਾਕੇ 'ਚ ਤੁਸੀਂ ਘੁੰਮ ਕੇ ਗਏ ਹੋ, ਤੁਸੀਂ ਨਾਲ ਫਿਰ ਮੇਰੇ ਸ਼ਹਿਰ ਵੀ ਆਏ ਹੋਣਗੇ, ਖਨੌਰੀ ਦੇ ਵਿੱਚ? ਹਾਂਜੀ ਹਾਂ, ਖਨੌਰੀ ਗਏ ਸੀ ਜੀ। ਖਨੌਰੀ ਉੱਥੇ ਆੜ੍ਹਤੀਆਂ ਦੀਆਂ ਮੰਡੀਆਂ 'ਚ ਤੇ ਉੱਥੇ ਜਿਹੜੇ ਆਪਣੇ ਓਟ ਨੇ ਧਾਨ ਲਾਉਣ ਦਾ ਕੰਮ ਕਰਦੇ ਨੇ, ਉਹਨਾਂ ਦੀਆਂ ਬਸਤੀਆਂ ਦੇ ਵਿੱਚ ਮੈਂ ਸਾਰੇ ਉੱਥੇ ਘੁੰਮ ਕੇ ਗਿਆ ਜੀ। ਵੈਰੀ ਗੁੱਡ। ਠੀਕ, ਮੇਰਾ ਸ਼ਹਿਰ ਖਨੌਰੀ ਹੈ। ਤੇ ਮਾਂਗੜ ਸਾਹਿਬ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਜਿਹੜੀ ਤੁਸੀਂ ਗੱਲ ਕੀਤੀ ਜਥੇਬੰਦੀਆਂ ਵਾਲੀ, ਮੈਂ ਇਹਦੇ ਤੇ ਦੱਸਣਾ ਚਾਹੂੰਗਾ ਥੋੜਾ ਜਿਹਾ ਕਿ ਕਿਉਂਕਿ ਇਹਦੀ ਨਾ ਇੱਕ ਤੁਸੀਂ ਪੰਜਾਬ 'ਚ ਘੁੰਮੇ ਵੀ ਹੋ, ਪੰਜਾਬ ਨਾਲ ਜੁੜੇ ਹੋਏ ਆ ਸਾਡੇ ਸਰੋਤੇ ਵੀ, ਤੇ ਤੁਸੀਂ ਸਾਰੇ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਜਾਣਿਆ। ਅਸਲ ਦੇ ਵਿੱਚ ਇਸ ਅੰਦੋਲਨ ਨੇ ਕੀਤਾ ਕੀ ਹੈ, ਇਸ ਅੰਦੋਲਨ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਪੰਜਾਬ ਦੇ ਵਿੱਚੋਂ ਇਸ ਵਕਤ ਇਨਰੈਲੀਵੈਂਟ ਨੇ ਜਿਹੜੀਆਂ ਕਰ ਦਿੱਤੀਆਂ ਨੀਤੀਆਂ। ਕਿਉਂਕਿ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਤੇ ਭਰੋਸਾ ਕਰਕੇ ਦੇਖਿਆ ਹੈਗਾ ਜੀ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਇਹ ਸਾਡੇ ਮਸਲੇ ਨੇ, ਇਹ ਹੁਣ ਸਾਡੇ ਜਿਹੜੇ ਮਸਲੇ ਨੇ, ਚਾਹੇ ਸਾਨੂੰ ਕਿਸਾਨੀ ਨੂੰ ਬਚਾਉਣ ਦਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ, ਤੁਸੀਂ ਦੇਖੋ ਕਿ ਇਹਨਾਂ ਅੰਦੋਲਨਾਂ ਦੇ ਵਿੱਚ ਜਿਹੜੇ ਸਟੇਜਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਲੀਡਰ, ਹੋਰ ਜਿਹੜੀਆਂ ਵੀ ਜਥੇਬੰਦੀਆਂ ਦੇ ਆ ਰਹੇ ਨੇ, ਚਾਹੇ ਅਧਿਆਪਕ, ਮੁਲਾਜ਼ਮ, ਵਿਦਿਆਰਥੀਆਂ ਦੇ, ਸਾਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਪੰਜਾਬ ਦੇ ਵਿਦਵਾਨ, ਉਹ ਇਕੱਲਾ ਕਿਸਾਨੀ ਦੇ ਉੱਤੇ ਨਹੀਂ ਬੋਲ ਰਹੇ। ਉਹ ਪੰਜਾਬ ਜਿਹੜਾ ਚੌਤਰਫਾ ਸੰਕਟ ਦੇ ਵਿੱਚੋਂ ਆ ਜਿਹੜਾ ਲੰਘ ਰਿਹਾ ਹੈਗਾ, ਉਸ ਸੰਕਟ ਦੀ ਨਿਸ਼ਾਨਦੇਹੀ ਹੈ ਉਹ ਇਹਨਾਂ ਨੀਤੀਆਂ ਦੇ ਰਾਹੀਂ ਕਰ ਰਹੇ ਨੇ ਕਿ ਜਿਹੜੀਆਂ ਇਹ ਨਿਊ ਲਿਬਰਲਿਜ਼ਮ ਦੀਆਂ ਨੀਤੀਆਂ ਨੇਗੀਆਂ, ਇਹਨਾਂ ਨੀਤੀਆਂ ਨੇ ਪੰਜਾਬ ਨੂੰ ਅੱਜ ਜਿਹੜਾ ਇਸ ਸੰਕਟ ਦੇ ਤੇ ਬਲਦੀ ਦੇ ਬੂਥੇ ਪਾਇਆ ਹੋਇਆ। ਤੇ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਨੀਤੀਆਂ ਨੂੰ ਪਿਛਲ ਮੋੜਾ ਦੇਣ ਦੀ ਗੱਲ ਨਹੀਂ ਕਰਦੀਆਂ। ਇਸ ਕਰਕੇ ਇਸ ਕਿਸਾਨ ਅੰਦੋਲਨ, ਲੋਕਾਂ ਨੇ ਭਰੋਸਾ ਕਿਹਦੇ ਤੇ ਕਰਿਆ? ਲੋਕਾਂ ਨੇ ਕਰਿਆ ਕਿਸਾਨ ਜਥੇਬੰਦੀਆਂ ਤੇ ਕਿ ਇਸ ਸੰਕਟ ਦੇ ਵਿੱਚ ਸਾਨੂੰ ਇਹ ਕੱਢ ਸਕਦੀਆਂ ਨੇ। ਤੋ ਬੜੀ ਵਧੀਆ ਲੱਗੀ ਮੈਨੂੰ ਗੱਲ ਤੁਹਾਡੀ ਮਾਂਗੜ ਸਾਹਿਬ ਜੀ, ਤੁਸੀਂ ਨੇ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੀ ਗੱਲ ਕਰੀ। ਹਾਂ ਬੇਅੰਤ ਜੀ, ਜਿਹੜੀ ਕਈ ਵਾਰੀ ਲੋਕ ਇਹ ਪੁੱਛਦੇ ਨੇ, ਕੱਲ ਮੈਂ ਕਿਸੇ ਸ਼ੋਅ ਤੇ ਸੀ, ਕੋਈ ਕਾਲਰ ਪੁੱਛਦਾ ਵੀ ਜੀ ਜੇ ਤਿੰਨੇ ਪਾਰਟੀਆਂ ਨੂੰ ਤੁਸੀਂ ਨਕਾਰਨ ਦੀ ਗੱਲ ਕਰਦੇ ਹੋ ਜਾਂ ਕਿਸਾਨ ਨਕਾਰਨ ਦੀ ਗੱਲ ਕਰਦੇ ਨੇ ਤਾਂ ਅੱਗੇ ਕੀ ਤੋਂ ਆਸ ਰੱਖੀ ਜਾ ਸਕਦੀ ਹੈ? ਤੇ ਆਪਾਂ, ਮੇਰਾ ਖਿਆਲ ਆ ਵੀ ਅਸੀਂ ਇਹ ਵੀ ਕਹਿੰਦੇ ਹਾਂ ਵੀ ਜੇ ਪਰਮਾਤਮਾ ਕਰੇ ਇਹਨਾਂ ਜਥੇਬੰਦੀਆਂ ਨੂੰ, ਦੇਖੋ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ, ਬਹੁਤ ਵਧੀਆ ਚਾਹੇ ਇਹ ਜਥੇਬੰਦ ਹੋ ਕੇ ਮੁਹਿੰਮ ਚਲਾ ਰਹੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਈਗੋ, ਕਿਤੇ ਨਾ ਕਿਤੇ ਚੌਧਰ ਦੀ ਬਦਬੂ ਇਹਨਾਂ ਦੇ ਵਿੱਚੋਂ ਵੀ ਆਉਂਦੀ ਹੈ। ਅਦਰਵਾਈਜ਼ ਇਹ ਇਕੱਤੀਆਂ ਦੇ ਇੱਕ ਹੋ ਕੇ ਦਿਖਾ ਦੇਣ, ਇੱਕ ਝੰਡਾ ਬਣਾਉਣ, ਇਹਨਾਂ ਦੇ ਨਾਲ ਮਜ਼ਦੂਰ, ਛੋਟਾ ਵਪਾਰੀ ਤੇ ਛੋਟਾ ਫਾਰਮਰ ਜੇ ਇਕੱਠੇ ਹੋ ਜਾਣ ਤਾਂ 117 ਸੀਟਾਂ ਜਿੱਤਣੀਆਂ ਇਹਨਾਂ ਲਈ ਕੋਈ ਬਹੁਤੀਆਂ ਵੱਡੀ ਗੱਲ ਨਹੀਂ ਗੀ ਜੀ। ਮਗਰ ਸਾਹਿਬ, ਇਹ ਤੇ ਵੈਸੇ ਇਸ ਤੁਹਾਡੇ ਪੁਆਇੰਟ ਨੂੰ ਮੈਂ ਥੋੜਾ ਜਿਹਾ ਹੋਰ ਜੇ ਅੱਗੇ ਤੋਰਾਂ। ਆਪਾਂ ਕਈ ਵਾਰ ਠੀਕ ਹੈ, ਆਪਾਂ ਵਿਦ ਡਿਊ ਰਿਸਪੈਕਟ ਮੈਂ ਕਹਿਣ ਲੱਗਿਆ ਕਿ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਜਿਹੜੀ ਜਥੇਬੰਦੀ ਹੈ ਉਹਦਾ ਕੋਈ ਲੀਡਰ ਜਾਂ ਜਿਹੜੇ ਮੈਂਬਰ ਹੁੰਦੇ ਨੇ ਉਹ ਸਾਰੇ ਹੀ ਵਕੀਲ ਹੋਣੇ ਚਾਹੀਦੇ ਆ ਜਾਂ ਸਾਰੇ ਬਹੁਤ ਟੈਕਨੀਕੈਲਿਟੀਜ਼ ਨੂੰ ਅੰਡਰਸਟੈਂਡ ਕਰਨ ਵਾਲੇ ਹੋਣੇ ਚਾਹੀਦੇ ਆ। ਪਰ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ
ਉਹਨਾਂ ਨੂੰ ਉਹਨਾਂ ਟੈਕਨੀਕਲ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ, ਜਿਸ ਤਰ੍ਹਾਂ ਹੁਣ ਕੋਸ਼ਿਸ਼ ਉਹ ਕਰ ਰਹੇ ਨੇ ਹੌਲੀ ਹੌਲੀ ਜਿੱਥੇ ਤੱਕ ਕਹਿ ਦਈਏ ਕਿ ਜਿਵੇਂ ਦੀਪ ਸਿੱਧੂ ਹੋਰਾਂ ਦੀ ਗੱਲ ਕਰੀਏ, ਉਹਨਾਂ ਨੇ ਬੜੇ ਇੱਕ ਆਪਣੇ ਵੱਖਰੇ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਹੁੰਦੇ ਨਾ ਵੀ ਉਹ ਆਰ ਲਾਈ ਗਏ ਬਾਰ-ਬਾਰ ਵੀ ਭਾਈ ਵੀ ਆਹ ਵੀ ਪੱਖ ਨਹੀਂ ਛੱਡਣਾ, ਜਿੱਥੇ ਅਸੀਂ ਜਜ਼ਬਾਤੀ ਹੋ ਕੇ, ਜਿੱਥੇ ਅਸੀਂ ਇਮੋਸ਼ਨਲ ਹੋ ਕੇ, ਜਿੱਥੇ ਅਸੀਂ ਆਪਣੀ ਧੜੱਲੇਦਾਰੀ ਦਿਖਾ ਕੇ, ਲੀਡਰਸ਼ਿਪ ਦਿਖਾ ਕੇ ਕੰਮ ਕਰਾਉਣਾ, ਉੱਥੇ ਨਾਲ ਸਾਨੂੰ ਸਿਆਣਪ ਨੂੰ, ਸਾਨੂੰ ਲੌਜੀਕਲ, ਸਾਨੂੰ ਰੈਸ਼ਨਲ ਅਪਰੋਚ ਨੂੰ ਵੀ ਨਾਲ ਹੀ ਲੈ ਕੇ ਤੋਰਨਾ ਪੈਣਾ। ਸ਼ਾਇਦ ਉਹਦੀ ਅਜੇ ਕਿਤੇ ਨਾ ਕਿਤੇ ਕਮੀ ਦਿਖਦੀ ਸੀ, ਜਿਹੜੀ ਅਜੇ ਹੋਰ ਸਾਡੀ ਉਹ ਡਿਮਾਂਡ ਹੈ ਕਿ ਉਹ ਪੂਰੀ ਹੋਣੀ ਚਾਹੀਦੀ ਹੈ। ਮਗਰ ਸਾਹਿਬ ਪਹਿਲਾਂ ਇੱਕ ਤੁਹਾਡਾ ਕਮੈਂਟ ਤੇ ਫਿਰ ਆਪਾਂ ਬੇਅੰਤ ਹੋਰਾਂ ਤੋਂ ਵੀ ਪੁੱਛ ਲੈਂਦੇ। ਬਾਕੀ ਦੇ ਮੇਰੇ ਸਾਰੀਆਂ ਕਾਲਸ ਬਿਜ਼ੀ ਨੇ, ਮੈਂ ਬੇਨਤੀ ਕਰਦਾ ਹੋਲਡ ਰੱਖਿਓ, ਆਪਾਂ ਉਹਨਾਂ ਨੂੰ ਵੀ ਨਾਲ ਹੀ ਔਨ 에ਅਰ ਕਰਦੇ ਜੀ। ਹਾਂਜੀ ਮੈਂ ਸ਼ਾਰਟ ਤੇ ਕਮੈਂਟ ਦੇ ਕੇ ਨਾ ਜੀ ਮੈਂ ਲਾਈਨ ਕਲੀਅਰ ਕਰ ਦੂੰਗਾ। ਦੇਖੋ, ਜਿੰਨੇ ਸਾਡੇ ਪੰਜਾਬ ਦੇ ਜ਼ਿਮੀਂਦਾਰਾਂ ਦੇ ਬੱਚੇ ਨੇ, ਤੁਸੀਂ ਹਾਈ ਕੋਰਟ ਚਲ ਜਾਓ, ਤੁਸੀਂ ਵੱਡੀਆਂ ਛੋਟੀਆਂ ਕੋਰਟਾਂ ਚਲ ਜਾਓ, ਤੁਸੀਂ ਈਵਨ ਡਿਸਟ੍ਰਿਕਟ ਕੋਰਟਾਂ ਚਲ ਜਾਓ, ਤੁਹਾਨੂੰ ਵਕੀਲ ਵਧੀਆ ਸਿਆਣੇ ਸੁਲਝੇ ਹੋਏ ਜ਼ਿਮੀਂਦਾਰਾਂ ਦੇ ਮੁੰਡੇ ਕੁੜੀਆਂ ਬਹੁਤ ਮਿਲਣਗੇ। ਸਾਡੇ ਕੋਲ ਟੈਲੈਂਟ ਦੀ ਘਾਟ ਨਹੀਂ ਗੀ, ਸਾਡੇ ਕੋਲ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ, ਸਾਡੇ ਕੋਲ ਵਧੀਆ ਮਾਹਰ। ਤੇ ਮੈਂ ਨਾਂ ਲੈਣੇ ਸ਼ੁਰੂ ਕਰਾਂ ਤਾਂ ਮੈਂ ਕੋਟਿਆਂ ਤੇ ਗਿਣਾ ਦਿੰਦਾ ਵੀ ਕਿੰਨਾ ਵਧੀਆ ਟੈਲੈਂਟ ਸਾਡੇ ਪੰਜਾਬ 'ਚ ਹੈਗਾ। ਜੇ ਇਹ ਇਕੱਠੇ ਹੋ ਕੇ ਨਾ ਇਹ ਸਿਆਸਤ ਦੇ ਪਿੜ 'ਚ ਕੁੱਦ ਜਾਣ, ਤਿੰਨਾਂ ਪਾਰਟੀਆਂ ਨੂੰ ਨਕਾਰ ਦੇਣ, 117 ਬੰਦੇ ਹੀ ਖੜੇ ਕਰ ਦੇਣ, ਸਿਰਫ ਇਸੇ ਹੀ ਮੁੱਦੇ ਤੇ ਲੋਕਾਂ ਨੇ ਬੱਲੇ ਬੱਲੇ ਕਰ ਦੇਣੀ ਹੈ ਤੇ ਨਵਾਂ ਇਨਕਲਾਬ ਆਉਣਾ ਕੋਈ ਔਖਾ ਨਹੀਂ ਗਾ ਜੀ। ਠੀਕ ਹੈ ਮਗਰ ਸਾਹਿਬ, ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ। ਬੇਅੰਤ ਜੀ, ਤੁਸੀਂ ਇਸ ਪੁਆਇੰਟ ਤੇ ਬੇਅੰਤ ਜੀ ਤੁਹਾਡਾ ਕੀ ਕਮੈਂਟ ਹੋਏਗਾ ਕਿ ਜਿਹੜੀ ਉਹ ਰੈਸ਼ਨਲ ਐਂਡ ਲੌਜੀਕਲ ਐਂਡ ਜਿਹੜੀ ਇੱਕ ਟੈਕਨੀਕਲ ਤੇ ਨਾਲ ਦੀ ਨਾਲ ਜਿਹੜੀ ਕਾਨੂੰਨੀ ਅਪਰੋਚ ਹੈ, ਉਹਨੂੰ ਕਿੰਨਾ ਕੁ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਤੁਰ ਰਹੇ ਨੇ? ਤੁਸੀਂ ਨਾ ਜੇਕਰ ਇਹਨਾਂ ਦੀਆਂ ਲਿਖਤਾਂ ਖਾਸ ਤੌਰ ਦੇ ਉੱਤੇ ਜੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਫੇਸਬੁੱਕ ਪੇਜ ਦੇ ਉੱਤੇ ਜਾਓ ਤਾਂ ਇਸ ਵਕਤ ਉਹ ਸਭ ਤੋਂ ਡਿਟੇਲ ਪੂਰਵਕ ਲਿਖਤਾਂ ਨੇ ਜਿਹੜੀਆਂ ਉਹ ਲਗਾਤਾਰ ਇਹਦੇ ਤੇ ਪਾ ਰਹੇ ਨੇ। ਤੇ ਉਹ ਕੁਛ ਲਿਖਤ ਉਹ ਜੋ ਪਾ ਰਹੇ ਨੇਗੇ, ਉਹ ਸਾਡੇ ਨਾ ਯੂਨੀਵਰਸਿਟੀਆਂ ਦੇ ਵੱਡੇ ਅਰਥ ਸ਼ਾਸਤਰੀਆਂ ਨੂੰ ਵੀ ਨਹੀਂ ਪਤਾ ਹੈਗਾ ਕਿ ਜਿਹੜੀਆਂ ਉਹ ਡਿਟੇਲ ਕੱਢ ਕੇ ਲੈ ਕੇ ਆ ਰਹੇ। ਉਹਨਾਂ ਨੇ ਜਿਹੜਾ ਕਿਸਾਨੀ ਦਾ ਮਾਡਲ ਹੈ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਹੈਗਾ, ਉਹ ਕਿਸਾਨੀ ਸੰਕਟ ਦੀਆਂ ਜੜ੍ਹਾਂ ਨੇ ਜਿਹੜੀਆਂ, ਚਾਹੇ ਉਹ ਜਿਹੜਾ ਜਿਵੇਂ JV ਅਟਵਾਲ ਹੋਰਾਂ ਨੇ ਵੀ ਗੱਲ ਕੀਤੀ ਕਿ ਜਿਹੜਾ ਕਾਰਪੋਰੇਟ ਮਾਡਲ ਹੈ ਉਸ ਦੀ ਇਹਨਾਂ ਨੀਤੀਆਂ ਦੇ ਪਿੱਛੇ ਲੁਕਵੀਂ ਸਾਜ਼ਿਸ਼ ਕੀ ਹੈਗੀ ਕੰਪਨੀਆਂ ਦੀ, ਉਹ ਸਾਰੀਆਂ ਕੰਪਨੀਆਂ ਦੀ ਡਿਟੇਲ ਵੀ ਪਾ ਰਹੇ ਨੇ। ਜਿਹੜੀਆਂ ਮਨਸੈਂਟੋ ਤੇ ਕਾਰਗਿਲ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਪੂਰੀ ਦੁਨੀਆ ਦੇ ਖੇਤੀਬਾੜੀ ਵਪਾਰ ਦੇ ਉੱਤੇ ਤੇ ਫਾਰਮਾਸਿਊਟੀਕਲ ਕੰਪਨੀਆਂ ਨੂੰ ਕੰਟਰੋਲ ਕਰਦੀਆਂ ਨੇ। ਹੁਣ ਮੈਂ ਤੁਹਾਨੂੰ ਦੱਸਦਾ, ਜਿਹੜੀ ਰਾਊਂਡ ਅਪ ਹੈ, ਮਨਸੈਂਟੋ ਹੈ ਜਿਹੜੀ, ਮਨਸੈਂਟੋ ਕੰਪਨੀ ਦੀ ਰਾਊਂਡ ਅਪ ਆਉਂਦੀ ਹੈ। ਇਹ ਰਾਊਂਡ ਅਪ ਨੇ ਜਿਹੜਾ ਪੰਜਾਬ ਨੂੰ ਕੈਂਸਰ ਦੇਣ ਵਾਲੀ ਹੈ ਜਿਹੜੀ ਉਹ ਰਾਊਂਡ ਅਪ ਹੈ। ਠੀਕ ਹੈ। ਤੇ ਇਹ ਉਹ ਕੰਪਨੀ ਹੈਗੀ ਮਨਸੈਂਟੋ, ਤੇ ਇਹਦੇ ਨਾਲ ਜੁੜੀ ਹੋਈ ਹੈ ਇੱਕ BAS ਕੰਪਨੀ ਹੈਗੀ, ਉਹਨੂੰ ਵੈਸੇ ਕਹਿੰਦੇ ਨੇ ਬਾਇਸ ਕਹਿੰਦੇ ਨੇ, ਜਿਹੜੀ ਉਹ ਦਵਾਈ ਬਣਾਉਂਦੀ ਹੈ। ਇਹ ਉਹ ਕੰਪਨੀ ਹੈ ਜਿਹਨੇ ਹਿਟਲਰ ਨੂੰ ਗੈਸ ਸਪਲਾਈ ਕੀਤੀ ਯਹੂਦੀਆਂ ਨੂੰ ਮਾਰਨ ਦੇ ਲਈ। ਤਾਂ ਉਹ ਸਾਰੀ ਡਿਟੇਲ ਹੈ, ਉਹ ਵੀ ਇਹ ਕਿਸਾਨ ਜਥੇਬੰਦੀਆਂ ਆਪਣੇ ਪੇਜ ਦੇ ਉੱਤੇ ਪਾ ਰਹੀਆਂ ਨੇ। ਦੇਖੋ ਹੁਣ ਇਹ ਉਹੀ ਹੈ ਨਾ ਜਿਹੜਾ ਕੋਈ ਪੜ੍ਹ ਲਿਖ ਰਿਹਾ ਹੈ। ਸਾਰੇ ਇਹਨਾਂ ਕਾਨੂੰਨਾਂ ਦੀ ਇਹਨਾਂ ਜਿਹੜੇ 3 ਬਿੱਲ ਆਏ ਨੇ, ਇਹਨਾਂ ਬਿੱਲਾਂ ਦੇ ਉੱਤੇ ਸਭ ਤੋਂ ਪਹਿਲਾਂ ਪੜ੍ਹ ਕੇ ਇਹਨਾਂ ਨੂੰ ਲੋਕਾਂ 'ਚ ਲੈ ਕੇ ਕੌਣ ਗਏ? ਕਿਸਾਨ ਜਥੇਬੰਦੀਆਂ ਲੈ ਕੇ ਗਈਆਂ। ਤਾਂ ਇਹ ਨਹੀਂ ਹੈ ਕਿ ਉਹਨਾਂ ਨੂੰ ਇਹਦੀਆਂ ਕਾਨੂੰਨੀ ਤੇ ਹੋਰ ਜਿਹੜੀਆਂ ਲੀਗਲ ਜਿਹੜੀਆਂ ਹੋਰ ਚੀਜ਼ਾਂ ਨੇ ਇਹਦੇ ਬਾਰੇ ਉਹ ਪੜ੍ਹ ਲਿਖ ਜਾਂ ਜਾਣ ਨਹੀਂ ਰਹੇ। ਉਹਨਾਂ ਦੇ ਨਾਲ ਬਹੁਤ ਸਾਰੇ ਹੁਣ ਤਾਂ ਨੌਜਵਾਨ ਬਹੁਤ ਆ ਗਏ ਸੰਘਰਸ਼ ਦੇ ਵਿੱਚ। ਚੰਗੀ ਗੱਲ। ਆਪਾਂ ਬੇਅੰਤ ਜੀ, ਆਪਾਂ ਹੁਣ ਬਰੀਫ ਕਰਦੇ ਹਾਂ ਜੀ, ਆਪਣੇ ਕਾਫੀ ਸਮਾਂ ਇਹਦੇ ਤੇ ਲੱਗਿਆ, ਤਾਂ ਆਪਾਂ ਕੁਇਕਲੀ ਜਿਹੜੀਆਂ ਤਿੰਨ ਕੁ ਕਾਲਸ ਇਸ ਵੇਲੇ ਹੋਲਡ ਤੇ ਨੇ, ਆਪਾਂ ਇਹੀ 3 ਕਾਲਸ ਲਵਾਂਗੇ ਤੇ ਫਿਰ ਆਪਾਂ ਸਮਾਪਤ ਕਰ ਦਿੰਦੇ ਹਾਂ। ਸੋ ਆਪਾਂ ਦੇਖਦੇ ਹਾਂ ਜੀ ਅਗਲੇ ਕਾਲਰ। ਹਾਂਜੀ ਸਤਨਾਮ ਜੀ, ਤੁਸੀਂ ਆਉਂਦੇ ਹੋ, ਪਹਿਲਾਂ ਤਾਂ ਮਾਫੀ ਚਾਹਾਂਗਾ ਜੀ, ਕਾਫੀ ਦੇਰ ਤੁਹਾਨੂੰ ਹੋਲਡ ਰੱਖਣਾ ਪਿਆ। ਹੈਲੋ, ਹਾਂਜੀ ਸਤਨਾਮ ਜੀ, ਹੈਲੋ ਸਤਨਾਮ ਉੱਪਲ, ਤੁਸੀਂ ਆਉਂਦੀ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰੇ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ, ਤੇ ਮੈਂ ਇੱਕ ਸਟੈਂਡ ਲੈਣਾ। ਹਾਂਜੀ ਸਰ। ਹਾਂਜੀ, ਤੇ ਤੁਸੀਂ ਏਦਾਂ ਕਰੋ ਵੀ ਜਿਹੜੇ ਇੱਥੇ ਆਪਣੇ ਵਕੀਲ ਭਾਜੀ ਹੁਣੀ ਆ, ਭਰਾ ਆ ਜਿੰਨੇ ਵੀ ਆ, ਹਾਂਜੀ ਇੰਡੀਆ ਵਾਲੇ ਵੀ ਆ, ਤੁਸੀਂ ਏਦਾਂ ਕਰੋ ਵੀ ਇੱਕ ਗਰੁੱਪ ਬਣਾਓ ਜੀ। ਗਰੁੱਪ ਬਣਾ ਕੇ ਇਹ ਕੇਸ ਜਿਹੜਾ ਚਾਹੇ ਸੁਪਰੀਮ ਕੋਰਟ ਤਾਈਂ ਵੀ ਲੜਨਾ ਪਵੇ ਉਹ ਲੜੋ। ਠੀਕ ਹੈ ਜੀ। ਤੇ ਜੇ ਹੈਲਪ ਦੀ ਲੋੜ ਹੈ ਇੱਥੇ, ਜਿੰਨੇ ਆਪਾਂ ਬਹੁਤ ਆ, ਆਪਾਂ ਇੱਥੇ ਪੈਸੇ ਇਕੱਠੇ ਕਰ ਸਕਦੇ ਹਾਂ ਇਸ ਕੰਮ ਲਈ। ਠੀਕ ਹੈ ਸਰ, ਮੇਰਾ ਖਿਆਲ ਹਾਂਜੀ ਇਸ ਲੈਵਲ ਤੇ ਤਾਂ ਆਲਰੇਡੀ ਬਹੁਤ ਵੱਡੇ ਪੱਧਰ ਦੇ ਉੱਪਰ ਸ਼ਾਇਦ ਅਜੇ ਪੰਜਾਬ 'ਚ ਵੀ ਲੋਕ ਹਾਮੀ ਭਰਨ ਲਈ ਤਿਆਰ ਹੋਣਗੇ। ਪਰ ਬਹੁਤ ਮਿਹਰਬਾਨੀ ਸਰ, ਤੁਹਾਡੀਆਂ ਫੀਲਿੰਗਸ ਤੁਸੀਂ ਸਾਂਝੀਆਂ ਕੀਤੀਆਂ ਆਪਣੀਆਂ, ਬਹੁਤ ਸ਼ੁਕਰੀਆ ਸਰ। ਚੰਗਾ, ਕੁਛ ਹੋਰ ਕਹਿਣਾ ਚਾਹੋ ਸਰ? ਬਸ ਮੈਂ ਇਹੀ ਚਾਹੁੰਦਾ ਕਿ ਤੁਸੀਂ ਏਦਾਂ ਕਰੋ ਵੀ ਜਿਹੜੇ ਆਪਣੇ ਇੰਡੀਆ 'ਚ ਭਾਜੀ ਜੀ ਜਿੰਨੇ ਵੀ
ਜਿਹੜੇ ਵਕੀਲ ਆ ਜਾਂ ਟੇਕ ਓਵਰ ਕਰ ਰਹੇ ਕੇਸ ਨੂੰ, ਤੁਸੀਂ ਵੀ ਉਹਨਾਂ ਦੀ ਹੈਲਪ ਕਰੋ ਇੱਕ ਦੂਜੇ ਦੇ ਨਾਲ। ਜੀ 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 ਕੋਈ ਬਹੁਤ ਵੱਡੀ ਗੱਲ ਨਹੀਂ, ਉਹ ਪੰਜਾਬੀਆਂ ਮੂਹਰੇ ਤਾਂ ਕੋਈ ਚੀਜ਼ ਨਹੀਂ ਹਟਦੀ। ਬਿਲਕੁਲ ਠੀਕ ਹੈ ਸਰ, ਠੀਕ ਹੈ ਜੀ। ਇਹਨੀ ਦਾ ਦਰਿਆ ਨੂੰ ਬੰਨ ਲਾਤੇ ਸੀਗੇ, ਮੋਦੀ ਕਿਹੜੇ ਚੀਜ਼ ਬਾਗ ਦੀ ਮੂਲੀ ਆ। ਬਿਲਕੁਲ ਬਿਲਕੁਲ ਜੀ, ਠੀਕ ਹੈ ਸਰ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਜੀ। ਹਾਂਜੀ ਬੇਅੰਤ ਜੀ, ਆਪਾਂ ਵੈਸੇ ਇਹਨਾਂ ਨੇ ਇੱਕ ਸੁਝਾਅ ਹੀ ਦਿੱਤਾ, ਤੁਸੀਂ ਕੁਇਕ ਕਮੈਂਟ ਕਰ ਦਿਓ ਤੇ ਫਿਰ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ। ਮੈਂ ਤੇ ਬਸ ਬਰੀਫ ਇੰਨਾ ਹੀ ਕਰਨਾ ਚਾਹੂੰਗਾ ਕਿ ਜਿਹੜੀਆਂ ਇਹਦੀਆਂ ਆਪਾਂ ਨੂੰ ਪਤਾ ਕਿ ਕੋਈ ਵੀ ਜਿਹੜਾ ਕਾਨੂੰਨ ਬਣਦਾ ਉਹ ਪਾਰਲੀਮੈਂਟ ਦੇ ਵਿੱਚ ਬਣਦਾ ਹੈਗਾ। ਹਾਂਜੀ, ਪਾਰਲੀਮੈਂਟ ਦੇ ਕਿਸੇ ਕਾਨੂੰਨ ਨੂੰ ਚੈਲੰਜ ਹੈ ਜਿਹੜਾ ਉਹ ਇੱਥੇ ਉਦੋਂ ਤੱਕ ਕੀਤਾ ਜਾ ਸਕਦਾ ਜੇ ਉਹ ਪ੍ਰਸਤਾਵਨਾ ਜਿਹੜੀ ਭਾਰਤੀ ਸੰਵਿਧਾਨ ਦੀ, ਜਿਹਨੂੰ ਆਪਾਂ ਕਹਿਣਗੇ ਭਾਰਤ ਇੱਕ ਧਰਮ ਨਿਰਪੱਖ ਸਮਾਜਵਾਦੀ ਜਿਹੜਾ ਦੇਸ਼ ਹੈਗਾ, ਜੇ ਤਾਂ ਉਹ ਪ੍ਰਸਤਾਵਨਾ ਨੂੰ ਚੈਲੰਜ ਕਰਦਾ ਹੋਵੇ ਉਹਨੂੰ ਤਾਂ ਆਪਾਂ ਮਤਲਬ ਕਿ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹਾਂ। ਇਹ ਪ੍ਰੋਪਰਲੀ ਉਹਨਾਂ ਨੇ ਲੋਕ ਸਭਾ ਜਿਹੜਾ ਉੱਪਰਲਾ ਸਦਨ ਬੋਲਦੇ ਆ, ਫਿਰ ਹੇਠਲਾ ਸਦਨ ਜਿਹੜਾ ਰਾਜ ਸਭਾ, ਉਹਦੇ 'ਚ ਪ੍ਰੋਪਰਲੀ ਕਾਨੂੰਨ ਬਣਾ ਕੇ ਜਿਹੜਾ ਇਹ ਪਾਸ ਕੀਤਾ, ਭਾਵੇਂ ਉੱਥੇ ਰਾਜ ਸਭਾ 'ਚ ਧੱਕੇ ਨਾਲ ਕਰਵਾਇਆ, ਕੋਈ ਵੋਟਿੰਗ ਨਹੀਂ ਕਰਵਾਈ ਹੈਗੀ। ਤੋ ਇਹਦੇ 'ਚ ਆਪਾਂ ਨੂੰ ਦੂਜੀ ਚੀਜ਼ ਇਹ ਦੇਖਣੀ ਚਾਹੀਦੀ ਹੈ ਕਿ ਪਿਛਲੇ ਸਮੇਂ 'ਚ ਜਿਹੜਾ ਸੁਪਰੀਮ ਕੋਰਟ ਹਿੰਦੁਸਤਾਨ ਦੀ ਉਹ ਕਿਵੇਂ ਹੈ, ਜਿਹੜਾ ਇਹ ਭਾਰਤ ਦੀ ਜਿਹੜੀ ਇਹ BJP ਦੀ ਸਰਕਾਰ ਹੈ, ਇਹ ਫਾਸ਼ੀਵਾਦੀ ਹਕੂਮਤ ਦੇ ਮੂਹਰੇ ਵਿਛੀ ਹੈ ਉਹ ਲਗਾਤਾਰ। ਤੁਸੀਂ ਰਾਮ ਮੰਦਿਰ ਵਾਲਾ ਮੁੱਦਾ ਦੇਖ ਲਓ, ਤੁਸੀਂ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਹਨੂੰ ਵੀ ਗੈਰ ਕਾਨੂੰਨੀ ਪਿਛਲੇ 15 ਦਿਨ ਪਹਿਲਾਂ ਹੀ ਫੈਸਲਾ ਆਇਆ ਕਿ ਕਿਸੇ ਵੀ ਤੁਸੀਂ ਪਬਲਿਕ ਪਲੇਸ ਦੇ ਤੂੰ ਕਬਜ਼ਾ ਕਰਕੇ ਨਹੀਂ ਬੈਠ ਸਕਦੇ। ਕਦੋਂ ਆਇਆ? ਜਦੋਂ ਸਾਡੇ ਕਿਸਾਨ ਨੇ ਜਿਹੜੇ ਉਹ ਟੋਲ ਪਲਾਜ਼ਿਆਂ ਦੇ ਉੱਤੇ ਤੇ ਸ਼ਾਪਿੰਗ ਮਾਲਾਂ ਦੇ ਉੱਪਰ ਬੈਠੇ ਨੇਗੇ, ਤੇ ਉਹ ਹੜਤਾਲਾਂ ਨੂੰ ਗੈਰ ਕਾਨੂੰਨੀ ਲਗਾਤਾਰ ਐਲਾਨ ਹੈ ਜਿਹੜਾ ਸੁਪਰੀਮ ਕੋਰਟ ਹੈ ਜਿਹੜਾ ਉਹ ਅਮੈਂਡਮੈਂਟਾਂ ਕਰ ਰਹੀ ਹੈ ਕਾਨੂੰਨ ਦੇ ਵਿੱਚ। ਤੋ ਇੱਕ ਤਾਂ ਇਹ ਆ ਵੀ ਇਹ ਕੋਰਟ ਦੇ ਵਿੱਚ ਤਾਂ ਜਾ ਕੇ ਕਈ ਵਾਰੀ ਅਸੀਂ ਆਪਣੇ ਹੱਥ ਵੀ ਵਢਾ ਲੈਂਦੇ ਹਾਂ ਤੇ ਉੱਥੇ ਕੋਰਟ ਨੇ ਕਹਿਤਾ ਵੀ ਇਹਦਾ ਕਾਨੂੰਨ ਸਹੀ ਨੇ। ਆਪਾਂ ਨੂੰ ਪਤਾ ਹੈ ਕਿ ਉਹਨਾਂ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਦੇ ਵਿੱਚ ਸ਼ੇਅਰਿੰਗ ਹੈ ਸਾਡੇ ਜੱਜਾਂ ਦੀ, ਉਹਨਾਂ ਦੇ ਵਿੱਚ ਨਿਆਮਗਿਰੀ ਪਰਬਤ ਹੈ ਜਿਹੜਾ 16 ਕਿਲੋਮੀਟਰ ਲੰਬਾ, ਜਿੱਥੋਂ ਆਇਰਨ ਔਰ ਨਿਕਲਦਾ ਹੈਗਾ, ਤੇ ਉਹ ਵੇਦਾਂਤਾ ਕੰਪਨੀ ਨੂੰ ਵੇਚਿਆ ਗਿਆ। ਤੇ ਬਾਅਦ ਦੇ ਵਿੱਚ ਜਦੋਂ ਉੱਥੇ ਕੁਝ ਵਾਤਾਵਰਨ ਦੀ ਸਮੱਸਿਆ ਖੜੀ ਹੋਈ, ਵਾਤਾਵਰਨ ਪ੍ਰੇਮੀਆਂ ਨੇ ਕੇਸ ਲਾਇਆ, ਤਾਂ ਪਤਾ ਇਹ ਲੱਗਿਆ ਕਿ ਸੁਪਰੀਮ ਕੋਰਟ ਦੇ ਇੱਕ ਬੈਂਚ ਦੇ ਜੱਜ ਦੇ ਸ਼ੇਅਰ ਨੇ ਵੇਦਾਂਤਾ ਕੰਪਨੀ ਦੇ ਵਿੱਚ। ਠੀਕ ਹੈ ਤੋ ਸਾਨੂੰ ਇਹ ਚੀਜ਼ ਥੋੜੀ ਜੀ ਇਹ ਵੀ ਆਪਾਂ ਨੈਕਸਟ ਕਾਲ ਲੈ ਲੈਣੇ ਜੀ, ਇਹੀ ਲਾਸਟ 2 ਕਾਲਸ ਹੀ ਲਵਾਂਗੇ ਜੀ, ਆਪਾਂ ਫਿਰ ਵਾਈਂਡ ਅਪ ਕਰ ਦਿੰਦੇ ਹਾਂ। ਹਾਂਜੀ, ਬਾਸੀ ਲਾਸਟ ਨੇਮ ਲਿਖਿਆ ਆ ਰਿਹਾ ਜੀ ਤੁਹਾਡਾ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸੌਰੀ ਪਹਿਲਾਂ ਕਾਫੀ ਦੇਰ ਤੁਹਾਨੂੰ ਹੋਲਡ ਕਰਨਾ ਪਿਆ ਜੀ। ਕੋਈ ਗੱਲ ਨਹੀਂ। ਹਾਂਜੀ ਸਰ। ਗਿੱਲ ਸਾਹਿਬ, ਸਰ ਬੇਅੰਤ ਸਿੰਘ ਜੀ, ਦੇਖੋ ਤੋਂ ਪਹਿਲਾਂ ਨਾ ਇੱਕ ਆਇਆ ਤਾਂ ਦਿਲਬਾਗ ਸਿੰਘ, ਉਹ ਵੀ ਪੜ੍ਹਿਆ ਲਿਖਿਆ ਐਡਵੋਕੇਟ, ਖੇਤੀ ਕਰਦਾ ਬੰਦਾ, ਤੇ ਇੱਕ ਦੀਪ ਸਿੱਧੂ ਤੁਹਾਡੇ ਸਾਹਮਣੇ ਆਇਆ, ਉਹ ਵੀ ਬਹੁਤ ਪੜ੍ਹਿਆ ਲਿਖਿਆ ਮੁੰਡਾ ਹੈਗਾ। ਤੇ ਆਪਣੇ ਸ਼ਾਇਦ ਗਾਉਣੇ ਵਾਲਾ ਸੀਗਾ ਮੁੰਡਾ ਮੇਰੇ ਇਲਾਕੇ ਦਾ, ਬੱਬੂ ਮਾਨ, ਉਹਨੇ ਸਭ ਤੋਂ ਪਹਿਲਾਂ ਛਾਲ ਮਾਰੀ ਸੀ, ਉਹ ਬਹੁਤ ਵਧੀਆ ਖੇਤੀਬਾੜੀ ਮਹਿਕਮੇ ਵਾਲਾ। ਸੋ ਜਿਹੜੇ ਹੁਣ ਇਹਨਾਂ 'ਚ ਆ ਗਏ, ਸਭ ਤੋਂ ਪਹਿਲਾਂ ਜਦੋਂ ਕੈਪਟਨ ਸਾਹਿਬ ਕੈਪਟਨ ਸੀਗੇ ਘਰ ਗਏ ਸੀ ਸਰਦਾਰ ਅਸੀਂ ਜੌਹਲ ਦੇ ਪਾਣੀ ਦੇ ਮਸਲੇ 'ਚ, ਉਹਨਾਂ ਨੇ ਸਾਰਾ ਪਾਣੀ ਦਾ ਖੇਤੀ ਦਾ ਮਸਲਾ ਦੱਸਿਆ ਸੀਗਾ। ਮੈਂ ਵੱਡੀ ਗੱਲ ਨਹੀਂ ਕਰਨੀ, ਇੱਕੋ ਗੱਲ ਕਰਦਾ ਵੀ ਜਿੱਕਣ ਨੇ ਕੈਪਟਨ ਸਾਹਿਬ ਨੇ ਕਰਿਆ, ਚਾਹੇ ਅਧੂਰਾ ਚਾਹੇ ਪੂਰਾ, ਜੋ ਬਿਲ ਕਰਤੇ ਉਹ ਕਰਤੇ। 115 ਬੰਦੇ ਨਾਲ ਹੋ ਗਏ, ਆਪਣੀਆਂ ਕਿਸਾਨ ਯੂਨੀਅਨ ਸਾਰੀਆਂ ਇਕੱਠੀਆਂ। ਇੱਕੋ ਇੱਕ ਸੀ ਜੀ, ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਜੇ ਹੋ ਸਕੇ ਨਾ ਜਿੰਨੀਆਂ ਵੱਧ ਤੋਂ ਵੱਧ ਹੋ ਸਕਦਾ ਹੈ, ਜਿੰਨੀਆਂ ਸਰਕਾਰਾਂ ਆਈਆਂ ਇਹਦੇ ਖਿਲਾਫ ਇੱਕ ਵਾਰ ਨਾ ਬਿੱਲ ਪਾਸ ਕਰ ਪਾਉਣ, ਮਤੇ ਪਾਉਣ, ਤਾਂ ਕਿ ਜਿਹੜਾ ਦਿੱਲੀ ਤੋਂ ਸਿੱਧਾ ਚੱਲ ਪੈਂਦਾ ਠੋਕ ਦਮ। ਹੋਰ ਗੱਲ ਹਾਂਜੀ ਜੀ, ਬਸ ਤੁਹਾਡੀ ਨਾ ਆਵਾਜ਼ ਵਿੱਚ ਕੱਟ ਹੋ ਰਹੀ ਹੈ ਜੀ, ਰੇਂਜ ਥੋੜੀ ਖਰਾਬ ਲੱਗਦੀ ਹੈ ਵਿੱਚ। ਹਾਂਜੀ, ਮੈਨੂੰ ਡ੍ਰੌਪ ਕਰਨੀ ਪੈਣੀ ਹੈ ਜੀ ਲਾਈਨ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੁਣ। ਹਾਂਜੀ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਆਪਾਂ ਲਾਸਟ ਕਾਲ ਲਵਾਂਗੇ ਜੀ ਤੇ ਫਿਰ ਆਪਾਂ ਕਮੈਂਟ ਲੈਣੇ ਜੀ ਤੁਹਾਡੇ। ਹਾਂਜੀ, ਨੈਕਸਟ ਕਾਲ 0333। ਹਾਂਜੀ, ਤੁਸੀਂ ਆਉਂਦੀ ਰਹੋ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ, ਤੇ ਆਪਣੇ ਬੇਅੰਤ ਸਿੰਘ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ, ਪਹਿਲੀ ਗੱਲ ਤੇ ਜੀ ਆਪਣੇ ਸਰਦਾਰ ਬੇਅੰਤ ਸਿੰਘ ਉਹਨਾਂ ਨੇ ਵੈਸੇ ਕਸਰ ਕੋਈ ਛੱਡੀ ਨਹੀਂ ਹੈਗੀ, ਜਿਹਦਾ ਕਿ ਸਵਾਲ ਅਸੀਂ ਕੀ ਕਰਨਾ ਉਹਦੇ ਅੱਗੇ ਕੁਛ ਵੀ ਨਹੀਂ ਰਹਿ ਜਾਂਦਾ, ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਕੁਛ ਐਕਸਪਲੇਨ ਕੀਤਾ ਸਾਨੂੰ, ਤੇ ਜੋ ਵੀ ਇਹਨਾਂ ਨੇ ਕੀਤਾ ਗਾ। ਮੈਂ ਸਵਾਲ ਕਰਨਾ ਚਾਹੁੰਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਸ ਵਾਰੀ ਬਿੱਲ ਜਦੋਂ ਪੇਸ਼ ਕੀਤੇ, ਤੇ ਇੱਕ ਵਾਰੀ ਇਹਨਾਂ ਨੇ ਜਦੋਂ ਪਾਣੀਆਂ ਦਾ ਕੀਤਾ ਸੀਗਾ ਜੀ, ਉਦੋਂ ਇਹਨਾਂ ਨੇ ਬੜਾ ਬੜਕ ਦੇ ਨਾਲ ਕੀਤਾ ਸੀਗਾ ਤੇ ਨਿਰਧੜਕਤਾ ਦੇ ਨਾਲ ਕੀਤਾ ਸੀ। ਇਸ ਵਾਰੀ ਥੋੜੇ ਯਰਕੇ ਲੱਗ ਰਹੇ ਸੀਗੇ, ਉਹਦੇ ਕਾਰਨ ਤੁਸੀਂ ਕੋਈ ਦੱਸ ਸਕਦੇ ਹੋ? ਤੁਹਾਨੂੰ ਤੁਸੀਂ ਜ਼ਿਆਦਾ ਉੱਥੇ ਦੇਖਿਆ ਹੋਣਾ ਵੀ ਇਹਨਾਂ ਦੇ ਜਾਂ ਤੇ ਬੇਟੇ ਦਾ ਵੀ ਡਰ ਇਹਨਾਂ ਨੂੰ ਸਤਾਉਂਦਾ ਹੋਣਾ ਵੀ ਕਿਉਂਕਿ ਲਿਫਾਫਾ ਬੰਦ ਪਿਆ ਜੀ ਈਡੀ ਦੇ ਟੇਬਲ ਤੇ ਹੀ ਹੁੰਦਾ, ਉਹਦੇ ਕੁਛ ਵੀ ਨਹੀਂ ਇਹਨਾਂ ਨੇ ਕੱਢਿਆ ਹੈਗਾ। ਤੇ ਦੂਜਾ ਜੀ ਆਪਣੇ ਰੂਸਾ ਆਲਮ ਹੁਣੀ ਦੇਖੋ, ਉਹ ਮਤਲਬ ਕਿ ਛੋਟੀ ਮੋਟੀ ਹਸਤੀ ਨੇ ਵੀ ਪਾਕਿਸਤਾਨ ਦੀ ਇੰਟੈਲੀਜੈਂਸ ਦੇ ਵਿੱਚ ਕੰਮ ਕਰਦੀ ਹੈ,
ਤੇ ਇਹਨਾਂ ਦੇ ਘਰੇ ਕਿੰਨੇ ਕਿੰਨੇ ਦਿਨ ਮਹਿਮਾਨ ਬਣ ਕੇ ਰਹਿ ਕੇ ਜਾਂਦੀ ਹੈ ਜੀ। ਤੇ ਉਹ ਤਾਂ ਜਦੋਂ ਮਰਜ਼ੀ ਮਤਲਬ ਕਿ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤਾਂ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਉਹ ਊਠ ਦੀ ਬੱਕਰੀ ਦਾ ਊਠ ਬਣਾ ਸਕਦੇ। ਇੱਥੇ ਦਾ ਊਠ ਹੀ ਸਾਹਮਣੇ ਇਹਨਾਂ ਨੂੰ ਖੜਾ ਹੀ ਦਿਖ ਰਿਹਾ ਵੀ ਬੱਕਰੀ ਦਾ ਊਠ ਬਣਾਉਣਾ ਹੀ ਨਹੀਂ ਪੈਣਾ। ਤੇ ਇਹਨਾਂ ਨੂੰ ਕੋਈ ਡਰ ਸਤਾ ਰਿਹਾ ਇਸ ਵਾਰੀ ਇਹਨਾਂ ਚੀਜ਼ਾਂ ਦਾ ਤਾਂ ਇਹ ਯਾਰ ਕਰਿਆ ਸੀ ਕਿ ਜਾਂ ਕੋਈ ਹੋਰ ਕਾਰਨ ਸੀ ਕਿ ਜਾਂ ਇਹਨਾਂ ਦੀ ਸਿਹਤ ਸਾਥ ਨਹੀਂ ਦੇ ਰਹੀ? ਇਹਦੇ ਬਾਰੇ ਪਲੀਜ਼ ਦੱਸੋ ਜੀ। ਥੈਂਕ ਯੂ। ਸ਼ੁਕਰੀਆ ਬ੍ਰਦਰ, ਬਹੁਤ ਮਿਹਰਬਾਨੀ। ਸੋ ਦੋਸਤੋ ਅਸੀਂ ਹੋਰ ਕਾਲਸ ਨਹੀਂ ਲਵਾਂਗੇ। ਮੈਂ ਬੇਨਤੀ ਕਰ ਦਿੰਦਾ ਜੀ ਕਿ ਪਲੀਜ਼ ਹੁਣ ਤੁਸੀਂ ਹੋਰ ਕਾਲ ਨਾ ਕਰਿਓ ਜੀ ਇਸ ਟੌਪਿਕ ਤੇ। ਹਾਂਜੀ ਸਰ। ਭਾਜੀ ਮੈਂ ਨਾਮ ਭੁੱਲ ਗਿਆ ਇਹਨਾਂ ਦਾ, ਭਾਜੀ ਹੋਰਾਂ ਦਾ। ਮੇਰੇ ਖਿਆਲ ਮੈਨੂੰ ਲੱਗਦਾ ਉਹਨਾਂ ਨੇ ਦੱਸਿਆ ਨਹੀਂ, ਪਰ ਮੈਨੂੰ ਲੱਗਦਾ ਵਿਕਰਮ ਜੀ ਸੀਗੇ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਹਾਂਜੀ ਕੋਈ ਨਹੀਂ। ਠੀਕ ਹੈ। ਤੋ ਉਹ ਲਾਈਨ ਤੇ ਨਹੀਂ ਜੀ? ਨਹੀਂ ਜੀ, ਉਹ ਡ੍ਰੌਪ ਕਰ ਗਿਆ ਜੀ ਲਾਈਨ। ਠੀਕ ਹੈ। ਤੋ ਮੈਂ ਇਹਦੇ ਤੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਹੂੰਗਾ ਕਿ ਉਹਨਾਂ ਨੇ ਨਾ ਬੜੀਆਂ ਡੂੰਘੀਆਂ ਗੱਲਾਂ ਨੇ ਜਿਹੜੀਆਂ ਫੜੀਆਂ ਨੇਗੀਆਂ। ਤੇ ਇੱਕ ਤਾਂ ਇਹ ਆ ਵੀ ਅੱਜ ਨਾ ਵੀਡੀਓ ਦੇਖਣੀ ਚਾਹੀਦੀ ਹੈ ਜਿਹਦੀ ਜਦੋਂ ਅਮਰਿੰਦਰ ਸਿੰਘ ਬੋਲ ਰਹੇ ਹੈਗਾ ਉਹਦੇ ਚ। ਤੇ ਉਹਨਾਂ ਨੇ ਜਿਹੜਾ ਕਿਹਾ ਕਿ ਉਹ ਜਦੋਂ ਪਹਿਲਾਂ ਬੜਕ ਮਾਰ ਰਹੇ ਸੀਗੇ, ਅੱਜ ਬੜਕ ਉਹਨਾਂ ਨੇ ਅੱਜ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਹਿੰਦਾ ਮੈਂ ਅਸਤੀਫਾ ਜੇਬ ਚ ਚੱਕੀ ਫਿਰਦਾ, ਪਰ ਜਦੋਂ ਜੇਬ ਚ ਹੱਥ ਮਾਰਿਆ ਤਾਂ ਜੇਬ ਖਾਲੀ ਸੀ। ਠੀਕ ਹੈ। ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਉਹਨਾਂ ਨੇ ਅਸਤੀਫੇ ਵਾਲੀ ਗੱਲ ਕੀਤੀ ਹੈਗੀ ਇਹ, ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਉਵੇਂ ਓਦਾਂ ਦੀ ਬੜਕ ਵਾਲੀ ਗੱਲ ਨਹੀਂ ਹੈਗੀ ਸੀਗੀ। ਉਹਦੇ ਚ ਇਹ ਹੈਗਾ ਕਿ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਨੇਗੇ। ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਕਿ ਇਹਨਾਂ ਸਿਆਸੀ ਪਾਰਟੀਆਂ ਨੂੰ ਇਹ ਕਿਸਾਨ ਅੰਦੋਲਨ ਨਾ ਕਹੀਏ, ਲੋਕ ਲਹਿਰ ਕਹਿ ਲਈਏ, ਇਸ ਲੋਕ ਲਹਿਰ ਨੇ ਸਿਆਸੀ ਪਾਰਟੀਆਂ ਨੂੰ ਹੈ ਜਿਹੜਾ ਉਹ ਇਨਰੈਲੀਵੈਂਟ ਕਰਤਾ, ਹਲਾ ਕੇ ਰੱਖ ਦਿੱਤਾ। ਉਹਨਾਂ ਨੂੰ ਲੱਗਣ ਲੱਗਾ ਯਾਰ ਸਾਡੀ ਤਾਂ ਕਦਰ ਹੀ ਨਹੀਂ ਹੈਗੀ ਕੋਈ। ਹਾਂ ਬਿਲਕੁਲ। ਤੇ ਉਹਦੇ ਚ ਆਪਾਂ ਨੂੰ ਪਤਾ ਕਿ ਨੀਤੀਆਂ ਵਾਲੇ ਮਸਲਿਆਂ ਦੇ ਉੱਤੇ ਜੇ ਬਿੱਲ ਵੀ ਜਿਹੜੇ ਆਏ ਨੇ, ਜਿਨ੍ਹਾਂ ਦੇ ਮੈਂ ਪਹਿਲਾਂ ਇਹਨਾਂ ਦੇ ਲੂਜ਼ ਪੋਲ ਦੇ ਬਾਰੇ ਜਿਹੜੀ ਗੱਲ ਕੀਤੀ ਹੈ, ਇਹ ਨੀਤੀਆਂ ਤੇ ਚੋਟ ਨਹੀਂ ਕਰਦੇ ਹੈ। ਇਹ ਹਨਾ MSP ਜਦੋਂ ਪਹਿਲਾਂ ਮਿਲਦਾ ਸੀ ਕਿਸਾਨਾਂ ਨੂੰ, ਜਦੋਂ MSP ਮਿਲਦਾ ਸੀ ਉਦੋਂ ਫਿਰ ਕਿਸਾਨ ਕਰਜ਼ਈ ਕਿਵੇਂ ਹੋ ਗਏ ਹਨਾ। ਉਹ ਜਿਹੜਾ ਕਾਰਪੋਰੇਟ ਮਾਡਲ ਹੈ ਉਹਦੇ ਚ ਤਾਂ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਨੇ ਨਾ ਲਾਗੂ ਕਰਨ ਦੇ ਲਈ, ਜਿਹੜਾ ਕਿਸਾਨੀ ਨੀਤੀਆਂ ਨੂੰ ਲਾਗੂ ਕਰਨ ਦੇ ਲਈ। ਤਾਂ ਇਸ ਕਰਕੇ ਇਹਨਾਂ ਨੂੰ ਐਵੇਂ ਲੱਗਦਾ ਕਿ ਜੇ ਮੰਨ ਲਓ ਇੱਥੇ ਕੱਲ੍ਹ ਨੂੰ ਸਾਨੂੰ ਅਸਤੀਫੇ ਵੀ ਦੇਣੇ ਪੈਣ, ਕਿਉਂਕਿ ਹੁਣ ਅਗਲੀ ਜਿਹੜੀ ਡਿਮਾਂਡ ਬਣ ਸਕਦੀ ਹੈ ਉਹ ਬਣੂਗੀ ਵੀ ਜੇ ਕੇਂਦਰ ਸਰਕਾਰ ਉੱਥੇ ਪਾਰਲੀਮੈਂਟ ਦੇ ਵਿੱਚ ਨਹੀਂ ਏਦਾਂ ਦੇ ਕਾਨੂੰਨ ਪਾਸ ਕਰਦੀ ਤੇ ਨਹੀਂ ਗੱਲ ਸੁਣਦੀ, ਤਾਂ ਉੱਥੇ ਜੇ ਇਹ ਕਾਨੂੰਨਾਂ ਨੂੰ ਡਰੋਪ ਕਰਦੀ ਹੈਗੀ ਤਾਂ ਫਿਰ ਇਹ ਗੱਲ ਆਊਗੀ ਕਿ ਜਿਹੜੇ ਸਾਡੇ ਇੱਥੋਂ ਜਿੱਤੇ ਹੋਏ MLA ਨੇ, MP ਨੇ 13 ਦੇ 13, ਉਹ ਅਸਤੀਫੇ ਦੇਣ। ਕਿਉਂਕਿ ਉਹਦੇ ਚੋਂ ਅਮਰਿੰਦਰ ਸਿੰਘ ਨੇ ਬੋਲਿਆ ਕਿ ਅਸੀਂ ਤਾਂ ਅਸਤੀਫੇ ਆ ਜਿਹੜੇ ਉਹ ਜੇਬ ਚ ਰੱਖਣਾ, ਤਾਂ ਉੱਥੋਂ ਹੀ ਪਹਿਲਾਂ MPs ਦੇ ਬੇਸਿਸ ਤੇ ਗੱਲ ਕਰਨੀ ਪੈਣੀ ਨਾ ਜੀ। ਬਿਲਕੁਲ ਵੀ ਜੇ ਉੱਥੇ ਗੱਲ ਨਹੀਂ ਸੁਣਦੇ ਤਾਂ ਫਿਰ ਉੱਥੇ MP ਕੀ ਕਰ ਰਹੇ ਨੇ, ਅਸਤੀਫੇ ਦੇਣ ਤੇ ਆ ਕੇ ਲੜਨ, ਇੱਥੇ ਲੋਕਾਂ ਦੇ ਨਾਲ ਖੜਨ। ਇੱਕ ਤਾਂ ਉਹਦੇ ਚੋਂ ਮੈਨੂੰ ਇਹ ਹੈ ਕਿ ਉਹਦੇ ਚੋਂ ਅਮਰਿੰਦਰ ਸਿੰਘ ਸਿਆਸੀ ਲਾਹਾ ਜਿਹੜਾ ਉਹ ਲੈਣਾ ਚਾਹੁੰਦੇ ਨੇ। ਪਰ ਜੇ ਅਸੀਂ ਦੂਜਾ ਦੇਖੀਏ ਕਿ ਜਦੋਂ ਧਾਰਾ 370 ਤੋੜੀ ਗਈ, ਜਦੋਂ ਨੋਟਬੰਦੀ ਹੋਈ, ਜਦੋਂ GST ਲਾਗੂ ਹੋਇਆ, ਜਿੰਨੇ ਵੀ ਲੋਕ ਵਿਰੋਧੀ ਫੈਸਲੇ ਨੇ ਜਿਹੜੇ ਉਹ BJP ਸਰਕਾਰ ਨੇ ਲਏ, ਉਹਨਾਂ ਦੇ ਉੱਤੇ ਅਮਰਿੰਦਰ ਸਿੰਘ ਬਹੁਤ ਸੌਫਟ ਕਾਰਨਰ ਰਿਹਾ BJP ਦੇ ਮਸਲੇ ਦੇ ਉੱਤੇ। ਠੀਕ ਹੈ। ਤੇ ਜਿਹੜੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੁੰਡੇ ਵਾਲਾ ਜਿਹੜਾ ਕਾਗਜ਼ ਵੀ ਹੈ ਜਿਹੜਾ ਉਹ ਵੀ ਹਜੇ BJP ਦੇ ਕੋਲੇ ਪਿਆ, ਅਰੂਸਾ ਆਲਮ ਵਾਲਾ ਮਸਲਾ ਵੀ ਹੈ ਜਿਹੜਾ ਉਹ ਹੈਗਾ ਗਾ। ਤੋ ਉਹਦੇ ਚੋਂ ਪਹਿਲਾਂ ਤਾਂ ਇਹੀ ਗੱਲ ਹੈ ਨਾ, ਸਾਡੇ ਪੰਜਾਬ ਦੇ ਵਿੱਚ ਤਾਂ ਇਹ ਚਰਚਾ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ ਕਿ BJP ਅਮਰਿੰਦਰ ਸਿੰਘ ਹੈ ਜਿਹੜਾ ਉਹ ਘੁਰਕੀ ਦੇ ਰਿਹਾ ਸੀਗਾ ਕਿ ਜੇ ਮੈਨੂੰ ਤੁਸੀਂ ਪੰਜਾਬ ਦੀ CMਸ਼ਿਪ ਨਹੀਂ ਦਿੰਦੇ ਤਾਂ ਮੈਂ ਜਿਹੜਾ ਆਪਦੇ ਬੰਦਿਆਂ ਦੇ ਨਾਲ BJP ਦੇ ਵਿੱਚ ਚਲਾ ਜਾਊਂਗਾ। ਅੰਦਰੋਂ ਇਹ ਵੀ ਹੈ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਸੀ ਕਾਂਗਰਸ ਦੇ ਵਿੱਚੋਂ। ਤਾਂ ਉਹ ਇੱਕ ਹੈ ਜਿਹੜਾ ਇਹ ਇੱਕ ਕਿਤੇ ਨਾ ਕਿਤੇ ਤਾਂ ਇਹ ਫਰੈਂਡਲੀ ਗੇਮ ਹੈ ਜਿਹੜਾ ਆਪਸ ਦੇ ਵਿੱਚ ਖੇਡਦੇ ਨੇਗੇ ਸਿਆਸੀ ਲਾਹਾ ਲੈਣ ਦੇ ਬਾਅਦ। ਠੀਕ ਹੈ ਜੀ। ਜੀ ਮੈਨੂੰ ਹੁਣ ਆਪਾਂ ਨੂੰ ਵਾਈਂਡ ਅਪ ਕਰਨਾ ਪੈਣਾ ਜੀ। ਕਾਫੀ ਅੱਜ ਡਿਟੇਲਡ ਗੱਲਬਾਤ ਹੋ ਗਈ ਇਹਦੇ ਤੇ ਸਾਡੀ, ਤੇ ਕਾਫੀ ਸਾਰੇ ਸਾਡੇ ਹੁਣ ਸਪੌਂਸਰਸ ਦੇ ਮੈਸੇਜਸ ਵੀ ਪੈਂਡਿੰਗ ਨੇ, ਤੇ ਕੁਛ ਇੱਕ ਇੰਪੋਰਟੈਂਟ ਕਾਲਸ ਜਿਹੜੀਆਂ ਅਸੀਂ ਇੱਥੋਂ ਵੀ ਲਈਏ। ਤੇ ਵੈਸੇ ਤੁਸੀਂ ਬੜੀ ਡਿਟੇਲਡ ਜਾਣਕਾਰੀ ਸਾਂਝੀ ਕੀਤੀ, ਔਰ ਮੈਨੂੰ ਪੂਰੀ ਆਸ ਹੈ ਕਿ ਜਿਹੜੇ ਸਾਡੇ ਲਿਸਨਰਸ ਜਿਹੜੇ ਆਪਣੇ ਇਸ ਗੱਲਬਾਤ ਨਾਲ ਜੁੜੇ ਉਹਨਾਂ ਨੇ ਕਾਫੀ ਪੱਖ ਜਿਹੜੇ ਨੇ ਉਹਨਾਂ ਤੱਕ ਕਲੀਅਰ ਹੋਏ ਹੋਣੇ ਆ। ਤੇ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਅਖੀਰ ਤੇ ਕਲੋਜ਼ਿੰਗ ਰਿਮਾਰਕਸ ਦਿੰਦੇ ਹੋਏ ਹੁਣ ਕੀ ਦੇਖਦੇ ਹੋ ਕਿ ਆਉਣ ਵਾਲੇ 2-3 ਦਿਨ 4 ਦਿਨ ਹਫ਼ਤੇ ਤੱਕ ਕਿਸ ਤਰ੍ਹਾਂ ਦਾ ਮਾਹੌਲ ਬਣਨਾ ਹੈ ਪੰਜਾਬ ਦੇ ਵਿੱਚ? ਦੇਖੋ, ਅੰਤਮ ਸ਼ਬਦਾਂ ਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਕਿ ਲੋਕਾਂ ਨੂੰ ਆਪਣੇ ਸੰਘਰਸ਼ ਦੇ ਉੱਤੇ ਆ ਜਿਹੜਾ ਉਹ ਭਰੋਸਾ ਵੱਜਿਆ ਹੈਗਾ। ਦੂਜਾ ਇਹ ਹੈਗਾ ਕਿ ਸੰਘਰਸ਼ ਹੈ ਜਿਹੜਾ ਉਹ ਸਾਰੇ ਕਿਸਾਨ ਲੀਡਰ ਕਹਿ ਰਹੇ ਨੇਗੇ ਕਿ ਇਹ ਕੇਂਦਰ ਸਰਕਾਰ ਵੱਲ ਜਿਹੜਾ ਸਿੱਧਤ ਹੋਊਗਾ, ਕਿਉਂਕਿ ਇਕੱਲੇ ਪੰਜਾਬ ਦੇ ਵਿੱਚ ਤਾਂ ਲਾਗੂ ਨਹੀਂ ਹੋਇਆ, ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਇਹਨਾਂ ਨੇ ਲਾਗੂ ਕਰਿਆ ਹੈਗਾ।
ਤੋ ਇਸ ਕਰਕੇ ਇੱਕ ਤਾਂ ਇਹ ਹੈਗਾ ਕਿ ਕੋਆਰਡੀਨੇਸ਼ਨ ਹੈ ਜਿਹੜਾ ਸੰਘਰਸ਼ ਦਾ, ਉਹ ਪੂਰੇ ਦੂਜੀਆਂ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੇ ਨਾਲ ਮਿਲਾ ਕੇ। ਤੋ ਮੈਨੂੰ ਲੱਗਦਾ ਹੈਗਾ ਕਿ ਨਵੰਬਰ ਦੇ ਮਹੀਨੇ 'ਚ, ਕਿਉਂਕਿ ਹੁਣ ਸੀਜ਼ਨ ਵੀ ਚੱਲ ਰਹੇ ਹੈ, ਫਿਰ ਕਣਕ ਵੀ ਬੀਜਣੀ ਹੈ, ਉਦੋਂ ਬਾਅਦ 'ਚ ਵਿਹਲੇ ਹੋ ਕੇ ਤੇ ਪੰਜਾਬ, ਹਰਿਆਣਾ ਤੇ ਪੂਰੇ ਦੂਜੇ ਭਾਰਤ ਦੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਨਵੰਬਰ ਦੇ ਵਿੱਚ ਹੋ ਸਕਦਾ ਹੈਗਾ ਕਿ ਦਿੱਲੀ ਘਰਾਓ ਦਾ ਸੱਦਾ ਹੈ ਜਿਹੜਾ ਉਹ ਕਿਸਾਨ ਜਥੇਬੰਦੀਆਂ ਦੇਣਗੀਆਂ। ਤੇ ਕੱਲ ਪਰਸੋਂ ਨੂੰ ਹੋ ਸਕਦਾ ਇਹ ਬਿੱਲਾਂ ਦੇ ਉੱਤੇ ਉਹ ਆਪਣਾ, ਕੱਲ ਨੂੰ ਮੀਟਿੰਗ ਹੈ 30 ਕਿਸਾਨ ਜਥੇਬੰਦੀਆਂ ਦੀ ਇਹਨਾਂ ਬਿੱਲਾਂ ਦੇ ਸਬੰਧ ਦੇ ਵਿੱਚ, ਉਹ ਵੀ ਆਪਣੇ ਕਮੈਂਟ ਹੈ ਜਿਹੜਾ ਉਹ ਦੇਣਗੀਆਂ। ਤੋ ਹੋ ਸਕਦਾ ਉਹਨਾਂ ਦੇ ਏਦਾਂ ਦੇ ਹੀ ਕਮੈਂਟ ਹੋਣਗੇ ਜਿਵੇਂ ਦੇ ਆਪਾਂ ਇਹ ਬਿੱਲਾਂ ਨੂੰ ਆ ਜਿਹੜਾ ਇੱਥੇ ਉਹਨਾਂ ਦਾ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਰੀ ਗੁੱਡ ਬਿਆਨ ਜੀ, ਬਹੁਤ ਸ਼ੁਕਰੀਆ ਬ੍ਰਦਰ, ਥੈਂਕ ਯੂ ਸੋ ਮਚ। ਕਾਫੀ ਡੂੰਘੀ ਚਰਚਾ ਹੋਈ, ਮੈਨੂੰ ਲੱਗ ਰਿਹਾ ਕਿ। ਔਰ ਅਟਵਾਲ ਸਾਹਿਬ ਤੁਹਾਡਾ ਵੀ ਇੱਕ ਵਾਰ ਫਿਰ ਬਹੁਤ ਧੰਨਵਾਦ। ਬੇਸ਼ੱਕ ਅੱਜ ਮਾਈਕ ਤੁਹਾਡੇ ਕੋਲ ਥੋੜਾ ਘੱਟ ਗਿਆ, ਪਰ ਨਹੀਂ ਮੈਂ ਤਾਂ ਸੋਚ ਰਿਹਾ, ਮੈਂ ਕਿਹਾ ਜਿਹੜੇ ਭੂਮਿਕਾ ਸ਼ੁਰੂ ਚ ਬਣੀ ਸੀ, ਇਹ ਕਹਿ ਰਹੇ ਸੀ ਕਿ ਮੈਂ ਹੈ ਨਹੀਂ, ਮੈਂ ਤੁਹਾਨੂੰ ਕਿਹਾ ਸੀ ਕਿ ਸਾਬਤ ਕਰਤਾ ਵੀ ਤੁਸੀਂ ਠੀਕ, ਤੁਸੀਂ ਤਾਂ ਸਗੋਂ ਘੱਟ ਹੀ ਸਿਫਤ ਕੀਤੀ, ਇਹਨਾਂ ਦੀ ਤਾਂ ਵੱਧ ਨਿਕਲੇ। ਨਹੀਂ ਉਹ ਦੇਖੋ ਬੇਅੰਤੀ ਹੈ ਨਾ, ਨਾਮ ਹੀ ਜਿਹਦਾ ਬੇਅੰਤ ਹੈ, ਤੁਸੀਂ ਦੇਖੋ ਕਿ ਉਹ ਬੇਅੰਤੀ ਹੈ ਸੀ। ਰਾਈਟ, ਨਹੀਂ ਚਲੋ ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ। ਦੇਖੋ ਤੁਸੀਂ ਜਿਸ ਫੀਲਡ ਦੇ ਨਾਲ ਜੁੜੇ ਹੋਏ ਹੋ ਔਰ ਉਸ ਫੀਲਡ ਦੇ ਨਾਲ ਸੰਬੰਧਿਤ ਜੇ ਤੁਹਾਡੇ ਕੋਲ ਨੌਲੇਜ ਹੈ, ਤਾਂ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਅਸੀਂ ਉਹਨਾਂ ਐਕਸਪਰਟਸ ਨੂੰ ਹੀ ਹਮੇਸ਼ਾ ਮੂਹਰੇ ਕਰਕੇ ਗੱਲ ਕਰਨ ਦੇ ਲਈ ਵਿਸ਼ਵਾਸ ਕਰਦੇ ਹਾਂ, ਨਾ ਕਿ ਅਸੀਂ ਆਪ ਹੀ ਇੱਥੇ ਬੈਠੇ ਆਪਣੇ ਕਹਿ ਲਈਏ ਕਿ ਘੋੜੇ ਦੜਾਈ ਜਾਈਏ। ਸੋ ਜਿੰਨੀ ਕਿ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਅਸੀਂ ਉਨੇ ਕੁ ਰੱਖ ਕੇ ਬਾਕੀ ਦੇ ਐਕਸਪਰਟਸ ਨੂੰ ਨਾਲ ਔਨ ਏਅਰ ਲੈ ਕੇ ਤਾਂ ਕੋਸ਼ਿਸ਼ ਕਰੀਦੀ ਹੈ। ਔਰ ਤੁਸੀਂ ਅੱਜ ਸਾਥ ਦਿੱਤਾ ਸਰ। ਅੱਛਾ, ਬੇਸ਼ੱਕ ਕਈ ਵਾਰ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੋਲਣ ਵਾਲਿਆਂ ਨੂੰ ਵੀ ਅਸੀਂ ਟਾਈਮ ਦਿੱਤਾ ਹੈ, ਵਿਰੋਧ 'ਚ ਬੋਲਣ ਵਾਲਿਆਂ ਨੂੰ ਵੀ ਟਾਈਮ ਦਿੱਤਾ, ਲੋਕਾਂ ਨੂੰ ਵੀ ਟਾਈਮ ਦਿੰਦੇ ਹਾਂ। ਸੋ ਸਾਰਿਆਂ ਦੇ ਵਿਚਾਰਾਂ ਨੂੰ ਅਸੀਂ ਪਲੇਟਫਾਰਮ ਸਾਡਾ ਓਪਨ ਹੁੰਦਾ ਕੱਲ੍ਹ ਲਈ ਵੀ ਜਾਂ ਆਉਣ ਵਾਲੇ ਟਾਈਮ ਲਈ ਵੀ। ਜੇਕਰ ਕਿਸੇ ਸਰੋਤੇ ਦੇ ਜਾਂ ਕੋਈ ਕਾਂਗਰਸ ਦੇ ਨਾਲ ਰਿਲੇਟਡ ਕੋਈ ਇੱਥੇ ਵੀ ਸਾਡਾ ਕੋਈ ਲਿਸਨਰ ਸੁਣ ਰਿਹਾ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੋ ਕੀਤਾ ਬਹੁਤ ਵਜ਼ਨਦਾਰ ਕੀਤਾ, ਜੋ ਅਸੀਂ ਇੱਥੇ ਅੱਜ ਬਿਆਨ ਦਿੱਤਾ ਹੈ, ਬੇਅੰਤ ਜੀ ਨੇ ਜਾਂ ਕਿਸੇ ਹੋਰ ਨੇ, ਉਹਦੇ ਨਾਲ ਉਹ ਸਹਿਮਤ ਨਹੀਂ ਵੀ ਹੈ, ਤਾਂ ਉਹ ਵੀ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਆ। 905-601-1350 ਸਾਡੇ ਸਟੂਡੀਓ ਦੇ ਨੰਬਰ ਨੇ, ਜਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਗੱਲ ਕਰਕੇ ਸੇਮ ਇਸੇ ਤਰ੍ਹਾਂ ਦੇ ਨਾਲ, ਚਾਹੇ ਤੁਸੀਂ ਘੰਟਾ ਡੇਢ ਘੰਟਾ ਵੀ ਆਪਾਂ ਗੱਲ ਕਰਨੀ ਹੋਈ ਕਿ ਕਾਂਗਰਸ ਪੱਖੀ, ਸਰਕਾਰ ਪੱਖੀ ਜੇਕਰ ਕੋਈ ਵਿਚਾਰ ਦੇਣਾ ਚਾਹੁੰਦਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਕੀਤਾ ਉਹਦੇ 'ਚ ਬਹੁਤ ਵਜ਼ਨ ਹੈ, ਬਹੁਤ ਦਮ ਹੈ, ਬਹੁਤ ਸਭ ਕੁਛ ਠੀਕ ਹੋ ਗਿਆ, ਤਾਂ ਉਹਨਾਂ ਨੂੰ ਵੀ ਅਸੀਂ ਸਵਾਗਤ ਕਰਾਂਗੇ। ਜੀ ਬਿਆਨ ਜੀ। ਧੰਨਵਾਦ ਗਿੱਲ ਭਾਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ, ਤੇ ਤੁਸੀਂ ਨੇ ਮੈਨੂੰ ਮੌਕਾ ਦਿੱਤਾ ਗੱਲ ਰੱਖਣ ਦਾ। ਤੇ ਦੂਸਰੀ ਗੱਲ ਇਹ ਹੈਗੀ ਕਿ ਤੁਸੀਂ ਨੇ ਜਿਹੜੀ ਗੱਲ ਕੀਤੀ ਕਿ ਅਸੀਂ ਹੱਕ ਤੇ ਵਿਰੋਧ ਵਾਲੇ ਜਿਹੜੇ ਪੱਤਰਕਾਰੀ ਧਰਮ ਹੈ, ਜਿਹੜਾ ਜਿਹਨੂੰ ਆਪਾਂ ਜਰਨਲਿਜ਼ਮ ਦਾ ਐਥਿਕ ਕਹਿੰਦੇ ਆਂਗੇ, ਉਹ ਇਹੀ ਹੈਗਾ ਕਿ ਹਰੇਕ ਆਵਾਜ਼ ਨੂੰ ਆ ਜਿਹੜਾ ਉਹ ਥਾਂ ਮਿਲਣੀ ਚਾਹੀਦੀ ਹੈ। ਸਹਿਮਤੀਆਂ ਅਸਹਿਮਤੀਆਂ, ਜਿਵੇਂ ਆਪਾਂ ਕਹਿੰਦੇ ਵੀ ਵਾਦ ਵਿਵਾਦ ਤੇ ਫਿਰ ਸੰਵਾਦ, ਤੇ ਸੰਵਾਦ ਹੈ ਜਿਹੜਾ ਜਦੋਂ ਤੱਕ ਅਸੀਂ ਨਹੀਂ ਉਹ ਕਰਾਂਗੇ ਤਾਂ ਜਿਹੜੀ ਡੈਮੋਕ੍ਰੇਸੀ ਹੈ ਜਿਹੜੀ ਉਹ ਖੜੀ ਵਾਦ ਵਿਵਾਦ ਤੇ ਸੰਵਾਦ ਦੇ ਉੱਤੇ ਹੈਗਾ। ਥੀਸਿਸ ਐਂਟੀਥੀਸਿਸ ਦੇ ਵਿੱਚੋਂ ਹੀ ਸਿੰਥੀਸਿਸ ਨੇ ਜਿਹੜੇ ਡਿਵੈਲਪ ਹੁੰਦੇ ਨੇ। ਹੋ ਸਕਦਾ ਜੇ ਅਸੀਂ ਗਲਤ ਹੋਈਏ ਤਾਂ ਹੋ ਸਕਦਾ ਸਾਨੂੰ ਕੋਈ ਉਹ ਗਲਤੀ ਨੂੰ ਅਸੀਂ ਜੇ ਕੋਈ ਉਸ ਨੂੰ ਲੌਜਿਕ ਦੇ ਨਾਲ ਘਾਟ ਕਰਦਾ ਤਾਂ ਸਾਡਾ ਵੀ ਆਪਣੇ ਆਪ ਨੂੰ ਸਵੈ ਪੜਚੋਲ ਕਰਨੀ ਬਣਦੀ ਹੈ, ਅਸੀਂ ਦਰੁਸਤ ਕਰਾਂਗੇ ਉਸ ਨੂੰ। ਸੋ ਇਹ ਬੜੀ ਚੰਗੀ ਗੱਲ ਹੈ ਤੁਹਾਡੀ, ਮੈਨੂੰ ਖੁਸ਼ੀ ਹੋਈ ਕਿ ਤੁਸੀਂ ਹਰ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਉਹ ਲੈਣੇ ਹੋਗੇ ਆਪਣੇ ਰੇਡੀਓ ਦੇ ਉੱਤੇ। ਤਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮਿਹਰਬਾਨੀ ਕਿ ਮੈਨੂੰ ਪੰਜਾਬ 'ਚ ਬੈਠੇ ਨੂੰ ਤੁਸੀਂ ਨੇ ਟੋਰਾਂਟੋ ਦੇ ਮਿੱਤਰਾਂ ਦੇ ਨਾਲ, ਦੋਸਤਾਂ ਦੇ ਨਾਲ, ਸਰੋਤਿਆਂ ਦੇ ਨਾਲ ਮਿਲਾਇਆ, ਮੈਨੂੰ ਯਾਤਰਾ ਕਰਵਾਈ। ਜੀ ਸਰ, ਤੇ ਸ਼ੁਕਰੀਆ ਜੀ ਤੁਹਾਡਾ। ਸਰ ਕੋਈ ਨਹੀਂ, ਹੁਣ ਆਉਣ ਵਾਲੇ ਟਾਈਮ 'ਚ ਵੀ ਤੁਹਾਨੂੰ ਗਾਹੇ ਬਗਾਏ ਖੇਚਲ ਦਿੰਦੇ ਰਵਾਂਗੇ ਜੀ। ਬੜੀ ਮਿਹਰਬਾਨੀ ਵੀਰੇ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਦੋਨਾਂ ਵੀਰਾਂ ਦਾ, ਧੰਨਵਾਦ। ਅਟਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। इश्तिहार है तो व्यापार है। अपना बिजनेस प्रमोट करने लिए संपर्क करो 647 400 68 62 647 400 6862। जी मीडिया ग्रुप।